ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਸੰਜੀਵ ਖੰਨਾ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਔਰ ਤੁਸੀਂ ਇਸ ਪੰਜਾਬ ਫੋਕਸ ਪ੍ਰੋਗਰਾਮ ਵਿੱਚ ਮੇਰੇ ਨਾਲ ਸ਼ਾਮਲ ਹੋ। ਔਰ ਅੱਜ ਅਸੀਂ ਬਹੁਤ ਉਹਨਾਂ ਚੁਣਿੰਦੇ ਮਸਲਿਆਂ ਦੀ ਗੱਲ ਕਰਾਂਗੇ। ਜਿਵੇਂ ਕਿ ਪੰਜਾਬ ਵਿੱਚ ਮਸਲੇ ਤਾਂ ਅਨੇਕਾਂ ਨੇ, ਪਰ ਅਸੀਂ ਉਹਨਾਂ ਮਸਲਿਆਂ ਦੀ ਗੱਲ ਕਰਾਂਗੇ, ਉਹ ਨਜ਼ਰ ਕਰਾਂਗੇ ਆਪਣੇ ਦਰਸ਼ਕਾਂ ਦੀ, ਜਿਹੜੇ ਬਿਲਕੁਲ ਕੁਝ ਪੁਰਾਣੇ ਵੀ ਨੇ ਔਰ ਕੁਝ ਉਹਨਾਂ 'ਚ ਨਵੇਂ ਵੀ ਆ। ਤੇ ਮੇਰਾ ਖਿਆਲ ਹੈ ਕਿ ਤੁਸੀਂ ਪਹਿਲਾ ਮਸਲਾ ਕਿਹੜਾ ਲੈਣਾ ਚਾਹੋਗੇ? ਪਹਿਲਾਂ ਮੈਂ ਲੈਣਾ ਚਾਹਾਂਗਾ ਜਿਹੜਾ ਭਾਰਤ ਨੂੰ ਗਿਫਟ ਮਿਲੀ ਹੈ, ਸੌਗਾਤ ਮਿਲੀ ਹੈ 15ਵੇਂ ਨਵੇਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਔਰ ਦੇਸ਼ ਦੇ ਦੂਸਰੇ ਮਹਿਲਾ ਰਾਸ਼ਟਰਪਤੀ। ਸੋ ਉਹਨਾਂ ਦੀ ਚੋਣ ਹੋਈ ਹੈ ਔਰ ਕਿਹਾ ਜਾਂਦਾ ਕਿ ਪਹਿਲੇ ਜੋ ਆਦੀਵਾਸੀ ਕਬੀਲੇ ਤੋਂ ਫਸਟ ਸਾਨੂੰ ਪ੍ਰੈਜ਼ੀਡੈਂਟ ਮਿਲੇ ਨੇ ਉਹ ਨੇ ਦ੍ਰੋਪਦੀ ਮੁਰਮੂ। ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਵਧੀਆ ਕਾਰਗੁਜ਼ਾਰੀ ਦੇਣਗੇ ਔਰ ਵਧੀਆ ਫੈਸਲੇ ਲੈਣਗੇ ਔਰ ਦੇਸ਼ ਨੂੰ ਇੱਕ ਵਧੀਆ ਦਿਸ਼ਾ ਵੱਲ ਲੈ ਕੇ ਜਾਣਗੇ। ਬੜੀ ਖੁਸ਼ੀ ਦੀ ਗੱਲ ਆ ਸਾਡੇ ਸਾਰੇ ਭਾਰਤ ਵਾਸੀਆਂ ਲਈ ਔਰ ਸਾਡੇ ਬਾਹਰ ਬੈਠੇ ਜਿਹੜੇ ਪ੍ਰਵਾਸੀ ਭਾਰਤੀ ਉਹਨਾਂ ਲਈ ਵੀ, ਕਿਉਂਕਿ ਇੱਕ ਮਹਿਲਾ ਨੂੰ ਜਿਹੜਾ ਰਾਸ਼ਟਰਪਤੀ ਦੀ ਪਦਵੀ 'ਤੇ ਸੁਸ਼ੋਭਿਤ ਕਰਨਾ ਬਹੁਤ ਵੱਡੀ ਗੱਲ ਆ ਔਰ ਬਹੁਤ ਵੱਡੀ ਵਧਾਈ ਵਾਲੀ ਗੱਲ ਆ, ਕਿਉਂਕਿ ਇਹ ਪਹਿਲਾਂ ਰਾਜਪਾਲ ਵੀ ਰਹਿ ਚੁੱਕੇ ਨੇ, ਸਾਬਕਾ ਰਾਜਪਾਲ ਝਾਰਖੰਡ ਦੇ, ਔਰ ਮੰਤਰੀ ਵੀ ਰਹੇ ਉੱਥੇ। ਔਰ ਇਹਨਾਂ ਨੇ ਬਹੁਤ ਉੱਥੇ ਦੇ ਕੰਮ ਕੀਤਾ ਝਾਰਖੰਡ ਦੇ ਇਲਾਕੇ 'ਚ। ਇਸ ਤੋਂ ਬਾਅਦ NDA ਨੇ ਇਹਨਾਂ ਨੂੰ ਆਪਣਾ ਕੈਂਡੀਡੇਟ ਬਣਾਇਆ ਔਰ ਉਦੋਂ ਤੋਂ ਬਾਅਦ ਤੁਸੀਂ ਮੇਰਾ ਖਿਆਲ ਕਿ ਪਹਿਲੇ ਪ੍ਰੋਗਰਾਮ 'ਚ ਭਿਖਬਾਣੀ ਵੀ ਕਰ ਦਿੱਤੀ ਸੀ। ਇਹ ਪ੍ਰੋਡਕਸ਼ਨ ਤੁਹਾਡੀ ਸੱਚੀ ਹੋ ਗਈ ਔਰ ਇਹਦੇ 'ਤੇ ਲੋਕਾਂ ਨੇ ਖੁਸ਼ੀ ਪ੍ਰਗਟਾਈ ਹੈ, ਕਿਉਂਕਿ ਔਰਤ ਦਾ ਹਿਰਦਾ ਬੜਾ ਵਿਸ਼ਾਲ ਹੁੰਦਾ ਔਰ ਪੂਰਾ ਦੇਸ਼ ਦੀ, ਪੂਰੇ ਲੋਕਾਂ ਲਈ, ਜਨਤਾ ਲਈ ਬਹੁਤ ਚੰਗਾ ਸੋਚਣਗੇ, ਖਾਸ ਕਰਕੇ ਔਰਤਾਂ ਲਈ ਵੀ ਬਹੁਤ ਵਧੀਆ ਸੋਚਣਗੇ। ਕਿਉਂਕਿ ਪ੍ਰਤਿਭਾ ਦੇਵੀ ਸਿੰਘ ਪਾਟਿਲ ਜੋ ਸਾਡੇ ਪਹਿਲੀ ਵਾਰ ਬਣੇ ਸੀਗੇ ਇੱਕ ਮਹਿਲਾ ਰਾਸ਼ਟਰਪਤੀ, ਲੋਕ ਬਹੁਤ ਖੁਸ਼, ਉਦੋਂ ਵੀ ਬੜੇ ਖੁਸ਼ ਸੀ। ਹੁਣ ਦੂਜੇ ਆਏ ਨੇ, ਹੁਣ ਵੀ ਲੋਕ ਬੜੇ ਖੁਸ਼ ਨੇ। ਬਸ ਇੱਕ ਗੱਲ ਹੈ ਕਿ ਜਿਸ ਇਨਸਾਨ ਨੇ ਨਾ ਜ਼ਿੰਦਗੀ ਦੇ ਵਿੱਚ ਤਕਲੀਫਾਂ ਦੇਖੀਆਂ ਨੇ, ਮੁਸ਼ਕਲਾਂ ਦੇਖੀਆਂ ਨੇ, ਆਪਣੇ ਪਿੰਡੇ ਤੇ ਗਰਮੀ ਸਰਦੀ ਹੰਡਾਈ ਹੈ, ਉਹਨੂੰ ਪਤਾ ਹੁੰਦਾ ਪਰਿਵਾਰ ਨੂੰ ਕਿਵੇਂ ਚਲਾਉਣਾ, ਕਿਉਂਕਿ ਦੇਸ਼ ਵੀ ਇੱਕ ਪਰਿਵਾਰ ਹੈ। ਤੇ ਇੱਕ ਮੁਖੀ ਦੇ ਵਜੋਂ ਪਰਿਵਾਰ ਲਈ ਕਿਹੜੇ ਫੈਸਲੇ ਠੀਕ ਰਹਿਣਗੇ, ਕਿੱਥੇ ਦਖਲ-ਅੰਦਾਜ਼ੀ ਕਰਨਾ ਠੀਕ ਰਹੇਗਾ। ਹਾਲਾਂਕਿ ਸਾਡਾ ਫੈਡਰਲ ਸਿਸਟਮ ਬਿਲਕੁਲ ਡਿਫਰੈਂਟ ਆ, ਪ੍ਰੈਜ਼ੀਡੈਂਟ ਦਖਲ-ਅੰਦਾਜ਼ੀ ਨਹੀਂ ਕਰਦੇ, ਪਰ ਸੁਧਾਰ ਹੋਣੇ ਚਾਹੀਦੇ ਨੇ ਟਾਈਮ ਦੇ ਨਾਲ, ਕਿਉਂਕਿ ਪ੍ਰੈਜ਼ੀਡੈਂਟ ਆਫ ਇੰਡੀਆ ਹੈ, ਕੋਈ ਛੋਟੀ ਮੋਟੀ ਹਸਤੀ ਥੋੜਾ ਨੇ। ਉਹਨਾਂ ਦਾ ਬਕਾਇਦਾ ਦਖਲ ਹੋਣਾ ਚਾਹੀਦਾ ਕਿ ਕਿੱਥੇ ਕਿਹੜੇ ਫੈਸਲੇ ਉਹਨਾਂ ਨੂੰ ਲੱਗਣ ਕਿ ਇਹ ਗਲਤ ਨੇ ਜਾਂ ਇਹ ਕਮਜ਼ੋਰ ਨੇ ਜਾਂ ਇਹ ਨਹੀਂ ਹੋਣੇ ਚਾਹੀਦੇ, ਇਹਨਾਂ 'ਚ ਬਦਲਾਅ ਹੋਣਾ ਚਾਹੀਦਾ। ਉੱਥੇ ਉਹਨਾਂ ਨੂੰ ਜ਼ਰੂਰ ਆਪਣੇ ਵੱਲੋਂ ਕੋਈ ਨਾ ਕੋਈ ਇਨਸਟਰਕਸ਼ਨਸ ਜਾਰੀ ਕਰਨੀਆਂ ਚਾਹੀਦੀਆਂ ਨੇ ਜਾਂ ਸੁਝਾਅ ਜਾਰੀ ਕਰਨੇ ਚਾਹੀਦੇ ਨੇ ਕਿ ਦੇਸ਼ ਦਾ ਪ੍ਰਸ਼ਾਸਨ ਹੋਰ ਵਧੀਆ ਤਰੀਕੇ ਨਾਲ ਚੱਲੇ। ਜਿਸ ਤਰ੍ਹਾਂ ਸਾਡੇ ਸੰਵਿਧਾਨ ਦੇ ਨਿਰਮਾਤਾ ਅੰਬੇਦਕਰ ਸਾਹਿਬ ਨੇ ਵੀ ਇਹ ਰੱਖੀ ਸੀ ਧਾਰਾ ਕਿ ਵੂਮਨ ਜਿਹੜੀ ਹੈਗਾ ਇਹਦੇ 'ਚ ਇੰਪਾਵਰਮੈਂਟ ਹੈ, ਜਿਹਦੇ 'ਚ ਔਰਤ ਨੂੰ ਜਿਹੜਾ ਬਹੁਤ ਅੱਗੇ ਲਿਆਉਣਾ ਸੋਚਦੇ ਸੀਗੇ, ਕਿਉਂਕਿ ਬੜੇ ਪੁਰਾਣਾ ਜਿਹੜਾ ਇਤਿਹਾਸ ਆ ਉਹ ਜੇ ਅਸੀਂ ਖੋਲ੍ਹੀਏ ਤਾਂ ਔਰਤ ਬਹੁਤ ਪਿੱਛੇ ਰਹੀ ਆ ਔਰ ਮਰਦ ਬਹੁਤ ਅੱਛੇ ਰਿਹਾ, ਕਿਉਂਕਿ ਸਾਡਾ ਸਮਾਜ ਜਿਹੜਾ ਮਰਦ ਪ੍ਰਧਾਨ ਹੈ। ਔਰ ਇਹ ਜਿਹੜਾ NDA ਸਰਕਾਰ ਨੂੰ ਬਹੁਤ ਵੱਡੀ ਜਿਹੜੀ ਕਾਮਯਾਬੀ ਮਿਲੀ ਹੈ ਕਿ ਉਹਨਾਂ ਨੂੰ ਇਹ ਇੱਕ ਔਰਤ ਦੇ ਪਦਵੀ 'ਤੇ ਰਾਸ਼ਟਰਪਤੀ ਨੂੰ ਸੁਸ਼ੋਭਿਤ ਕੀਤਾ, ਮੈਡਮ ਦ੍ਰੋਪਦੀ ਜੀ ਨੂੰ। ਔਰ ਉਹਦੇ 'ਚ ਜਿਹੜੇ ਦੂਜੇ ਸੀਗੇ ਜਸਵੰਤ ਸਿਨਹਾ ਜੀ, ਜਿਹੜੇ ਵਿਰੋਧੀ ਪਾਰਟੀਆਂ ਵੱਲੋਂ ਕੈਂਡੀਡੇਟ ਸੀਗੇ, ਉਹ ਥੋੜ੍ਹਾ ਜਿਹਾ ਪਿਛੜ ਕੇ ਪਿੱਛੇ ਰਹਿ ਗਏ। ਉਹ ਵੀ ਬੜੇ ਸੂਝਵਾਨ ਔਰ ਉਹਨਾਂ ਨੇ ਬੜੇ ਕੰਮ ਕੀਤੇ ਆ ਔਰ ਇਸੇ NDA ਪਾਰਟੀ 'ਚੋਂ ਗਏ। ਇਹਦੇ ਸੀਨੀਅਰ ਨੇਤਾ ਸੀਗੇ, ਬਿਲਕੁਲ ਸੀਨੀਅਰ ਨੇ। ਪਤਾ ਜਦੋਂ ਸਾਡੇ ਲੋਕ ਪੁਰਾਣੇ ਨੇਤਾ ਸੀਗੇ ਤੇ ਉਹਨਾਂ ਨੇਤਾ ਦੇ ਬੜੇ ਨਾਲ ਚੱਲਦੇ ਰਹੇ, ਉਹਨਾਂ ਨੇ ਬੜੇ ਕੰਮ ਕੀਤੇ ਆ, ਮੰਤਰੀ ਵੀ ਰਹੇ ਆ। ਤੇ ਚਲੋ ਇਹ ਹੋ ਸਕਦਾ ਕਿ ਆਪਣੇ ਟਾਈਮ ਨਾਲ ਜਦੋਂ ਵੀ ਕੋਈ ਸਰਕਾਰ ਚੁਣਦੀ ਹੈ ਕਿਸੇ ਨੂੰ, ਕਿਉਂਕਿ ਇਹਦੇ ਵਿੱਚ MP ਸੀ, ਜਿਹਨੇ MP ਸੰਸਦ ਦੇ ਨਾਲ ਇਹਦੇ MLA ਸੀਗੇ, ਉਹਨਾਂ ਨੇ ਰਲ ਕੇ ਹੀ ਚੁਣਿਆ ਵਾ ਔਰ ਇਹਦੇ 'ਚ ਚੋਣ ਜਿਹੜੀ ਹੁੰਦੀ ਹੈ ਉਸੇ ਤਰ੍ਹਾਂ ਫੈਡਰਲ ਕਨਸਟੀਟਿਊਸ਼ਨ ਦੇ ਅਕੋਰਡਿੰਗ ਹੋਈ ਹੈ। ਸਾਰੀ ਗੱਲ ਇਹ ਹੈ ਨਾ ਕਿ ਸਿਨਹਾ ਸਾਹਿਬ ਨੇ ਵੀ ਵਧਾਈ ਦਿੱਤੀ ਹੈ ਔਰ ਕਿਹਾ ਕਿ ਮੈਂ ਹਾਰ ਸਵੀਕਾਰ ਕਰਦਾ ਔਰ ਵਧਾਈ ਦਿੰਦੇ ਹੋਏ ਉਹਨਾਂ ਨੂੰ ਇੱਕ ਵਧੀਆ ਕੈਰੀਅਰ ਵਾਸਤੇ ਵੀ ਸ਼ੁਭ ਇੱਛਾਵਾਂ ਦਿੱਤੀਆਂ ਨੇ। ਹਾਲਾਂਕਿ ਪੰਜਾਬ ਦੇ ਵਿੱਚ ਵੀ ਹਜੇ ਕ੍ਰੋਸ ਵੋਟਿੰਗ ਚੱਲ ਰਹੀ ਹੈ। ਕ੍ਰੋਸ ਵੋਟਿੰਗ ਤੋਂ ਬਾਅਦ ਚਲੋ ਇਹ ਵੀ ਨਤੀਜੇ ਨੇ, ਪਰ ਜੋ ਹੋਣਾ ਉਹ ਤਾਂ ਹੋ ਚੁੱਕਾ, ਹੁਣ ਤਾਂ ਬਣ ਚੁੱਕੇ ਨੇ। ਸੋ ਸਾਡੇ ਵੱਲੋਂ ਵੀ ਬੈਸਟ ਵਿਸ਼ੇਸ ਤੇ ਹੁਣ ਅਸੀਂ ਵਧੀਆ ਭਵਿੱਖ ਦੀ ਆਸ ਕਰਦੇ ਹੋਏ ਅੱਗੇ ਵਧਦੇ ਹਾਂ। ED ਵੱਲੋਂ ਸੋਨੀਆ ਗਾਂਧੀ ਜੋ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਜੋ ਨੈਸ਼ਨਲ ਹੈਰਾਲਡ ਦਾ ਕੇਸ ਆ, ਉਹਦੇ ਵਿੱਚ ਪੁੱਛਗਿੱਛ ਵਾਸਤੇ ਬੁਲਾਇਆ ਗਿਆ। ਜਿਵੇਂ ਪਹਿਲਾਂ ਰਾਹੁਲ ਗਾਂਧੀ ਜੀ ਨੂੰ ਬੁਲਾਇਆ ਗਿਆ ਸੀ, ਕਾਫੀ ਡਰਿਲਿੰਗ ਹੋਈ ਸੀ ਉਹਨਾਂ ਦੀ,
ਸੋ ਇਸ ਵਾਰ ਸੋਨੀਆ ਗਾਂਧੀ ਜੀ ਨੂੰ ਬੁਲਾਇਆ ਗਿਆ। ਹਾਲਾਂਕਿ ਉਹ ਕਰੋਨਾ ਤੋਂ ਹਜੇ ਉੱਭਰ ਰਹੇ ਨੇ, ਠੀਕ ਹੋ ਰਹੇ ਨੇ, ਫਿਰ ਵੀ ਠੀਕ ਹੈ, ਕਾਨੂੰਨ ਹੈ, ਸੰਬੰਧ ਗਏ ਹੋਏ ਨੇ ਤੇ ਆਉਣਾ ਹੀ ਹੈ ਡੇਟ ਦੇ ਉੱਤੇ। ਤੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਾ ਗਿਆ ਕਿ ਕੀ ਪ੍ਰੋਟੋਕੋਲ ਹੈ ਔਰ ਜਿਹੜੇ ਅਧਿਕਾਰੀ ਉਹਨਾਂ ਕੋਲ ਪੁੱਛਗਿੱਛ ਕਰਨ ਉਹਨਾਂ ਦਾ ਕਰੋਨਾ ਨੈਗੇਟਿਵ ਹੋਣਾ ਜ਼ਰੂਰੀ ਹੈ ਔਰ ਸਰਟੀਫਿਕੇਟ ਉਹਨਾਂ ਦਾ ਜ਼ਰੂਰੀ ਹੈ ਤਾਂ ਕਿ ਇੱਕ ਮਾਹੌਲ ਸਿਰਜਿਆ ਜਾ ਸਕੇ ਜੋ ਕਰੋਨਾ 19 ਨੂੰ ਲੈ ਕੇ, ਕੋਵਿਡ-19 ਨੂੰ ਲੈ ਕੇ ਅਸੀਂ ਦੇਖ ਰਹੇ ਹਾਂ। ਔਰ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਜਦੋਂ ਤੱਕ ਉਹਨਾਂ ਦੀ ਸਿਹਤ ਅਲਾਉ ਕੀਤੀ ਉਦੋਂ ਤੱਕ ਉਹਨਾਂ ਨੇ ਜਵਾਬ ਦਿੱਤੇ ਨੇ। ਹੁਣ ਉਸ ਤੋਂ ਬਾਅਦ ਨੈਕਸਟ ਡੇਟ ਉਹਨਾਂ ਨੂੰ ਦਿੱਤੀ ਜਾਣੀ ਹੈ ਜਿਸ ਡੇਟ ਦੇ ਉੱਤੇ ਦੁਬਾਰਾ ਆਉਣਗੇ ਪੁੱਛਗਿੱਛ ਵਾਸਤੇ। ਹਾਂ, ਇਹ ਈਡੀ ਸਾਹਿਬ ਨੇ ਜਦੋਂ ਕਿ ਇਹਨਾਂ ਦੀ ਪੁੱਛ ਪੜਤਾਲ ਕੀਤੀ ਆ, ਇਹਦੇ ਵਿੱਚ ਕਾਂਗਰਸ ਦੇ ਬਹੁਤ ਲੋਕ ਜਿਹੜੇ ਆ ਖਫਾ ਵੀ ਹੋਏ, ਨਾਰਾਜ਼ ਵੀ ਹੋਏ, ਕਿਉਂਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਜੀ ਦਾ ਵੀ ਇਸੇ ਤਰ੍ਹਾਂ ਪੁੱਛ ਪੜਤਾਲ ਰਹੀ ਆ ਔਰ ਉਹਨਾਂ ਨੂੰ ਬੜੇ ਦਿਨ ਲੱਗ ਗਏ। ਉਹਦੇ ਵਿੱਚ ਉਹਨਾਂ ਨੂੰ ਸਿਰਫ ਲੰਚ ਲਈ ਟਾਈਮ ਦਿੰਦੇ ਸੀਗੇ, ਉਸ ਤੋਂ ਬਾਅਦ ਫਿਰ ਆਉਂਦੇ ਸੀ ਔਰ ਪਤਾ ਨਹੀਂ ਕਿੰਨੇ ਕੁ ਜਿਹੜੀ ਇਹ ਫਰਿਸ਼ਤ ਬਣਾਈ ਸੀ ਸਵਾਲਾਂ ਦੀ ਔਰ ਇਹਦੇ 'ਚ ਪਤਾ ਨਹੀਂ ਕਿੰਨੇ ਜਿਹੜੇ ਸਵਾਲ ਸੀ ਜਿਹੜੇ ਉਹਦੇ 'ਚ ਅੜੀਅਲ ਸੀ ਜਾਂ ਉਹਨਾਂ ਤੋਂ ਨਹੀਂ ਸਵਾਲ ਹੁੰਦੇ ਸੀਗੇ ਹਾਂਜੀ, ਔਰ ਉਹ ਕੀਤੇ ਗਏ। ਔਰ ਉਹ ਹੁਣ ਉਦੋਂ ਤੱਕ ਉਹ ਤਾਂ ਅਜੇ ਪੂਰਾ ਇੱਕ ਬਿਲੇ ਲੱਗਿਆ ਨਹੀਂ ਸੀਗਾ। ਦੂਜਾ ਇਹਨਾਂ ਨੇ ਇਹ ਛੇੜ ਦਿੱਤਾ ਕਿ ਸੋਨੀਆ ਗਾਂਧੀ ਜੀ ਦੇ ਬਾਰੇ ਇਹਨਾਂ ਨੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਔਰ ਉਹਦੇ 'ਚ ਇਹ ਤਾਂ ਤੁਸੀਂ ਦੱਸਿਆ ਵੀ ਪਹਿਲਾਂ ਕਰੋਨਾ ਦੇ ਪੋਜ਼ੀਟਿਵ ਸੀਗੇ, ਇਹਨਾਂ ਨੂੰ ਪ੍ਰੋਬਲਮ ਆ ਗਈ। ਇਹਨਾਂ ਨੇ ਆਪਣੇ ਉਹ ਆਉਣ 'ਤੇ ਥੋੜ੍ਹਾ ਜਿਹਾ ਪਹਿਲਾਂ ਉਹਨੂੰ ਕਹਿਤਾ ਕਿ ਮੈਂ ਇਹ ਕਰਦੀ ਬੇਨਤੀ ਕਿ ਮੈਨੂੰ ਥੋੜ੍ਹਾ ਜਿਹਾ ਟਾਈਮ ਦਿੱਤਾ ਜਾਵੇ, ਮੈਂ ਉਸ ਤੋਂ ਬਾਅਦ ਸ਼ਾਮਲ ਹੋ ਜੂਗੀ। ਪਰ ਇਹਦੇ 'ਚ ਹੁਣ ਇਹ ਨਹੀਂ ਅਜੇ ਤੱਕ ਪਤਾ ਲੱਗਾ ਕਿ ਪੁੱਛ ਪੜਤਾਲ 'ਚ ਕੀ ਸਿੱਟਾ ਨਿਕਲਿਆ। ਬਿਲਕੁਲ ਸਹੀ। ਜਿੰਨੇ ਅੱਜ ਤੱਕ ਉਹ ਕਪਿਲ ਸਿੱਬਲ ਜੀ ਹੋਰਾਂ ਨੇ ਵੀ ਕਿਹਾ ਕਿ ਜਿੰਨੇ ਅਜੇ ਤੱਕ ਕੇਸ ਆਏ ਆ, ਜਿੰਨੇ ਹੋ ਚੁੱਕੇ ਆ, ਉਹਦਾ ਕੋਈ ਫਾਲੋ ਅਪ ਨਹੀਂ ਹੋਇਆ, ਉਹਦੇ 'ਚ ਕੀ ਕੋਈ ਪੈਰਵਾਈ ਹੋਈ ਆ। ਕਿਉਂਕਿ ਜੇ ਅਜੇ ਤੱਕ ਇਹਨਾਂ ਦਾ ਬੇਟਾ ਜਿਹੜਾ ਹੈਗਾ ਰਾਹੁਲ, ਉਹਦਾ ਕੁਝ ਨਹੀਂ ਪਤਾ ਲੱਗਾ ਕਿ ਕੁਛ ਉਹ 'ਚੋਂ ਨਿਕਲਿਆ। ਔਰ ਉਹਦੇ 'ਚੋਂ ਪਹਿਲੋਂ ਪ੍ਰਿਯੰਕਾ ਦਾ ਹਸਬੈਂਡ ਜਿਹੜਾ ਉਹਨਾਂ ਨੂੰ ਵੀ ਇਹਨਾਂ ਨੇ ਵਾਰਡਰ ਨੂੰ ਉਹਨਾਂ ਨੂੰ ਵੀ ਲਿਆ ਸੀਗਾ, ਉੱਥੇ ਵੀ ਪੁੱਛ ਪੜਤਾਲ ਰਹੀ ਸੀ, ਬੜਾ ਕੁਛ ਹੋਇਆ, ਕੇਸ ਹੋਏ ਹੈ ਨਾ। ਪੀ ਚਿਦੰਬਰਮ 'ਤੇ ਵੀ ਕੇਸ ਚੱਲਦੇ ਰਹੇ ਔਰ ਕਾਂਗਰਸ ਦੇ ਪਿੱਛੇ ਉਹਨਾਂ ਦਾ ਬੜਾ ਵੱਡਾ ਜਿਹੜਾ ਲੰਗਰ ਜਮਘਟਾ ਚੱਲਿਆ ਸਵਾਲਾਂ ਦਾ। ਈਡੀ ਸਾਹਿਬ ਨੇ ਇਹਨਾਂ ਨੂੰ ਬੁਲਾਇਆ ਉੱਥੇ, ਕਿਉਂਕਿ ਬੜੀ ਵੱਡੀ ਪਾਵਰ ਆ ਪੁੱਛ ਪੜਤਾਲ ਦੀ। ਉਹਦੇ 'ਚ ਮਨੀ ਲਾਂਡਰਿੰਗ ਦੇ ਪੈਸੇ ਮਾਮਲੇ 'ਚ ਲੈਂਦੇ ਆ, ਸਭ ਕੁਝ ਆਇਆ ਉਹਦੇ 'ਚ। ਹਾਂ, ਪਰ ਉਹ ਤੋਂ ਬਾਅਦ ਇਹ ਹੈਗਾ ਕਿ ਇਹ ਤਾਂ ਬੜਾ ਛਾਇਆ ਹੋਇਆ ਇਹਦੇ 'ਚ ਜਿਹੜੇ ਮੀਡੀਆ 'ਚ, ਇਲੈਕਟ੍ਰੋਨਿਕ ਮੀਡੀਆ 'ਚ ਵੀ ਹੋਇਆ, ਪ੍ਰਿੰਟ ਮੀਡੀਆ 'ਚ ਵੀ ਆ ਗਿਆ, ਲੋਕਾਂ ਤੱਕ ਚਲੇ ਗਈ, ਸੋਸ਼ਲ ਮੀਡੀਆ 'ਤੇ ਗੱਲ ਪਹੁੰਚੀ। ਪਰ ਉਦੋਂ ਬਾਅਦ ਜਦੋਂ ਇਹ ਹੋ ਜਾਂਦੀ ਗੱਲ, ਹੁਣ ਇਹ ਆਲਮੋਸਟ ਖਤਮ ਹੈ, ਇੱਕ ਦਿਨ ਫਿਰ ਬੁਲਾਇਆ ਉਹਨਾਂ ਨੇ 28 ਨੂੰ। ਉਦੋਂ ਬਾਅਦ ਇਹ ਪਤਾ ਨਹੀਂ ਹੁਣ ਕੀ ਅੱਗੇ ਪੁੱਛਣਾ ਕੀ ਰਹਿ ਗਿਆ ਉਹਨਾਂ ਕੋਲ। ਔਰ ਇਹਦੇ 'ਚ ਪ੍ਰਦਰਸ਼ਨ ਜਦੋਂ ਰਾਹੁਲ ਗਾਂਧੀ ਨੂੰ ਇਹਨਾਂ ਨੇ ਕੀਤਾ, ਉੱਥੇ ਬੁਲਾਇਆ, ਉਦੋਂ ਬਹੁਤ ਜ਼ਿਆਦਾ ਇਹਨਾਂ ਦੇ ਵਿਰੋਧਤਾ ਕੀਤੀ ਗਈ ਹੈ ਔਰ ਇਹ ਵੀ ਕਿਹਾ ਗਿਆ ਕਿ ਇਹ ਜੋ ਹੈ ਖਾਰ ਖਾਂਦੇ ਨੇ ਜਾਂ ਇਹ ਬਦਲਾਖੋਰੀ ਦੀ ਨੀਤੀ ਹੈ। ਇਹ ਸਿਰਫ ਜਿਹਨਾਂ ਕਹਿੰਦੇ ਆ ਨਾ ਕਿ ਬੇਇੱਜ਼ਤੀ ਕਰਨ ਲਈ ਇੱਦਾਂ ਦੀ ਇਨਕੁਆਇਰੀ ਹੋ ਰਹੀ ਹੈ। ਹਾਲਾਂਕਿ ਪਾਰਲੀਮੈਂਟ ਦੇ ਵਿੱਚ ਵੀ ਕਾਫੀ ਰੌਲਾ ਰੱਪਾ ਪਿਆ ਹੈ, ਸੜਕਾਂ ਦੇ ਉੱਤੇ ਰੋਸ਼ ਮੁਜ਼ਾਹਰੇ ਹੋਏ ਨੇ ਇਸ ਗੱਲ ਨੂੰ ਲੈ ਕੇ, ਪਰ ਫਿਰ ਵੀ ਅਸੀਂ ਕਹਾਂਗੇ ਕਾਨੂੰਨ ਹੈ, ਜੋ ਪ੍ਰਕਿਰਿਆ ਹੈ ਉਹ ਤਾਂ ਪੂਰੀ ਹੋਣੀ ਹੋਈ ਹੈ। ਪਰ ਇਹਦੇ 'ਚ ਆਪਾਂ ਦੇਖੋ ਮੀਡੀਆ, ਆਪਾਂ ਤਾਂ ਨਹੀਂ ਕਹਿ ਰਹੇ ਵੀ ਇਹਦੇ 'ਚ ਜਿਹੜੀ ਹੋਇਆ ਪਹਿਲਾਂ ਇਹਨਾਂ ਦਾ ਸਵਾਲ ਜਵਾਬ ਹੋਇਆ ਈਡੀ ਸਾਹਿਬ ਨਾਲ, ਇਹਨਾਂ ਦੀ ਪੁੱਛ ਪੜਤਾਲ ਹੋਈ ਹੈ, ਇਨਕੁਆਇਰੀ ਹੋਈ ਆ, ਉਹਦੇ 'ਚ ਪਬਲਿਕ ਦੇ ਵੀ ਇਹ ਰੋਲ ਹੈ। ਪਬਲਿਕ ਨੇ ਕਿਹਾ ਕਿ ਜਦੋਂ ਰੂਲਿੰਗ ਪਾਰਟੀ ਆਉਂਦੀ ਆ, ਇਹ ਕਾਂਗਰਸ ਨੂੰ ਦੀ ਤੁਆਕਰੀਸੀ ਕਰਦੀ ਹੈ ਔਰ ਉਹਨਾਂ ਲੀਡਰਾਂ ਨੂੰ ਬੁਲਾਇਆ ਜਾਂਦਾ ਜਿਹੜੇ ਖਾਸ ਤੌਰ 'ਤੇ ਹਾਈ ਕਮਾਂਡ ਦੇ ਹੈੱਡ ਨੇ, ਉਹਨਾਂ ਨੂੰ ਬੁਲਾ ਕੇ ਥੋੜ੍ਹਾ ਜਿਹਾ ਸੱਚੋਪਨ ਛੁਪਾਇਆ ਜਾਂਦਾ। ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਜਿਹੜੇ ਬਹੁਤ 50-50 ਸਾਲ ਪੁਰਾਣੇ ਨੇ, ਉਹਨਾਂ ਸਵਾਲਾਂ ਨੂੰ ਫਿਰ ਲਿਆਂਦਾ ਜਾਂਦਾ ਹੈ। ਜਵਾਹਰ ਲਾਲ ਨਹਿਰੂ ਦੇ ਟਾਈਮ ਦੀਆਂ ਅਖਬਾਰਾਂ ਨਿਕਲੀਆਂ, ਉਦੋਂ ਬਾਅਦ ਇਹ ਤਾਂ ਸੋਨੀਆ ਗਾਂਧੀ ਤੇ ਬਿਲੋਂਗ ਟੂ ਇਟਲੀ, ਇਹ ਤਾਂ ਇਸ ਕੰਟਰੀ ਦੀ ਨਹੀਂ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਪਤਾ ਹੈਗਾ, ਤੇ ਇਹਨਾਂ ਨੇ ਸਵਾਲਾਂ ਦਾ ਜਵਾਬ ਵੀ ਕੀ ਦੇਣਗੇ। ਔਰ ਜਿਹੜੇ ਇਹ ਬੀਇੰਗ ਏ ਹੈੱਡ ਆਫ ਪਾਰਟੀ ਇਹਨਾਂ ਨੂੰ ਬੁਲਾਇਆ ਗਿਆ ਇਸੇ ਕਰਕੇ। ਪਰ ਇਹਦੇ 'ਚ ਜਿਹੜੀ ਕਾਂਗਰਸ ਦੇ ਵਿੱਚ ਪ੍ਰਦਰਸ਼ਨੀ ਹੋਈ ਸੀ ਦਿੱਲੀ 'ਚ, ਲੋਕਾਂ ਨੇ ਕਿਹਾ ਸੀਗਾ ਕਿ ਇਹ ਹੱਲਾ ਬੋਲ ਜਿਹੜੀ ਹੈ, ਇਹ ਹੱਲਾ ਬੋਲਿਆ ਗਿਆ ਕਾਂਗਰਸ ਤੇ ਰੂਲਿੰਗ ਪਾਰਟੀ ਦਾ। ਲੋਕ ਬੜੇ ਸਿਆਣੇ ਆ, ਫਿਰ ਵੀ ਜਨਤਾ ਦੀ ਜਿਹੜੀ ਆਵਾਜ਼ ਹੁੰਦੀ ਆ, ਜਿਹੜੀ ਜਨਤਾ ਦੇ ਪੈਰੋਕਾਰ ਨੇ ਜਾਂ ਲੋਕਾਂ ਦੇ ਜਿਹੜੀ ਕਿਆਸ ਰਾਈਆਂ ਨੇ ਸੱਚੀਆਂ ਹੁੰਦੀਆਂ, ਉਹ ਸੱਚੀਆਂ ਸਿੱਧ ਹੋ ਜਾਂਦੀਆਂ। ਉਹਨਾਂ ਨੂੰ ਪਤਾ ਵੀ ਅਸਲ ਜਿਹੜੇ ਹੋ ਰਹੇ ਆ, ਕਿਉਂਕਿ ਉਹਨਾਂ ਕੋਲ ਪਾਵਰ ਨਹੀਂ, ਪਾਵਰ ਇਹਨਾਂ ਕੋਲ ਹੈਗੀ, ਇਹਨਾਂ ਕੋਲ ਏਜੰਸੀ ਹੈ, ਇਹਨਾਂ ਦੇ ਅੰਦਰ ਹੈਗਾ, ਹੈ ਨਾ। ਜੇ CID ਦੀ ਗੱਲ ਹੋਗੀ ਤਾਂ ਇਹਨਾਂ ਦੀ ਗੱਲ ਹੋਈ, ਜੇ ਜੁਡੀਸ਼ਰੀ ਦੀ ਗੱਲ ਹੈ ਤਾਂ ਇਹਨਾਂ ਦੀ ਕਰੂਗੀ, ਜੇ ਪੁਲਿਸ ਆਊਗੀ ਤਾਂ ਇਹਨਾਂ ਨੂੰ ਫੜੂਗੀ। ਉਹ ਕੰਮ ਹੁੰਦਾ, ਪਾਵਰ ਜਿਹੜੀ ਆ ਉਹ ਬੜਾ ਕੁਝ ਕਰਾਉਂਦੀ ਆ। ਡੰਡਾ ਜਦੋਂ ਪਿੱਛੇ ਹੋਵੇ ਉਦੋਂ ਸਾਰਾ ਕੁਝ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਇਹਨਾਂ ਦਾ ਜਮ ਘਟਾ ਆਉਂਦਾ, ਜਦੋਂ ਕਿਸੇ ਪਾਵਰ ਵਾਲਾ ਕੁਰਸੀ ਤੋਂ ਹੀ ਕਹਿ ਦੇ ਤੂੰ ਕੀ ਕਰਦਾ, ਉਹ ਕਿੱਥੇ ਆ, ਚਲੋ ਤੇਰੀ ਇਨਕੁਆਇਰੀ ਹੈ, ਤਾਂ ਉਸੇ ਵੇਲੇ ਇਨਕੁਆਇਰੀ ਹੋ ਜਾਂਦੀ, ਕਿਉਂਕਿ ਪਾਵਰਮੈਨ ਜਿਹੜਾ ਹੈਗਾ ਉਹਦਾ ਹਰ ਬੋਲਿਆ ਸ਼ਬਦ ਕਾਨੂੰਨ ਹੁੰਦਾ। ਕਿਉਂਕਿ ਇਹ ਵੀ ਕਈ ਵਾਰ ਵਿਰੋਧੀ ਧਿਰ ਕਹਿੰਦੇ ਨੇ ਕਿ ਇਹ ਮਿਸਯੂਜ਼ ਹੈ ਪਾਵਰ ਦਾ, ਤੁਸੀਂ ਏਜੰਸੀਆਂ ਨੂੰ ਇਸਤੇਮਾਲ ਕਰ ਰਹੇ ਹੋ, ਆਪਣੀ ਬਦਲਾਖੋਰੀ ਦੀ ਨੀਤੀ ਹੈ ਔਰ ਜੋ ਸਿਆਸੀ ਤੁਸੀਂ ਰੜਕ ਕੱਢਦੇ ਪਏ ਹੋ। ਸਹੀ ਗੱਲ, ਠੀਕ ਹੈ, ਉਹ ਆਪਣੀਆਂ ਗੱਲਾਂ ਕਰਦੇ ਨੇ। ਜਿਹੜਾ ਜਿਹੜੀ ਰੜਕ ਹੈ ਨਾ, ਉਹ ਬਹੁਤ ਵੱਡੀ ਗੱਲ ਹੈ। ਫਿਰ ਰੜਕ ਹੁੰਦੀ ਹੈ ਕਿ ਜਿਹੜੀ ਤੁਹਾਡੀ ਪਿਛਲੀ ਵਿਰੋਧਤਾ ਹੈ ਨਾ,
ਉਹਨੂੰ ਤੁਸੀਂ ਜਦੋਂ ਪਾਵਰ ਚਾਹੁੰਦੇ ਤਾਂ ਉਹਦੇ ਵੀ ਲਿਆ ਮੈਂ ਤੇਰੀਆਂ ਕੱਢੂ ਰੜਕਾ ਜਦੋਂ ਮੈਂ ਆ ਗਿਆ ਕੁਰਸੀ ਤੇ, ਉਹ ਗੱਲ ਹੈਗੀ ਆ ਕਿਉਂਕਿ ਪੰਜਾਬ 'ਚ ਆਮ ਕਰਕੇ ਇਹ ਗੱਲ ਚੱਲਦੀ ਹੈ ਜੀ ਜੀ ਕਿ ਕਿਉਂ ਰੜਕਾਂ ਕੱਢ ਰਹੇ ਮੇਰੀਆਂ ਪਿਛਲੀਆਂ, ਇਹ ਵਾਕਿਆ ਹੀ ਉਹੀ ਗੱਲ ਹੋ ਸਕਦੀ। ਪਰ ਜੇ ਇਹਨਾਂ ਕੋਲ ਨਿਕਲਿਆ ਕੁਝ, ਕਿਉਂਕਿ ਲਾਅ ਇਜ਼ ਇਕੁਅਲ, ਇਹਦੇ ਕਾਨੂੰਨ ਦੇ ਅੱਗੇ ਸਾਹਮਣੇ ਸਾਰੇ ਬਰਾਬਰ ਹੁੰਦੇ, ਭਾਵੇਂ ਉਹ ਰਾਸ਼ਟਰਪਤੀ ਹੋਵੇ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ, ਚਾਹੇ ਸਾਬਕਾ ਮੁੱਖ ਮੰਤਰੀ ਹੋਵੇ, ਕੋਈ ਵੀ ਹੋਵੇ, ਲਾਅ ਇਜ਼ ਲਾਅ। ਦੇਖੋ ਜਿਹੜੇ ਬੀਜੇਪੀ ਦੇ ਲੀਡਰ ਹੈਗੇ ਨੇ ਸੁਬਰਾਮਨੀਅਮ ਸਵਾਮੀ, ਹਾਂ, ਉਹਨਾਂ ਦੇ ਟਾਰਗੇਟ ਦੇ ਉੱਤੇ ਖਾਸ ਕਰਕੇ ਗਾਂਧੀ ਪਰਿਵਾਰ ਰਹਿੰਦਾ ਹੈ। ਇਸ ਕੇਸ ਨੂੰ ਵੀ ਅੱਗੇ ਲਿਆਉਣ ਵਾਲੇ ਉਹੀ ਨੇ ਔਰ ਉਹਨਾਂ ਦੇ ਲਈ ਕਈ ਸਟੇਟਮੈਂਟਸ ਵੀ ਉਹ ਦਿੰਦੇ ਰਹਿੰਦੇ ਨੇ। ਇਹ ਵੀ ਅਸੀਂ ਦੇਖਦੇ ਹਾਂ ਜੋ ਪਿਛਲੇ ਪੋਤਲੇ ਫੋਲਦੇ ਆ ਨਾ, ਪੋਤਲੇ ਫੋਲਦੇ ਉਹਨਾਂ ਪੋਤਲਿਆਂ 'ਚੋਂ ਫੋਲ ਕੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਨੂੰ ਅੱਗੇ ਸਾਹਮਣੇ ਲੈ ਆਉਂਦੇ। ਕੁਛ ਨਾ ਕੁਛ ਤਾਂ ਗਲਤੀ ਚਲੋ ਹੁੰਦੀ ਆ, ਪਰ ਇਹ ਗਲਤੀ ਜਿਹੜੀ ਤੁਸੀਂ 25 ਸਾਲ 30 ਸਾਲ 35 ਸਾਲ ਬਾਅਦ ਜਦੋਂ ਕੱਢੋਗੇ ਤੇ ਗੱਲ ਉਦੋਂ ਇਹੋ ਹੀ ਸੁਤੇ ਨਜ਼ਰ ਆਉਂਦੀ ਹੈ ਵੀ ਵਾਕਿਆ ਹੀ ਇਹ ਹੁਣ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਹੁਣ ਇਸ ਤਰ੍ਹਾਂ ਬਦਨਾਮ ਕਰ ਦਈਏ ਪਾਰਟੀ ਨੂੰ, ਤਾਂ ਕਿ ਲੋਕ ਇਹਨਾਂ ਲਈ ਉਹ ਜਿਹੜੀ ਵੋਟਿੰਗ ਨਾ ਕਰ ਸਕਣ, ਇਹਨਾਂ ਨੂੰ ਨੇਤਾ ਨਾ ਬਣਾ ਦੇਣ, ਇਹਨਾਂ ਨੂੰ ਕਿਉਂਕਿ ਪਾਵਰ ਤਾਂ ਲੋਕਾਂ ਕੋਲ ਹੀ ਹੈਗੀ। ਬਿਲਕੁਲ ਸਹੀ ਆ। ਹੁਣ ਦੇਖੋ ਆਪਾਂ ਦੋ ਲੇਡੀਜ਼ ਦੀ ਗੱਲ ਕੀਤੀ ਹੈ, ਪਹਿਲਾਂ ਦ੍ਰੋਪਦੀ ਮੁਰਮੂ ਜੋ ਸਾਡੇ ਰਾਸ਼ਟਰਪਤੀ ਨੇ, ਉਹਨਾਂ ਦੀ ਗੱਲ ਕੀਤੀ ਹੈ ਜੋ 25 ਜੁਲਾਈ ਨੂੰ ਸਹੁੰ ਚੁੱਕਣਗੇ, ਉਹਨਾਂ ਦੀ ਗੱਲ ਕਰ ਚੁੱਕੇ ਹਾਂ ਆਪਾਂ। ਦੂਜੀ ਗੱਲ ਹੈ ਕਿ ਆਦਿਵਾਸੀ ਕਿ ਬਹੁਤ ਪਛੜੇ ਏਰੀਆ ਚੋਂ ਬਿਲੋਂਗ ਕਰਦੇ ਆ ਔਰ ਉਹਨਾਂ ਨੇ ਕੰਮ ਬਹੁਤ ਕੀਤੇ ਆ, ਪੜ੍ਹੇ ਲਿਖੇ ਵੀ ਆ ਔਰ ਉਹਨਾਂ ਨੇ ਜਨਤਾ ਲਈ ਕੁਝ ਕੀਤਾ ਤੇ ਲੋਕਾਂ ਨੇ ਹੰਗਾਰਾ ਭਰਿਆ ਦਾ, ਜਨਤਾ ਨੇ ਹੰਗਾਰਾ ਭਰਿਆ ਇਹਨਾਂ ਨੂੰ, ਕਿਉਂਕਿ ਇਹ ਤੁਸੀਂ ਕਿਹਾ ਵੀ ਦੂਜੀ ਔਰਤ ਜਿਹੜੇ ਰਾਸ਼ਟਰਪਤੀ ਬਣੀ ਹੈ। ਔਰ 15ਵੀਂ ਜਦੋਂ ਤੱਕ ਸਾਡਾ ਜਿਹੜਾ ਅੰਮ੍ਰਿਤ ਮਹਾਉਤਸਵ ਵੀ ਮਨਾਇਆ ਜਾ ਰਿਹਾ, 15 5 75 ਹੋ ਗਿਆ, 75 ਜਿਹੜਾ ਬਣ ਗਿਆ 75 ਸਾਲ ਹੋ ਗਿਆ ਔਰ ਉਧਰੋਂ ਇਹ ਆਜ਼ਾਦੀ ਦਾ ਦਿਵਸ ਵੀ ਮਨਾਇਆ ਜਾ ਰਿਹਾ, ਉਧਰੋਂ ਰਾਸ਼ਟਰਪਤੀ ਵੀ ਸਾਡੇ ਆ ਗਏ ਨੇ। ਮੈਂ ਇਹ ਗੱਲ ਕਰ ਰਿਹਾ ਸੀ ਕਿ ਪਹਿਲਾਂ ਆਪੇ ਗੱਲ ਕੀਤੀ ਹੈ ਜੋ ਫਸਟ ਲੇਡੀ ਨੇ ਇੰਡੀਆ ਦੀ ਦ੍ਰੋਪਦੀ ਮੁਰਮੂ ਜੋ 25 ਤਰੀਕ ਨੂੰ ਫਸਟ ਲੇਡੀ ਬਣਨਗੇ, ਔਰ ਦੂਜੀ ਆਪਾਂ ਗੱਲ ਕੀਤੀ ਹੈ ਜੋ ਪਾਰਟੀ ਪ੍ਰਧਾਨ ਕਾਂਗਰਸ ਦੇ ਨੇ ਮਿਸਿਸ ਸੋਨੀਆ ਗਾਂਧੀ ਜੀ। ਹੁਣ ਦੋਵਾਂ ਲੇਡੀਜ਼ ਦੀ ਆਪਾਂ ਗੱਲ ਕੀਤੀ ਹੈ ਔਰ ਨਾਲ ਆਪਾਂ ਨਾਰੀ ਸਸ਼ਕਤੀਕਰਨ ਦੀ ਵੀ ਗੱਲ ਕਰਦੇ ਹਾਂ, ਵੂਮਨ ਐਮਪਾਵਰਮੈਂਟ ਦੀ ਵੀ ਗੱਲ ਕਰਦੇ ਹਾਂ, ਪਰ ਨਾਲ ਕਾਨੂੰਨ ਹੈ, ਕਾਨੂੰਨ ਦੀ ਪ੍ਰਕਿਰਿਆ ਹੈ, ਉਹ ਵੀ ਨਾਲ ਦੇ ਨਾਲ ਚੱਲਦਾ ਪਿਆ। ਹੁਣ ਆਪਾਂ ਅੱਗੇ ਵਧਾਂਗੇ ਤੇ ਭਗਵੰਤ ਮਾਨ ਸਾਹਿਬ ਅੱਜ ਕੱਲ ਹਸਪੀਟਲ ਵਿੱਚ ਨੇ। ਜੀ ਜੀ, ਥੋੜਾ ਜਿਹਾ ਤਬੀਅਤ ਖਰਾਬ ਹੈ, ਕਹਿੰਦੇ ਨੇ ਕਿ ਪੇਟ ਦੇ ਵਿੱਚ ਇਨਫੈਕਸ਼ਨ ਕਰਕੇ ਉਹਨਾਂ ਨੂੰ ਹਸਪੀਟਲ ਅਪੋਲੋ ਸ਼ਾਇਦ ਅਪੋਲੋ ਹਸਪੀਟਲ ਦੇ ਵਿੱਚ ਨੇ। ਸੋ ਦਿੱਲੀ ਦੇ ਵਿੱਚ ਇਹ ਨਾ ਭਗਵੰਤ ਮਾਨ ਜੀ ਨੇ ਕੁਝ ਵਿਆਹ ਦੇ ਵਿੱਚ ਜ਼ਿਆਦਾ ਤਾਂ ਨਹੀਂ ਖਾ ਪੀ ਲਿਆ, ਥੋੜਾ ਬਹੁਤ ਇਹ ਵੀ ਹੋ ਸਕਦਾ ਕਿ ਵੱਡਾ ਖਾਣਾ ਔਰ ਚੰਗਾ ਸਪਾਈਸੀ ਫੂਡ ਔਰ ਸਹੁਰੇ ਘਰ ਵੀ ਗਏ ਔਰ ਬੜਾ ਵਧੀਆ ਖਾਣਾ ਹੁੰਦੇ ਆ। ਫਿਰ ਕਈ ਵਾਰੀ ਬਹੁਤ ਲੋਕ ਵੀ ਪਰੋਸਦੇ ਆ ਖਾਣਾ, ਉਹਦੇ 'ਚ ਵੀ ਹੁੰਦਾ ਹੈਵੀਨੈਸ ਹੁੰਦੀ ਆ ਫੂਡ ਦੀ, ਪਰ ਕਈ ਵਾਰੀ ਤਬੀਅਤ ਦਾ ਤਾਂ ਪਤਾ ਨਹੀਂ ਕਿਹੜੇ ਵੇਲੇ ਇਨਸਾਨ ਦੀ ਖਰਾਬ ਹੋ ਸਕਦੀ। ਤੁਸੀਂ ਮਤਲਬ ਇਹ ਉਹਨਾਂ ਦੀ ਤਬੀਅਤ ਨੂੰ ਲੈ ਕੇ ਥੋੜਾ ਲਾਈਟ ਮੂਡ ਕਰਦੇ ਪਏ ਹੋ, ਖਾਤਰ ਜ਼ਿਆਦਾ ਹੋ ਗਈ ਆ। ਉਹ ਵੀ ਬੜੇ ਹਾਸੇ ਵਾਲੀਆਂ ਗੱਲਾਂ ਕਰਦੇ ਸੀ, ਬੜੀਆਂ ਗੱਲਾਂ ਦੇ ਵਿੱਚ ਹਾਸਾ ਬਖੇਰ ਦਿੰਦੇ ਸੀ ਔਰ ਕਮੇਡੀਅਨ ਰਹੇ ਬਹੁਤ ਅੱਛੇ। ਔਰ ਹੋ ਸਕਦਾ ਕਿ ਚਲੋ ਤਬੀਅਤ ਤਾਂ ਰਹੀ ਖਰਾਬ ਤਾਂ ਗਏ ਹੀ ਆ, ਪਰ ਸਾਡੇ ਵੱਲੋਂ ਵੀ ਕੋਈ ਲਾਈਟ ਜੀ ਗੱਲ ਹੈਗੀ ਕਿ ਉਦੋਂ ਖਾਣ ਪੀਣ ਨਾਲ ਵੀ ਥੋੜਾ ਬਹੁਤ ਹੋ ਜਾਂਦਾ। ਚਲੋ ਕਈ ਵਾਰੀ ਖੁਸ਼ੀ 'ਚ ਵੀ ਬੰਦਾ ਖੀਵਾ ਆ ਜਾਂਦਾ ਔਰ ਜ਼ਿਆਦਾ ਖਾ ਪੀ ਲੈਂਦਾ ਜ਼ਿਆਦਾ ਖਾ। ਚਲੋ ਇਹ ਖਾਣ ਪੀਣ ਦੀ ਗੱਲ ਹੋ ਗਈ। ਚਲੋ ਪਰਮਾਤਮਾ ਉਹਨਾਂ ਨੂੰ ਸਿਹਤ ਬਖਸ਼ੇ, ਠੀਕ ਹੋ ਕੇ ਆਉਣ ਔਰ ਮੁੜ ਤੋਂ ਆਪਣਾ ਕੰਮ ਸੰਭਾਲਣ। ਸੀਐਮ ਨੇ ਪੰਜਾਬ ਦੇ ਤੇ ਨਾਲ ਉਹਨਾਂ ਨੇ ਸੀਐਮ ਹੋਣ ਦੇ ਨਾਤੇ ਪੰਜਾਬ ਦੇ ਇਹ ਗੱਲ ਵੀ ਕਹੀ ਹੈ ਕਿ ਮੈਂ ਆਪਣੀ ਸਟੇਟ ਨੂੰ ਫ੍ਰੀ ਕਰਾਂਗਾ ਗੈਂਗਸਟਰਸ ਤੋਂ ਤੇ ਡਰੱਗਸ ਤੋਂ, ਇਹ ਦੋਵਾਂ ਚੀਜ਼ਾਂ ਤੋਂ ਫ੍ਰੀ ਕਰ ਦੇਵਾਂਗਾ। ਗੈਂਗਸਟਰਸ ਦੇ ਨਾਲ ਇਹ ਵੀ ਆ ਗਏ ਜਿਹਨੂੰ ਆਪਾਂ ਰੋਜ਼ ਹੀ ਮਾਫੀਆ ਕਰਕੇ ਗੱਲਾਂ ਕਰਦੇ ਆ, ਉਹ ਵੀ ਨਾਲ ਹੀ ਰਲਵੀ ਮਿਲਵੀ ਗੱਲ ਹੋ ਗਈ ਤੇ ਨਾਲ ਨਸ਼ਾ ਤਸਕਰ ਹੋ ਗਏ ਤੇ ਭ੍ਰਸ਼ਟਾਚਾਰ ਦੀ ਤੇ ਗੱਲ ਪਹਿਲਾਂ ਹੀ ਹੁੰਦੀ ਰਹਿੰਦੀ ਹੈ, ਹਰ ਰੋਜ਼ ਹੁੰਦੀ ਰਹਿੰਦੀ ਹੈ। ਹੁਣ ਇਹ ਪਤਾ ਨਹੀਂ ਕਿੰਨੇ ਕਾਮਯਾਬ ਹੋਣਗੇ ਇਸ ਕੰਮ ਦੇ ਵਿੱਚ, ਕਿਉਂਕਿ ਭ੍ਰਸ਼ਟਾਚਾਰ ਮੁਕਤ ਰੌਲਾ ਦਾ ਜ਼ਰੂਰ ਪਾਇਆ ਹੋਇਆ, ਐਡਵਰਟਾਈਜ਼ਮੈਂਟਸ ਵੀ ਚੱਲਦੀਆਂ ਪਈਆਂ ਨੇ, ਪਰ ਕਿੰਨਾ ਕੁ ਭ੍ਰਸ਼ਟਾਚਾਰ ਮੁਕਤ ਹੋ ਗਏ ਆ ਇਹ ਸਾਨੂੰ ਵੀ ਪਤਾ ਹੈ, ਅਸਲੀਅਤ ਕੀ ਹੈ ਸਾਨੂੰ ਸਭ ਨੂੰ ਪਤਾ। ਠੀਕ ਉਸੇ ਤਰ੍ਹਾਂ ਨਸ਼ਾ ਮੁਕਤ ਕਰਵਾਉਣ ਵਾਸਤੇ ਬਹੁਤ ਦੇਰ ਤੋਂ ਮੁਹਿੰਮਾਂ ਚੱਲੀਆਂ, ਪਰ ਕੋਈ ਵੀ ਨੇਪਰੇ ਨਹੀਂ ਛੜੀ, ਕੋਈ ਵੀ ਸਫਲ ਨਹੀਂ ਹੋਏ। ਗੈਂਗਸਟਰਸ ਵੀ ਬਹੁਤ ਪੁਰਾਣੇ ਚੱਲਦੇ ਪਏ ਨੇ, ਕਹਿੰਦੇ ਨੇ ਸ਼ਾਇਦ 1990 ਤੋਂ ਹੀ ਇਹ ਚੱਲਣੇ ਸ਼ੁਰੂ ਹੋ ਗਏ ਸੀ, ਪੁਰਾਣੀ ਗੱਲ ਜ਼ਿਆਦਾ ਪਾਵਰਫੁਲ ਹੋ ਗਏ ਨੇ। ਸੋ ਇਹ ਕਿਵੇਂ ਨੱਥ ਪਾਉਣਗੇ, ਕਿਵੇਂ ਸਮੇਟਣਗੇ ਇਹ ਸਾਰੇ ਕਾਰੋਬਾਰ ਜੋ ਇਹਨਾਂ ਦੇ ਚੱਲਦੇ ਪਏ ਨੇ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਨੈਟਵਰਕ ਬਣਿਆ ਹੋਇਆ ਹੈ, ਇਹ ਮਾਨ ਸਾਹਿਬ ਕੀ ਕਰਨਗੇ ਸਮਝ ਨਹੀਂ ਆ ਰਿਹਾ ਕਿ ਕੀ ਇਹਨਾਂ ਦੀ ਪਲੈਨਿੰਗ ਹੈ। ਆ ਦੇਖੋ ਜਦੋਂ ਕੁਰਸੀ ਤੇ ਬੈਠਦੇ ਆ ਜ਼ਿੰਮੇਵਾਰੀ ਆਉਂਦੀ ਆ ਔਰ ਬੜਾ ਸੋਚਣਾ ਪੈਂਦਾ, ਡੂੰਘਾ ਸੋਚਣਾ ਪੈਂਦਾ ਔਰ ਇਹਨਾਂ ਨੇ ਕਮਰ ਕੱਸਾ ਤੇ ਕੀਤਾ ਔਰ 3 ਮਹੀਨੇ 'ਚ ਕੁਝ ਨਾ ਕੁਝ ਆਊਟਪੁੱਟ ਦਿੱਤੀ ਆ, ਪਰ ਉਹਦੇ ਬਾਵਜੂਦ ਬੜਾ ਕੁਝ ਹੋਇਆ ਵੀ ਆ। ਰਹੀ ਗੱਲ ਜਿਹੜਾ ਡਰੱਗ ਮਾਫੀਆ, ਇਹਦੇ 'ਚ ਬੜਾ ਕੁਝ ਹੋਇਆ ਔਰ ਉਹਦੇ 'ਚ ਕੋਈ ਕੰਟਰੋਲ ਅਜੇ ਤੱਕ ਨਹੀਂ ਹੋਇਆ। ਤਸਕਰੀ ਉਸੇ ਤਰ੍ਹਾਂ ਚੱਲ ਰਹੇ ਨੇ, ਪਿੰਡਾਂ 'ਚ ਵੀ ਉਸੇ ਤਰ੍ਹਾਂ ਵਿਕ ਰਿਹਾ, ਪਰ ਪੁਲਿਸ ਨੇ ਸਕੰਜਾ ਤਾਂ ਜ਼ਰੂਰ ਕੱਸਿਆ
ਤੇ ਉਹਦੇ 'ਚ ਗੈਂਗਸਟਰ ਜਿਹੜੇ ਉਹ ਕਾਫੀ ਵਧੇ ਆ, ਉਹਦੇ 'ਚ ਆਏ ਆ ਗੈਂਗਸਟਰ ਜਿਹੜੇ ਗਰੁੱਪ ਬਣ ਗਏ ਆ, ਔਰ ਬਾਰਡਰ ਤੋਂ ਵੀ ਫੜੇ ਜਾ ਰਹੇ ਆ, ਪਾਕਿਸਤਾਨ 'ਚ ਵੀ ਨਿਕਲ ਜਾਂਦੇ ਆ, ਹਥਿਆਰ ਵੀ ਨਵੇਂ ਲਿਆ ਰਹੇ ਆ, AK-47 ਕਈ ਫੜੀਆਂ ਗਈਆਂ, ਉਹਦੇ 'ਚ ਪਿਸਟਲ ਵੀ ਆ, ਔਰ ਉਹਦੇ 'ਚ ਇਹ ਵੀ ਹੈਗਾ। ਪਰ ਹੁਣ ਇਹਦੇ 'ਚ ਦੇਖੋ ਮੁੱਖ ਮੰਤਰੀ ਇਕੱਲਾ ਤਾਂ ਉਹਦੇ ਲਈ ਕਰਨਾ ਬੜਾ ਦੂਰ ਦੀ ਗੱਲ, ਔਰ ਉਹਦੇ 'ਚ ਜੇ ਲੋਕਾਂ ਦਾ ਸਹਿਯੋਗ ਹੋਵੇ, ਜਿੱਦਾਂ ਹੁਣ ਉਹਨੇ ਟਾਸਕ ਫੋਰਸ ਬਣਾਈਆਂ ਪੰਜਾਬ ਪੁਲਿਸ 'ਚ, ਇੱਦਾਂ ਦੀਆਂ ਟੁਕੜੀਆਂ ਬਣਾਈਆਂ ਜਿਹੜੀਆਂ ਦਾ ਖਾਸ ਕੰਮ ਇਹੋ ਹੀ ਹੋਊਗਾ। ਪੰਜਾਬ ਪੁਲਿਸ ਵੀ ਸਤਰਕ ਆ, CRP ਵੀ ਆ, BSF ਵੀ ਆ, ਬਿਲਕੁਲ ਸਹੀ ਗੱਲ ਹੈ। ਫੋਰਸਾਂ ਦਾ ਤਾਂ ਕੰਮ ਇਹੋ ਹੀ ਆ ਕਿ ਉਹਨਾਂ ਨੇ ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ, ਉਹਦੇ ਵੱਲੋਂ ਤਾਂ ਇੱਕ ਹੁਕਮ ਹੁੰਦਾ, ਉਹਦੇ ਵੱਲੋਂ ਇੱਕ ਮਾਰਗਦਰਸ਼ਨ ਹੁੰਦਾ, ਉਹਦੇ ਵੱਲੋਂ ਲੋਕਾਂ ਨੂੰ ਕਹਿਣਾ ਹੁੰਦਾ। ਜੇ ਹੁਣ ਗਲੀ ਗੁਆਂਢ ਹੀ ਨਹੀਂ ਕੰਮ ਆਕੇ ਲੱਗੂਗਾ, ਜੇ ਸਰਪੰਚ ਹੀ ਆਕੇ ਨਹੀਂ ਲੱਗੂਗਾ, ਜੇ ਪੰਚਾਇਤਾਂ ਹੀ ਮੂੰਹ ਨੂੰ ਉਧਰ ਕਰ ਲੈਣਗੀਆਂ ਤੇ ਸਾਰਾ ਕੰਟਰੋਲ ਨਹੀਂ ਹੋਏਗਾ। ਇਹ ਐਕਚੁਅਲੀ ਸੋਸ਼ਲ ਪ੍ਰੋਬਲਮ ਹੈ। ਜਸ ਇਹ ਪੈਦਾ ਕਿਉਂ ਹੁੰਦੇ ਨੇ ਗੈਂਗਸਟਰਸ? ਇਹ ਨਸ਼ਾ ਕਿੱਥੋਂ ਆ ਜਾਂਦਾ ਹੈ? ਨਸ਼ਾ ਤੇ ਗੈਂਗਸਟਰਸ ਦੋਵਾਂ ਦਾ ਕਨੈਕਸ਼ਨ ਹੈ। ਹਾਂ, ਜਿਹੜੇ ਨਸ਼ੇ ਤੋਂ ਪੈਸੇ ਬਣਨਗੇ, ਮੁਨਾਫਾ ਹੋਏਗਾ, ਉਸ ਦੇ ਨਾਲ ਗੈਂਗਸਟਰਸ ਪਾਲੇ ਜਾਣਗੇ। ਪਰ ਇਹ ਨੈਟਵਰਕ ਦੇ ਪਿੱਛੇ ਹੈ ਕੌਣ? ਕੁਝ ਲੋਕ ਕਹਿੰਦੇ ਨੇ ਕਿ ਪੋਲੀਟੀਕਲ, ਕੁਝ ਲੋਕ ਕਹਿੰਦੇ ਨੇ ਕਿ ਬੜੇ ਬੜੇ ਬਿਜ਼ਨਸਮੈਨ ਗਰੁੱਪ, ਤੇ ਨਾਲ ਬਿਊਰੋਕ੍ਰੇਸੀ ਵੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ 3 ਜਾਣਿਆਂ ਦਾ ਇੱਕ ਗੱਠ ਜੋੜ ਹੈ, ਜੋ ਮਿਲ ਕੇ ਇਹਨਾਂ ਗੈਂਗਸਟਰਸ ਨੂੰ ਪਾਲਦੇ ਨੇ ਔਰ ਇਸਤੇਮਾਲ ਕਰਦੇ ਨੇ। ਕਿਉਂਕਿ ਕਈ ਤਰ੍ਹਾਂ ਦੇ ਇਦਾਂ ਦੇ ਕੰਮ ਨੇ ਜਿਹੜੇ ਲੀਗਲ ਤਰੀਕੇ ਨਾਲ ਨਹੀਂ ਹੋ ਸਕਦੇ, ਉਹ ਆਪਣੇ ਇਲੀਗਲ ਕੰਮ ਇਸ ਤਰ੍ਹਾਂ ਕਰਵਾਉਂਦੇ ਨੇ। ਔਰ ਇਹ ਗੱਲ ਸ਼ੁਰੂ ਹੁੰਦੀ ਹੈ ਸਟੂਡੈਂਟ ਪੋਲਿਟਿਕਸ ਤੋਂ, ਕਾਲਜ ਦੇ ਵਿੱਚ। ਉੱਥੇ ਦੇਖਿਆ ਜਾਂਦਾ ਕਿ ਕਿੰਨਾਂ ਦੇ ਅੰਦਰ ਉਹ ਚਿਣਗ ਹੈਗੀ ਹੈ, ਇੱਕ ਪੱਗ ਹੈਗੀ ਹੈ, ਉਹਨਾਂ ਨੂੰ ਅਸੀਂ ਤਿਆਰ ਕਰ ਸਕਦੇ ਹਾਂ ਆਪਣੇ ਤਰੀਕੇ ਦੇ ਨਾਲ। ਮਾਹਿਰ ਹੀ ਮੰਨਦੇ ਨੇ ਕਿ ਸਟੂਡੈਂਟ ਪੋਲਿਟਿਕਸ ਤੋਂ ਉਹ ਬੱਚੇ, ਉਹ ਸਟੂਡੈਂਟਸ, ਉਹ ਯੰਗ ਜਨਰੇਸ਼ਨ ਚੁੱਕੀ ਜਾਂਦੀ ਹੈ, ਇਹਨਾਂ ਦਾ ਇਸ ਤਰ੍ਹਾਂ ਨਾਲ ਮਾਈਂਡ ਵਾਸ਼ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਲਾਈਮ ਲਾਈਟ 'ਚ ਲਿਆਂਦਾ ਜਾਂਦਾ ਹੈ। ਔਰ ਉਸ ਉਮਰ ਦੇ ਵਿੱਚ ਲਾਈਮ ਲਾਈਟ ਬਹੁਤ ਵਧੀਆ ਲੱਗਦੀ ਹੈ ਔਰ ਉਹਨਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਨੇ ਕਿ ਸਾਡੇ ਪਿੱਛੇ ਪੋਲੀਟੀਕਲ ਪਾਵਰ ਹੈਗੀ, ਅਸੀਂ ਕੁਝ ਵੀ ਕਰ ਸਕਦੇ ਹਾਂ। ਫਿਰ ਕੁਝ ਅਜਿਹੀਆਂ ਗਲਤੀਆਂ ਉਹ ਕਰ ਬਹਿੰਦੇ ਨੇ ਜੋ ਉਹਨਾਂ ਦੀ ਕਮਜ਼ੋਰੀ ਬਣ ਜਾਂਦੀਆਂ ਨੇ, ਔਰ ਉਸ ਕਮਜ਼ੋਰੀ ਨੂੰ ਇਹ ਵੱਡੇ ਵੱਡੇ ਲੋਕ, ਜਿਹੜੇ ਸਿਆਸਤਦਾਨ ਕਹਿ ਲਓ, ਬਿਜ਼ਨਸਮੈਨ ਕਹਿ ਲਓ, ਬਿਊਰੋਕਰੇਟਸ ਕਹਿ ਲਓ, ਇਹ ਉਸ ਨੂੰ ਆਪਣੇ ਸ਼ਿਕੰਜੇ 'ਚ ਲੈਂਦੇ ਨੇ, ਉਹਨਾਂ ਕਮਜ਼ੋਰੀਆਂ ਦੇ ਨਾਲ ਉਹਨਾਂ ਨੂੰ ਫਿਰ ਅੱਗੇ ਇਸਤੇਮਾਲ ਕਰਦੇ ਨੇ। ਇਟਸ ਅ ਸੌਰਟ ਆਫ ਬਲੈਕਮੇਲਿੰਗ ਵੀ ਤੁਸੀਂ ਕਹਿ ਸਕਦੇ ਹੋ। ਇਹ ਜੋ ਤੁਹਾਨੂੰ ਮੈਂ ਸਾਰੀ ਗੱਲ ਸੁਣਾ ਰਿਹਾ, ਇਹ ਇੱਕ ਡਿਸਕਸ਼ਨ ਦੇ ਵਿੱਚ ਇੱਕ ਐਕਸਪਰਟ ਨੇ ਮੇਰੇ ਨਾਲ ਸਾਂਝੀ ਕੀਤੀ ਸੀ ਗੱਲ। ਮੈਂ ਉਸੇ ਗੱਲ ਨੂੰ ਦੁਹਰਾ ਰਿਹਾ ਤੁਹਾਡੇ ਨਾਲ ਕਿ ਟੋਟਲ ਦਾ ਟੋਟਲ ਨੈਟਵਰਕ ਹੈ ਨਾ, ਇਹ ਪਾਲਿਆ ਜਾਂਦਾ ਹੈ, ਤਿਆਰ ਕੀਤਾ ਜਾਂਦਾ ਹੈ, ਕਿਉਂਕਿ ਇਹਨਾਂ ਨੂੰ ਯੂਜ਼ ਕਰਨਾ ਹੁੰਦਾ ਹੈ ਆਪਣੇ ਮਕਸਦ ਲਈ ਵੱਡੇ ਵੱਡੇ ਲੋਕਾਂ ਨੇ। ਸੋ ਇਹ ਚੰਗੇ ਘਰਾਂ ਦੇ ਲੋਕ, ਇੰਟੈਲੀਜੈਂਟ ਲੋਕ, ਯੰਗ ਜਨਰੇਸ਼ਨ, ਜਿਹਨੂੰ ਜੇ ਸਹੀ ਰਾਹ ਤੇ ਪਾਇਆ ਜਾਵੇ ਤਾਂ ਇਹਨਾਂ ਵਿੱਚੋਂ ਕੋਈ ਵੀ ਸ਼ਹੀਦ ਆਜ਼ਮ ਭਗਤ ਸਿੰਘ ਵਰਗਾ ਹੋ ਸਕਦਾ ਹੈ, ਕੋਈ ਕਰਤਾਰ ਸਿੰਘ ਸਰਾਭੇ ਵਰਗਾ ਹੋ ਸਕਦਾ ਹੈ, ਪਰ ਨਹੀਂ, ਉਹਨਾਂ ਦੀ ਬ੍ਰੇਨ ਵਾਸ਼ਿੰਗ ਇਸ ਤਰ੍ਹਾਂ ਕੀਤੀ ਜਾਂਦੀ ਹੈ, ਉਹਨਾਂ ਦੀ ਸੋਚ ਇੰਨੀ ਲਿਮਿਟਿਡ ਕਰ ਦਿੱਤੀ ਜਾਂਦੀ ਹੈ ਕਿ ਉਹ ਇਸੇ ਚੀਜ਼ ਨੂੰ ਗਲੈਮਰ ਸਮਝਦੇ ਨੇ। ਫਿਲਮਾਂ 'ਚ ਦੇਖੋ, ਗੈਂਗਸਟਰਸ ਨੂੰ ਗਲੈਮਰਾਈਜ਼ ਕਰਕੇ ਪੇਸ਼ ਕੀਤਾ ਜਾਂਦਾ ਹੈ, ਗਾਣਿਆਂ 'ਚ ਪੇਸ਼ ਕੀਤਾ ਜਾਂਦਾ ਹੈ, ਔਰ ਉਸ ਏਜ 'ਚ ਕਹਿੰਦੇ ਨੇ ਪਤਾ ਨਹੀਂ ਇਹ ਕਿੱਡੀ ਵੱਡੀ ਗੱਲ ਹੈ। ਪਰ ਇਹ ਕੋਈ ਲਾਈਫ ਨਹੀਂ ਹੈ। ਤੁਸੀਂ ਥਾਂ ਥਾਂ ਦੇ ਉੱਤੇ ਤੁਰੇ ਫਿਰਦੇ ਹੋ, ਨਾ ਤੁਹਾਡਾ ਰੋਟੀ ਦਾ, ਨਾ ਤੁਹਾਡੇ ਪਾਣੀ ਦਾ, ਨਾ ਤੁਹਾਡੇ ਰਹਿਣ ਸੌਣ ਦਾ, ਕੋਈ ਤੁਹਾਡਾ ਚੱਜ ਦਾ ਕੋਈ ਪ੍ਰਬੰਧ ਨਹੀਂ ਹੈ। ਜ਼ਿੰਦਗੀ ਇੱਦਾਂ ਹੀ, ਔਰ ਤੁਸੀਂ ਇਹਨੂੰ ਐਡਵੈਂਚਰ ਸਮਝਦੇ ਹੋ ਕਿ ਜਿਵੇਂ ਹਿਮਾਲਿਆ ਤੇ ਨਿਕਲੇ ਹੋਏ ਹੋ ਕਾਰ ਰੈਲੀ ਦੇ ਉੱਤੇ, ਜਾਂ ਕਿਤੇ ਸਪੋਰਟਸ ਤੇ ਨਿਕਲੇ ਹੋਏ ਹੋ ਆਪਣੇ ਬਾਈਕਸ ਲੈ ਕੇ, ਇੱਦਾਂ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ। ਗੈਂਗਸਟਰਸ ਨੂੰ ਇਸ ਤਰ੍ਹਾਂ ਬ੍ਰੇਨ ਨੂੰ ਟ੍ਰੀਟਮੈਂਟ ਦੇ ਦਿੱਤਾ ਜਾਂਦਾ ਹੈ। ਇਹ ਮੰਨਦੇ ਨੇ ਸਾਈਕੋਲੋਜਿਸਟ ਮਾਹਿਰ, ਇਹ ਮੰਨਦੇ ਨੇ। ਹਾਂ, ਇਹਦੇ 'ਚ ਜਿਹੜੀ ਮੈਂ ਗੱਲ ਕਰ ਰਿਹਾ, ਇਹਦੇ 'ਚ ਸਾਈਕੋਲੋਜਿਸਟ ਜਾਂ ਬਾਕੀ ਜਿਹੜੇ ਦਾਨਸ਼ਮੰਦ ਜਾਂ ਜਿਹੜੇ ਸਿਆਣੇ ਲੋਕ ਨੇ, ਸੂਝਵਾਨ, ਉਹ ਕਹਿ ਰਹੇ ਨੇ ਕਿ ਜਿਹੜਾ ਗੈਂਗਸਟਰ ਆ, ਜਾਂ ਜਿਹੜਾ ਬਦਮਾਸ਼ੀ ਕਰਨਾ ਜਾਂ ਤੋੜ ਭੰਨ ਕਰਨੀ ਆ, ਜਾਂ ਜਵਾਨੀ ਜਦੋਂ ਇਸ ਪਾਸੇ ਨੂੰ ਤੁਰ ਪੈਂਦੀ ਹੈ, ਇਹਦੇ 'ਚ ਕਈ ਫੈਕਟਰ ਜਿਹਦੇ 'ਚ ਯੂਨੀਵਰਸਿਟੀਆਂ ਵਿੱਚੋਂ ਹੀ ਪੈਦਾ ਹੋ ਕੇ ਨਿਕਲ ਰਹੇ ਮੁੰਡੇ, ਕਾਲਜ ਤੋਂ ਸ਼ੁਰੂ ਹੁੰਦੇ ਆ, ਸਕੂਲਾਂ ਤੱਕ ਠੀਕ ਰਹਿੰਦੇ ਆ, ਫਿਰ ਜਦੋਂ ਥੋੜ੍ਹੇ ਜਿਹੇ ਜਵਾਨ ਹੋ ਜਾਂਦੇ ਆ, ਪਰ ਲੱਗ ਜਾਂਦੇ ਉੱਡਣ ਦੇ, ਫਿਰ ਉਹ ਐਸੇ ਅਸਮਾਨ ਚੁੱਟਦੇ ਆ, ਕਿਉਂਕਿ ਉਹਨਾਂ ਦਾ ਮਾਰਗਦਰਸ਼ਨ ਠੀਕ ਨਹੀਂ ਹੁੰਦਾ। ਇਸ ਕਰਕੇ ਉਹਨਾਂ ਨੂੰ ਨਹੀਂ ਦੱਸਿਆ ਜਾਂਦਾ ਕਿ ਇਹਨੇ ਕੀ ਕਰਨਾ, ਕਿਉਂਕਿ ਉੱਥੇ ਪ੍ਰੋਫੈਸਰ ਸਾਹਿਬਾਨ ਨੂੰ ਇਸ ਤਰ੍ਹਾਂ ਦੀ ਪੜ੍ਹਾਈ ਕਰਦੇ ਆ, ਜਦੋਂ ਕਿ ਕਿਤਾਬੀ ਭਾਸ਼ਾ ਹੈਗੀ, ਉਹਦੇ 'ਚ ਕਿਤਾਬੀ ਥਿਊਰੀ ਆ, ਪੜ੍ਹ ਕੇ ਨਿਕਲ ਜਾਂਦੇ। ਔਰ ਇਹਦੇ 'ਚ ਜਿਹੜੀਆਂ ਗੱਲਾਂ ਨੇ, ਇਹ ਜਦੋਂ ਪੈਦਾਵਾਰ ਹੋ ਜਾਂਦੀ ਹੈ, ਇਹਦੇ 'ਚ ਇੱਕ ਤਾਂ ਸਭ ਤੋਂ ਵੱਡੀ ਬੇਰੁਜ਼ਗਾਰੀ। ਜਦੋਂ ਉਹ ਵਿਹਲਾ ਮਨ ਸ਼ੈਤਾਨ ਦਾ ਚਰਖਾ ਤਾਂ ਬਣੂਗਾ ਹੀ ਬਣੂਗਾ। ਜਦੋਂ ਉਹਨੇ ਡਿਗਰੀ ਕਰ ਲਈ, ਪੋਸਟ ਗ੍ਰੈਜੂਏਸ਼ਨ ਕਰ ਲਈ, ਜਦੋਂ ਇੱਧਰ ਆ ਗਿਆ ਪੰਜਾਬ 'ਚ, ਜਦੋਂ ਅਪਲਾਈ ਕੀਤਾ ਕਿਤੇ ਕੁਝ ਨਹੀਂ ਆ ਗਿਆ, ਜਦੋਂ ਫਿਰ PhD ਕਰ ਰਹੇ ਆ, ਕਈ M.Tech ਕਰਕੇ ਆ ਰਹੇ ਮੁੰਡੇ, ਉਹ ਯੂਨੀਵਰਸਿਟੀਆਂ 'ਚੋਂ ਨਿਕਲ ਕੇ ਮੁੰਡੇ ਵੀ ਇਸ ਪਾਸੇ ਨੂੰ ਆ ਜਾਂਦੇ ਆ। ਬੇਰੁਜ਼ਗਾਰੀ ਸਭ ਤੋਂ ਵੱਡੀ ਹੈ। ਔਰ ਦੂਜੀ ਖੇਤੀਬਾੜੀ ਇਹ ਕਰਦੇ ਨੇ, ਜਿਹੜਾ ਕੰਮ ਆਪਣੇ ਆਪ ਨੂੰ ਬੰਦਾ ਮਨ ਨੂੰ ਮਸਰੂਫੀਅਤ ਰੱਖੂਗਾ, ਨਹੀਂ ਵਿਗੜੂਗਾ। ਹਾਂਜੀ, ਹੈ ਨਾ। ਜੇ ਟਰੈਕਟਰ ਸੀ ਪਹਿਲਾਂ ਚਲਾਉਂਦੇ ਸੀ, ਟਰੈਕਟਰ ਆਪ ਨਹੀਂ ਚਲਾ ਰਹੇ, ਹਲ ਖਤਮ ਹੋ ਗਏ। ਔਰ ਇਸੇ ਕਰਕੇ ਜਦੋਂ ਕੰਮ ਖਤਮ ਹੋ ਗਏ, ਕਿਰਤ ਖਤਮ ਹੋ ਗਈ, ਤੇ ਇਸ ਪਾਸੇ ਵੱਲ ਨੂੰ ਆ ਗਿਆ ਕਿ ਕਦੋਂ ਛੇਤੀ ਤੋਂ ਛੇਤੀ ਪੈਸਾ ਜੇਬ 'ਚ ਆ ਜਾਏ, ਵਾਈਟ ਕਾਲਰ ਨਾਲ ਪੈਸਾ ਸਾਨੂੰ ਮਿਲ ਜੇ। ਇਹ ਸੁੱਖ ਰਹਿਣ ਦਾ ਪੈਸਾ ਲੈ ਰਹੇ ਆ, ਜਿਹਦੇ 'ਚ
ਹੁਣ ਆ ਥੋੜ੍ਹੇ ਮੁੰਡੇ ਫੜਿਆ ਜਿਸ 'ਚ ਖਾਲਿਸਤਾਨ ਦੇ ਬਾਰੇ ਲਿਖਿਆ ਸੀ ਉਹਨਾਂ ਨੇ, ਜਿਹਦੇ 'ਚ ਉਹ ਮੁੰਡੇ ਮੰਨੇ ਆ, ਮਨਜੀਤ ਸਿੰਘ ਉਹ ਮੰਨਿਆ ਕਿ ਅਸੀਂ ਪੈਸਾ ਲੈ ਰਹੇ ਸੀ। ਹੁਣ ਉਹ ਕੀ ਕਹਿੰਦਾ, ਮੈਂ ਪੜ੍ਹਿਆ ਸੀਗਾ, ਮੈਨੂੰ ਕੁਝ ਮਿਲਦਾ ਨਹੀਂ ਸੀਗਾ। ਔਰ ਗਊਸ਼ਾਲਾ ਔਰ ਜਦੋਂ ਇੱਧਰ ਜਲੰਧਰ ਦੇ ਰੋਡ 'ਤੇ ਉਹਨਾਂ ਨੇ ਕਈ ਥਾਂ ਲਿਖਿਆ ਉਹਨਾਂ ਨੇ। ਔਰ ਉਹ ਇਹ ਗੱਲ ਕਿਉਂ ਹੁੰਦੀ ਹੈ, ਇਸੇ ਕਰਕੇ ਹੁੰਦੀ ਹੈ। ਨਸ਼ਿਆਂ 'ਚ ਕਿਉਂ ਗਲਤਾਨ ਹੋ ਗਏ, ਨਸ਼ਿਆਂ ਦੇ ਵਿੱਚ ਕਿਉਂ ਫਸ ਗਏ। ਤੁਸੀਂ ਇਸ ਗੱਲ ਨੂੰ ਇੱਥੇ ਰੋਕ ਕੇ ਤੇ 30 ਸਾਲ ਪਿੱਛੇ ਨੂੰ ਚੱਲ ਜਾਓ, 25 ਸਾਲ ਪਿੱਛੇ ਚੱਲ ਜਾਓ, ਉਹ ਯੁੱਗ ਦੇਖੋ। ਉਦੋਂ ਦਾ ਜਵਾਨ ਕੋਈ ਗੈਂਗਸਟਰ ਨਹੀਂ ਸੀ, ਕੋਈ ਬਦਮਾਸ਼ ਨਹੀਂ ਸੀ, ਕੋਈ ਗੁੰਡਾ ਨਹੀਂ ਸੀਗੇ। ਆਰਮੀ 'ਚ ਅਫਸਰ ਜਾਂਦੇ ਸੀ, ਪੁਲਿਸ ਦੇ ਵਿੱਚ ਅਫਸਰ ਬਣੇ ਆ ਜਿਹੜੇ ਇਸ ਵੇਲੇ ਰਿਟਾਇਰਡ ਨੇ ਲੋਕ। ਉਹ 30 ਸਾਲ ਜਾਂ 25 ਸਾਲ ਨੌਕਰੀ ਜਿਹੜੇ ਉਹਨਾਂ ਨੇ ਕਰਕੇ ਵਾਪਸ ਆ ਕੇ ਸਾਰੇ ਆਫੀਸਰ ਸੀਗੇ ਔਰ ਪਿੰਡਾਂ 'ਚੋਂ ਪੜ੍ਹ ਕੇ ਆਏ ਆ, ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਆਏ। ਹੁਣ ਜਦੋਂ ਸਹੂਲਤਾਂ ਇਹਨਾਂ ਜ਼ਿਆਦਾ ਦੇਤੀਆਂ, ਸਟਰਗਲਿੰਗ ਕੀਤੀ ਕੁਛ ਨਹੀਂ, ਇਹਨਾਂ ਨੇ ਸੰਘਰਸ਼ ਕੀਤਾ ਕੁਛ ਨਹੀਂ ਹੈਗਾ, ਉਹ ਗੱਲ ਹੈਗੀ। ਹੁਣ ਜੇ ਭਗਵੰਤ ਮਾਨ ਜੀ ਦਾ ਇੱਕ ਵੱਡਾ ਬਿਆਨ ਹੈਗਾ ਕਿ ਅਸੀਂ ਇਹਦੇ 'ਤੇ ਰੋਕਾਂਗੇ, ਕਰਾਂਗੇ, ਔਰ ਉਹਨਾਂ ਨੇ ਡਾਇਰੈਕਟਰ ਜਨਰਲ ਪੁਲਿਸ ਬਦਲੇ ਨੇ, ਗੌਰਵ ਯਾਦਵ ਜੀ ਆ ਗਏ ਨੇ ਉੱਥੇ। ਉਹਨਾਂ ਨੇ ਇੱਕਦਮ ਫੌਰੀ ਤੌਰ 'ਤੇ ਤਲਾਸ਼ੀ ਲਈ ਪੂਰੇ ਪੰਜਾਬ ਦੇ ਪਿੰਡਾਂ ਦੀ, ਘਰਾਂ ਦੀ, ਕੰਧਾਂ ਟੱਪ ਕੇ ਅੰਦਰ ਵੜੇ ਆ। ਕੁਛ ਨਹੀਂ ਮਿਲਿਆ, ਕੀ ਕੁਛ ਹੋਊਗਾ, ਘਰਾਂ 'ਚ ਕੁਛ ਨਹੀਂ ਹੈਗਾ। ਜਿੱਥੇ ਹੈਗਾ ਵਾ ਉਹਨਾਂ ਨੇ ਆਪਣੇ ਬਣਾਏ ਆ, ਡੇਰੇ ਬਣਾਏ, ਆਪਣਾ ਉੱਥੇ ਬਣਾਇਆ ਸਟੋਰ, ਸਾਰਾ ਕੁਛ ਹੈਗਾ। ਪੰਜਾਬ ਦੇ ਵਿੱਚੋਂ ਨਿਕਲਦੇ ਪੰਜਾਬ ਦੇ ਵਿੱਚ ਹੀ ਸਮਾ ਜਾਂਦੇ ਆ, ਇਸੇ ਤਰ੍ਹਾਂ ਹੈਗਾ। ਕਿਉਂਕਿ ਬਾਹਰ BSF ਹੈਗੀ ਹੈ, BSF ਦੇ ਵਿੱਚੋਂ ਜੇ ਅਸੀਂ ਨਸ਼ੇ ਦੀ ਗੱਲ ਕਰਦੇ, ਨਸ਼ਾ ਆ ਰਿਹਾ ਵਾਇਆ ਰਾਜਸਥਾਨ ਆ ਰਿਹਾ ਜਾਂ ਇੱਧਰ ਦੀ ਆ ਰਿਹਾ, BSF ਦਾ ਕੋਈ ਕੰਟਰੋਲ ਨਹੀਂ ਹੋ ਰਿਹਾ, ਕਿੱਧਰ ਦੀ ਆ ਰਿਹਾ। ਨੇੜਲੇ ਪਿੰਡ ਬਾਰਡਰ 'ਚ ਜਾ ਕੇ ਦੇਖੋ, ਭਰਾਂਪਾਲ ਪਿੰਡ ਆ, ਉਹਦੇ 'ਚ ਰੋੜੀਆਂ ਵਾਲਾ ਪਿੰਡ ਹੈਗਾ, ਉਹਦੇ 'ਚ ਕਾਫੀ ਪਿੰਡ ਆ, ਗਾੜੀ ਪਛਾੜੀ ਪਿੰਡ ਇੱਦਾਂ ਦੇ ਨਾਂ ਆ ਜਿਹੜੇ ਬਾਉਂਡਰੀ ਦੇ ਉੱਤੇ ਆ। ਉੱਧਰੋਂ ਸ਼ਰੇਆਮ ਤਾਰਾਂ ਦੇ ਵਿੱਚ ਦੀ ਪਾਈਪ ਲੱਗੇ, ਪਾਈਪ ਦੇ ਵਿੱਚ ਦੀ ਆਉਂਦਾ। ਤੁਸੀਂ ਆਓ ਤੇ ਕੱਚੇ ਪਿੰਡ ਆ, ਬੱਚੇ ਚੁੱਕਦੇ, ਉੱਧਰ ਨਸ਼ਾ ਆਉਂਦਾ ਇੱਧਰ ਦੀ। ਤੁਸੀਂ ਕੀ ਰੋਕੋਗੇ ਜਦੋਂ 50 ਕਿਲੋਮੀਟਰ ਤੱਕ ਤਾਂ BSF ਦਾ ਸਾਰਾ ਜਮਘਟਾ ਰੋਕੀ ਪਈ ਸੁਰੱਖਿਆ ਹੋਏਗੀ। ਇਹਨਾਂ ਗੱਲਾਂ ਨੇ ਸਾਡੇ ਪੰਜਾਬ ਨੂੰ ਬੜਾ ਉਸ ਪਾਸੇ ਲੈਂਦਾ ਜਿੱਥੇ ਬੜੀ ਲੋਕਾਂ ਦੀ ਗਿਰਾਵਟ ਆ ਗਈ ਹਰ ਤਰੀਕੇ ਨਾਲ। ਉਹਨਾਂ ਦੀ ਸਿਆਸਤ ਨੇ ਤਾਂ ਇੰਨਾ ਕੁਝ ਕਰ ਦਿੱਤਾ ਹੈਗਾ, ਜਵਾਨੀਆਂ ਗਰਕ ਹੋ ਗਈਆਂ। ਜਿਹੜੇ ਬੱਚੇ ਜਵਾਨ ਸੀ ਉਹ ਖਤਮ ਹੋ ਗਏ, ਵਿਆਹ ਵਾਲੇ ਬੱਚੇ ਜਿਹੜੇ ਆ ਮੁੰਡੇ ਸੀਗੇ ਉਹ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ। ਇਹਨੇ ਹਾਦਸੇ ਹੋ ਰਹੇ, ਹਾਦਸੇ ਇਸ ਤਰ੍ਹਾਂ ਹੋ ਰਹੇ ਨਸ਼ਿਆਂ ਨਾਲ। ਔਰ ਅੱਜ ਹੀ ਅਸੀਂ ਅਖਬਾਰ 'ਚ ਪੜ੍ਹਿਆ, ਔਰ ਉਹਦੇ 'ਚ ਕਾਰ ਇੱਕ ਹੈਗੀ ਜਿਹਦੇ 'ਚ 4 ਬੱਚੇ ਆ, ਉਹ ਨਹਿਰ 'ਚ ਡਿੱਗ ਪਈ ਸੀ, ਉਹ ਕਾਰ ਲੱਭੀ ਨਹੀਂ। ਉਦੋਂ ਬਾਅਦ ਉਹ ਪਤਾ ਨਹੀਂ ਕਿੱਦਾਂ ਡਿੱਗੀ ਆ, ਉਹਦੇ ਵਿੱਚੋਂ ਉਹ ਬੱਚੇ ਵੀ ਮਰੇ ਤੇ ਉਹਦੀ ਔਰਤ ਜਿਹੜੀ ਉਹ ਵੀ ਆ, ਪਾਣੀ ਸੁੱਕਾ ਦਿੱਤਾ। ਔਰ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਜਿਹੜੇ ਤੁਸੀਂ ਕਦੇ ਵੀ ਸੋਚ ਨਹੀਂ ਸਕਦੇ, ਉਹ ਹਾਦਸੇ ਹੋ ਰਹੇ ਪੰਜਾਬ 'ਚ। ਪਰ ਇਹਦੇ 'ਚ ਇੱਦਾਂ ਦੀਆਂ ਗੱਲਾਂ 'ਚ ਦੇਖ ਲਓ, ਇਹ ਕਾਨੂੰਨ ਵਿਵਸਥਾ ਇਹ 'ਚ ਕੀ ਕਰੂਗੀ, ਇਹ 'ਚ ਲਾਅ ਐਂਡ ਆਰਡਰ ਕੀ ਕਰੂਗਾ। ਕਈ ਹਾਦਸੇ ਇੱਦਾਂ ਦੇ ਹੋ ਰਹੇ ਆ, ਔਰ ਇਹ ਅੱਜ ਨਹੀਂ, ਤੁਸੀਂ ਅੱਗੇ ਗੱਲ ਕੀਤੀ ਹੈ ਵੀ ਅੱਜ ਨਹੀਂ, ਇਹ 90 ਤੋਂ ਵੀ ਪਹਿਲਾਂ ਦੇ ਹੋ ਰਹੇ ਆ। ਹੁਣ ਅੱਜ ਅਸੀਂ ਕੋਸ਼ਿਸ਼ ਜਾਈਏ ਕਿ ਇਹ ਸਰਕਾਰ ਕੀ ਕਰੀਏ, ਮੌਜੂਦਾ ਸਰਕਾਰ ਕੀ ਕਰ ਰਹੀ ਹੈ, ਇੱਕੋਦਮ ਕੁਝ ਨਹੀਂ ਹੋ ਸਕਦਾ। ਕਿਸੇ ਦੇ ਹੱਥ ਵਸ ਨਹੀਂ, ਸਹਿਯੋਗ ਲੋਕਾਂ ਦੀ ਸੋਚ ਚੰਗੀ ਹੋ ਜੇ, ਅਸੀਂ ਥੋੜਾ ਜਿਹਾ ਕੰਸਟਰਕਟਿਵ ਸੋਚ ਵਾਲੇ ਪਾਸੇ ਆ ਜਾਈਏ, ਚੜ੍ਹਦੀ ਕਲਾ ਵਾਲੇ ਪਾਸੇ ਆ ਜਾਈਏ, ਗੁਰਬਾਣੀ ਨੂੰ ਪਿਆਰ ਕਰੀਏ, ਹੈ ਨਾ, ਗੁਰਬਾਣੀ ਦੇ ਉਪਦੇਸ਼ਾਂ ਤੇ ਚੱਲੀਏ, ਇਹ ਦੇਸ਼ ਫਿਰ ਖੁਸ਼ਹਾਲੀ ਫਿਰ ਹੋ ਸਕਦਾ ਹੈ। ਗੱਲ ਤਾਂ ਸਾਰੀ ਸੋਚ ਦੀ ਆ, ਸੋਚ ਸਹੀ ਹੋ ਜਾਵੇ ਤਾਂ ਕੰਮ ਆਪੇ ਸਹੀ ਹੋ ਜਾਂਦੇ ਨੇ। ਪਰ ਮਾਨ ਸਾਹਿਬ ਦਾ ਇਹ ਕਦਮ ਬਹੁਤ ਵਧੀਆ ਕਿ ਜਿਨ੍ਹਾਂ ਨੂੰ ਅਸੀਂ ਮੇਨ ਸਟ੍ਰੀਮ ਵਿੱਚ ਲਿਆ ਸਕਦੇ ਹਾਂ, ਕਾਨੂੰਨ ਦੀ ਧਾਰਾ ਦੇ ਵਿੱਚ ਲਿਆ ਸਕਦੇ ਹਾਂ, ਜ਼ਰੂਰ ਲੈ ਕੇ ਆਈਏ। ਪਰ ਕਈ ਜੋ ਬਹੁਤ ਵੱਡੀਆਂ ਗਲਤੀਆਂ ਕਰ ਚੁੱਕੇ ਨੇ, ਜੇ ਉਹਨਾਂ ਨੂੰ ਟ੍ਰਾਇਲ ਦੀ ਲੋੜ ਆ ਤੇ ਉਹਨਾਂ ਨੂੰ ਸਜ਼ਾ ਦੇਣ ਦੀ ਲੋੜ ਆ, ਫਿਰ ਉਹ ਤੇ ਕਾਨੂੰਨ ਦੇਖੇਗਾ, ਉਹਨਾਂ ਦੇ ਕੇਸ ਚੱਲੇਗਾ, ਕੀ ਬਣਦਾ ਹੈ ਤੇ ਬਾਅਦ ਦੀ ਗੱਲ ਹੈ। ਪਰ ਫਿਲਹਾਲ ਇੱਕ ਵਧੀਆ ਸੋਚ ਹੈ ਕਿ ਇਹਨਾਂ ਨੌਜਵਾਨਾਂ ਨੂੰ ਬਿਆਨ ਦਿੱਤਾ। ਅੱਛਾ, ਹਾਂਜੀ, ਇਹਨਾਂ ਨੌਜਵਾਨਾਂ ਨੂੰ ਸਾਰੇ ਮਹਿਕਮੇ ਬਿਲਕੁਲ ਆਪਣੀ ਚੜ੍ਹਦੀ ਕਲਾ 'ਚ ਹੋ ਜਾਂਦੇ ਆ, ਚੰਗੀ ਸੋਚ ਆ ਬਿਲਕੁਲ ਕਿ ਨੌਜਵਾਨ ਸਾਡੇ ਆਪਣੇ ਘਰਾਂ ਦੇ ਨੇ, ਇਹਨਾਂ ਦੀ ਬਿਹਤਰੀ ਵਾਸਤੇ ਕੋਈ ਕਦਮ ਚੁੱਕਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਸੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਨੂੰ ਵੀ ਹੁਣ ਧਮਕੀਆਂ ਮਿਲਣ ਲੱਗ ਪਈਆਂ ਨੇ, ਪਾਕਿਸਤਾਨ ਤੋਂ ਵੀ ਧਮਕੀਆਂ ਮਿਲੀਆਂ ਨੇ। ਔਰ ਜਿਸ ਤਰ੍ਹਾਂ ਇਹਨਾਂ ਨੂੰ ਮੂਸੇਵਾਲਾ ਜੀ ਨੂੰ ਮਿਲਦੀਆਂ ਸੀ, ਸੇਮ ਚੀਜ਼ ਹੋਏ। ਹਾਲਾਂਕਿ ਉਹਨਾਂ ਦੇ ਪਿਤਾ ਨੇ ਕਈ ਵਾਰ ਕਿਹਾ ਵੀ ਹੈ, ਉਹਨਾਂ ਦੀ ਡੈਥ ਤੋਂ ਬਾਅਦ ਕਈ ਵਾਰ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਇਹ ਧਮਕੀਆਂ ਫੇਸ ਕਰਦੇ ਪਏ, ਪਰ ਪੁਆਇੰਟ ਉੱਥੇ ਇਹ ਆਇਆ ਕਿ ਜੇ ਫੇਸ ਕਰਦੇ ਪਏ ਉਸ ਸ਼ੁਰੂ ਤੋਂ, ਤਾਂ ਫਿਰ ਗਵਰਨਮੈਂਟ ਦੇ ਨਜ਼ਰ ਦੇ ਵਿੱਚ ਕਿਉਂ ਨਹੀਂ ਲੈ ਕੇ ਆਏ ਉਹਨਾਂ ਧਮਕੀਆਂ ਨੂੰ। ਕੋਈ ਟਾਈਮ ਰਹਿੰਦਿਆਂ ਕੋਈ ਚੰਗੇ ਕਦਮ ਚੁੱਕੇ ਜਾ ਸਕਦੇ ਸੀ, ਪਰ ਹੁਣ ਇਹ ਧਮਕੀਆਂ ਆ ਰਹੀਆਂ ਨੇ। ਇਹਨਾਂ ਬਾਰੇ ਤੁਹਾਡੀ ਕੀ ਰਾਏ ਹੈ, ਇਹ ਧਮਕੀਆਂ ਕਿਉਂ ਆ ਸਕਦੀਆਂ ਨੇ ਉਹਨਾਂ ਨੂੰ? ਇਹ ਪਹਿਲੀ ਗੱਲ ਤਾਂ ਜਿਹੜਾ ਨੈਗੇਟਿਵਿਟੀ ਸੋਸ਼ਲ ਮੀਡੀਆ ਦੀ ਹੈ, ਸੋਸ਼ਲ ਮੀਡੀਆ 'ਚ ਜਿਹੜਾ ਕਮਿਊਨੀਕੇਸ਼ਨ ਆ ਗਿਆ, ਕਮਿਊਨੀਕੇਸ਼ਨ ਦਾ ਮਿਸਯੂਜ਼ ਹੋ ਗਿਆ ਬਹੁਤ ਜ਼ਿਆਦਾ। ਔਰ ਉਹ ਤਾਂ ਅੱਗੇ ਹੀ ਪਰਿਵਾਰ ਬੜਾ ਦੁਖੀ ਹੈ, ਜਿਨ੍ਹਾਂ ਨਾਲ ਪੂਰੀ ਦੁਨੀਆ ਦੇ ਲੋਕਾਂ ਨੇ ਦੁੱਖ ਵੰਡਾਇਆ, ਲੋਕ ਉਹਨਾਂ ਦਾ ਸਹਾਰਾ ਬਣੇ, ਸਾਰੀਆਂ ਏਜੰਸੀਆਂ ਵੀ, ਲੋਕ ਵੀ ਆਏ। ਪਰ ਦੇਖੋ, ਜਿੱਥੇ ਲੋਕ ਪੋਜ਼ਿਟਿਵਿਟੀ ਜਾਂ ਜਿੱਥੇ ਲੋਕ ਚੰਗੀ ਸੋਚ ਨਾਲ ਮਿਲਦੇ ਆ, ਉੱਥੇ ਕੁਝ ਕੁ ਲੋਕ, ਮੁੱਠੀ ਭਰ ਲੋਕ ਇਹ ਵੀ ਹੁੰਦੇ ਜਿਨ੍ਹਾਂ ਨੇ ਤੰਗ ਕਰਨਾ ਹੁੰਦਾ। ਇਹ ਲੋਕ ਉਹ ਨੇ। ਹੁਣ ਉਹਦੇ 'ਚ ਪਾਕਿਸਤਾਨ ਦੇ ਲੋਕਾਂ ਨੇ ਤਾਂ ਬਹੁਤ ਪਿਆਰ ਕੀਤਾ। ਤੁਸੀਂ ਕਦੇ ਵੀਡੀਓ ਵੇਖੋ ਸੋਸ਼ਲ ਮੀਡੀਆ 'ਤੇ, ਲੋਕ ਉਹ ਵੀ ਰੋਂਦੇ ਆ। ਔਰ ਉੱਥੇ ਗਾਣੇ ਸੁਣੇ ਆ, ਸਿੱਧੂ ਮੂਸੇਵਾਲੇ ਦੇ ਗਾਣੇ ਉਹਨਾਂ ਨੇ ਆਪ ਗਾਏ ਆ।
ਔਰ ਉਹਦੇ 'ਚ ਪਾਕਿਸਤਾਨ ਦਾ ਕੋਈ ਇਹਦੇ 'ਚ ਨਹੀਂ ਹੈਗਾ, ਉਹਦੇ 'ਚ ਹੋ ਸਕਦਾ ਕੋਈ ਐਲੀਮੈਂਟ ਇੱਥੋਂ ਹੀ ਦੇ ਬੈਠੇ ਉੱਥੇ ਨੇ ਔਰ ਉੱਥੋਂ ਕੋਈ ਕਰਦੇ ਹੋਣੇ ਗੱਲ। ਔਰ ਇੱਕ ਦੋ ਸੋਸ਼ਲ ਮੀਡੀਆ ਤੇ ਇਹਨਾਂ ਦੇ ਫਾਦਰ ਦੀ ਹੈਗੀ ਸੀ ਵਾਰਤਾਲਾਪ, ਉਹਨਾਂ ਨੇ ਪਾਈ ਵੀ ਸੀ। ਉਹ ਕੋਈ ਉਹਨਾਂ ਨੂੰ ਥ੍ਰੈਟ ਕਰ ਰਿਹਾ, ਧਮਕੀਆਂ ਦੇ ਰਿਹਾ ਸੀਗਾ। ਉਹਨਾਂ ਨੇ ਕਿਹਾ ਤੂੰ ਕੀ ਕਰ ਸਕਦਾ, ਤੂੰ ਦੱਸ ਕੀ ਕਰੇਗਾ, ਮੈਨੂੰ ਜੇ ਮਿਲਣਾ ਤਾਂ ਇੱਥੇ ਮਿਲਣਾ। ਜਦੋਂ ਉਹਨਾਂ ਨੂੰ ਅਜੇ ਕਤਲकांड ਨਹੀਂ ਸੀ ਹੋਇਆ ਸਿੱਧੂ ਮੂਸੇਵਾਲੇ ਦਾ, ਪਹਿਲਾਂ ਦੀ ਵੀ ਆਇਆ ਧਮਕੀ, ਜਿੱਦਾਂ ਤੁਸੀਂ ਕਿਹਾ ਹੁਣ ਕਿ ਪਹਿਲਾਂ ਧਮਕੀਆਂ ਆਈਆਂ। ਪਰ ਇਹਦੇ ਵਿੱਚ ਹੁਣ ਜੇ ਕਰੇਗੀ ਤੇ ਸਿਕਿਉਰਿਟੀ ਕਰੂਗੀ, ਜਿਹੜਾ ਸਾਈਬਰ ਅਪਰਾਧ ਦਾ ਸ਼ਾਖਾ ਨੇ ਉਹਨਾਂ ਨੇ ਕਰਨਾ ਹੈਗਾ। ਉਹ ਵੇਖਣਗੇ ਕਿਸ ਲੋਕੇਸ਼ਨ ਤੋਂ ਆ ਰਹੀਆਂ, ਇਹ ਨੰਬਰ ਕਿਹਦਾ ਹੈਗਾ, ਟ੍ਰੇਸ ਆਊਟ ਹੋ ਸਕਦਾ, ਵੇਖਣਗੇ। ਪਰ ਜੇ ਹੁਣ ਨੰਬਰ ਹੀ ਉੱਥੇ ਉਹ ਪਾਕਿਸਤਾਨ ਦਾ ਵਾ, ਉਹਦੇ 'ਚ ਉਹ ਲੱਗਿਆ, ਉਹਦੇ 'ਚ ਥੋੜ੍ਹਾ ਬਹੁਤ ਹੋਗਾ। ਸਾਡੀ ਏਜੰਸੀ ਪਾਕਿਸਤਾਨ 'ਚ ਵੀ ਉੱਥੇ ਵੀ ਟ੍ਰੇਸ ਆਊਟ ਕਰ ਸਕਦੀਆਂ। ਪਰ ਘੱਟੋ ਘੱਟ ਇਸ ਅਪਰਾਧ ਨੂੰ ਜਿਹੜਾ ਥੋੜ੍ਹਾ ਜਿਹਾ ਰੋਕਿਆ ਜਾਵੇ, ਕਿਉਂਕਿ ਮੈਂਟਲੀ ਬੜੇ ਅਪਸੈਟ ਨੇ ਪਹਿਲਾਂ ਹੀ। ਉਹਨਾਂ ਦਾ ਵੱਡਾ ਘਰ, ਉਹਦੀ ਸਿੱਧੂ ਮੂਸੇਵਾਲੇ ਦੀ ਵੱਡੀ ਹਵੇਲੀ, ਟਰੈਕਟਰ, ਉਹਦੀ ਪ੍ਰਾਪਰਟੀ, ਅਜੇ ਵੇਖ ਕੇ ਉਹਨਾਂ ਦੇ ਦਿਲ ਨੂੰ ਬੜਾ ਕੁਝ ਨਿਰਾਸ਼ਤਾ ਹੁੰਦੀ ਹੈ। ਉਹਦੇ ਮਦਰ ਨੂੰ ਵੀ ਬਹੁਤ ਦੁੱਖ ਹੋਇਆ। ਔਰ ਜਦੋਂ ਇੱਦਾਂ ਦੀ ਕੋਈ ਧਮਕੀ ਭਰਿਆ ਖਤ ਜਾਂ ਕੁਛ ਆ ਜਾਂਦਾ ਜਾਂ ਫੋਨ ਆਉਂਦਾ ਤੇ ਘਰ 'ਚ ਫਿਰ ਹਲਚਲ ਹੀ ਮੱਚ ਜਾਂਦੀ ਆ, ਕਿਉਂਕਿ ਹੁਣ ਦੋਵੇਂ ਨੇ ਘਰ ਦੇ ਵਿੱਚ। ਔਰ ਇੰਨਾ ਵੱਡਾ ਘਰ, ਇੰਨੀ ਵੱਡੀ ਪ੍ਰਾਪਰਟੀ, ਇੰਨਾ ਵੱਡਾ ਸਾਰਾ ਕੁਝ ਉਹਦਾ ਦਿੱਤਾ ਜਿਹੜਾ ਸੀ, ਬਿਲਕੁਲ ਜੀ ਬਿਲਕੁਲ, ਉਹਨਾਂ ਨੂੰ ਹੁਣ ਉਹ ਚੰਗਾ ਨਹੀਂ ਲੱਗ ਰਿਹਾ। ਪਰ ਇਹਦੇ 'ਚ ਜੇ ਕਰੇ ਤਾਂ ਕਰੇ, ਸਰਕਾਰ ਹੀ ਕਰੂਗੀ, ਸਰਕਾਰ ਹੀ ਕੁਛ ਉਹਦਾ ਹੁਣ ਸੁਰੱਖਿਆ ਹੱਲ ਕੱਢ ਸਕਦੀ ਹੈ। ਹੁਣ ਘੱਟੋ ਘੱਟ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਕਰਨੀ ਚਾਹੀਦੀ ਹੈ, ਸਿਕਿਉਰਿਟੀ ਦੇਣੀ ਚਾਹੀਦੀ ਹੈ। ਔਰ ਉਹਦੇ 'ਚ ਘੱਟੋ ਘੱਟ ਜੇ ਤੱਕ ਉਹ ਸੁੱਖ ਦੀ ਨੀਂਦ ਤੇ ਸੌਣ। ਹੁਣ ਤਾਂ ਉਹਨਾਂ ਕੋਲ ਸਿੱਧੂ ਮੂਸੇਵਾਲਾ ਤੋਂ ਮੁੜ ਕੇ ਉਹਨਾਂ ਨੂੰ ਨਹੀਂ ਮਿਲਣਾ, ਉਹ ਤਾਂ ਉਹਨਾਂ ਨੇ ਨਹੀਂ, ਉਹ ਤਾਂ ਉਹਨਾਂ ਨੇ ਬਿਆਨ ਵੀ ਦਿੱਤਾ ਹੈ ਕਿ 2 ਸ਼ਾਰਪ ਸ਼ੂਟਰ ਤੁਸੀਂ ਮਾਰ ਦਿੱਤੇ ਨੇ, ਤਾਂ ਉਹਦੇ ਨਾਲ ਮੇਰਾ ਪੁੱਤ ਤੇ ਵਾਪਸ ਆ ਨਹੀਂ ਜਾਣਾ। ਪਰ ਤੁਹਾਡਾ ਧੰਨਵਾਦ, ਤੁਸੀਂ ਜੋ ਇਹ ਕਾਰਵਾਈ ਕਰਦੇ ਪਏ ਹੋ। ਸੋ ਇੱਕ ਇਹ ਵੀ ਖਬਰ ਆਈ ਹੈ ਨਾਲ ਕਿ ਜਿਹੜੇ ਦੋਨੋਂ ਸ਼ਾਰਪ ਸ਼ੂਟਰਸ ਮਾਰੇ ਨੇ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀਗਾ, ਜਿਹਦੇ ਵਿੱਚੋਂ ਇੱਕ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ, ਤੇ ਉਹਨਾਂ ਦੀ ਜਿਹੜੀ ਲਾਸ਼ ਦੀ ਪਛਾਣ ਵਾਸਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਗਏ ਨੇ ਤੇ ਨਾਲ 2 ਦੋਸਤ ਗਏ ਨੇ, ਗੁਰਪ੍ਰੀਤ ਤੇ ਗੁਰਵਿੰਦਰ ਸਿੰਘ। ਇਹਦੇ ਨਾਲ ਬੈਠੇ ਸੀ ਉਦੋਂ ਜਦੋਂ ਉਹਨਾਂ ਨੂੰ ਕਤਲ ਕੀਤਾ ਗਿਆ। ਤਾਂ ਉਹਦੇ ਵਿੱਚ ਸੀ, ਬਚ ਗਏ। ਇਹਨਾਂ ਦੇ 1-2 ਲੱਗੀ ਹੈ ਪਰ ਇਹ ਬਚ ਗਿਆ, ਕਿਸਮਤ ਚੰਗੀ ਸੀ। ਪਰ ਜਦੋਂ ਇਹਨਾਂ ਨੂੰ ਲੈ ਕੇ ਗਏ ਅੰਮ੍ਰਿਤਸਰ ਹਸਪੀਟਲ 'ਚ, ਜਦੋਂ ਡੈੱਡ ਬੋਡੀ ਪਈ ਉਹਨਾਂ ਦੀਆਂ, ਉਹਨਾਂ ਨੇ ਪਛਾਣਿਆ। ਉਹ ਮੁੰਡੇ ਤਾਂ ਖਾਸ ਤੌਰ ਤੇ ਪਛਾਣ ਸਕਦੇ, ਨਹੀਂ ਪਛਾਣ ਤਾਂ ਸਕਦੇ ਨੇ ਨਾ ਜੇ ਮੂੰਹ ਨੰਗੇ ਹੋਣਗੇ। ਜਦੋਂ ਗੋਲੀਆਂ ਚਲਾ ਰਹੇ ਨੇ ਗੈਂਗਸਟਰਸ, ਸ਼ਾਰਪ ਸ਼ੂਟਰ, ਜੇ ਮੂੰਹ ਬੰਨੇ ਹੋਣ ਉਹਨਾਂ ਨੇ ਕੱਪੜਿਆਂ ਦੇ ਨਾਲ, ਕਿੱਦਾਂ ਪਛਾਣਨਗੇ ਫਿਰ? ਅਬ ਚਲੋ ਇਹ ਹੈਗਾ ਕਿ ਜਦੋਂ ਦਿਨ ਹੋਇਆ ਤੇ ਦਿਨੇ ਹੋਇਆ। ਪਰ ਜਿਹੜੇ ਇਦਾਂ ਸ਼ਾਰਪ ਸ਼ੂਟਰਸ ਗੋਲੀਆਂ ਚਲਾ ਰਹੇ ਨੇ, ਕਿਉਂਕਿ ਉਹ ਵੀ ਕਿਹੜੀਆਂ ਕੱਚੀਆਂ ਗੋਲੀਆਂ ਖੇਡੇ ਨੇ, ਉਹ ਵੀ ਬੜੇ ਮਤਲਬ ਮੰਜੇ ਹੋਏ ਲੋਕ ਹੋਣਗੇ। ਜੇ ਮੂੰਹ ਬੰਨੇ ਹੋਣ, ਮਾਸਕ ਪਾਏ ਹੋਣ, ਤਾਂ ਕਿੱਦਾਂ ਪਛਾਣਨਗੇ? ਚਲੋ ਇਹਦਾ ਖੈਰ ਪੁਲਿਸ, ਚਲੋ ਸਰਕਾਰ ਵੱਲੋਂ ਇੱਕ ਕਾਰਵਾਈ ਤਾਂ ਹੈ ਹੀ ਹੈ, ਕਾਰਵਾਈ ਕੀਤੀ ਹੈ, ਲੈ ਗਏ ਉੱਥੇ। ਪਰ ਬਹੁਤ ਲੋਕਾਂ ਦਾ ਇਹਦੇ ਜਿਹੜਾ ਸੁਝਾਅ ਆ ਇਹ ਠੀਕ ਨਹੀਂ। ਉਹਨਾਂ ਨੇ ਕਿਹਾ ਕਿ ਜਦੋਂ ਮਾਰ ਦਿੱਤਾ, ਸਭ ਕੁਝ ਕੀਤਾ, ਪੁਲਿਸ ਦਾ ਰੁਖ ਹੋ ਗਿਆ ਉਹਨਾਂ ਨੂੰ ਮਾਰ ਕੇ, ਫਿਰ ਇਹ ਉਹਨਾਂ ਕੋਲ ਦੁਬਾਰਾ ਪਛਾਣ ਕਰਾਉਣੀ ਠੀਕ ਨਹੀਂ, ਕਿਉਂਕਿ ਪੁਲਿਸ ਦੀ ਡਿਊਟੀ ਉਹਨਾਂ ਨੇ ਫੜ ਕੇ ਮਾਰ ਦਿੱਤਾ। ਜਿਹੜੀ ਹੁਣ ਪਛਾਣ ਦੀ ਹੈਗੀ ਹੈ, ਪਛਾਣ ਕੇ ਕਦੀ ਵੀ ਕਿਸੇ ਦਾ ਜਿਹੜਾ ਸ਼ੂਟਰ ਜਾਂ ਹੈਗਾ ਇਹ ਪਛਾਣਿਆ ਨਹੀਂ ਜਾਂਦਾ, ਕੁਝ ਨਹੀਂ ਹੁੰਦਾ, ਕੁਝ ਨਹੀਂ ਪਤਾ ਲੱਗੇਗਾ। ਕਿਉਂਕਿ ਦੇਖੋ ਨਾ, 900 ਪੁਲਿਸ ਕਰਮੀ ਉੱਥੇ ਗਏ ਸੀ, 700 ਰਾਉਂਡ ਫਾਇਰ ਹੋਏ ਨੇ, ਔਰ ਲੇਡੀਜ਼ ਕਮਾਂਡੋ ਵੀ ਉੱਥੇ ਨੇ, ਮਤਲਬ ਪੂਰੀ ਤਰ੍ਹਾਂ ਘੇਰਾ ਪਾਇਆ ਹੋਇਆ। ਔਰ ਉਹਨਾਂ ਨੂੰ ਐਨਕਾਊਂਟਰ ਤੋਂ ਪਹਿਲਾਂ 5 ਘੰਟੇ ਐਨਕਾਊਂਟਰ 6 ਘੰਟੇ ਚੱਲਿਆ। ਐਨਕਾਊਂਟਰ ਤੋਂ ਪਹਿਲਾਂ ਉਹਨਾਂ ਨੂੰ ਲਾਊਡ ਸਪੀਕਰ ਦੇ ਉੱਤੇ ਸਰੈਂਡਰ ਵਾਸਤੇ ਵੀ ਕਿਹਾ, ਉਹਨਾਂ ਨੇ ਸਰੈਂਡਰ ਨਹੀਂ ਕੀਤਾ। ਉਹਨਾਂ ਨੇ ਜਵਾਬੀ ਕਾਰਵਾਈ ਕੀਤੀ, ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਔਰ AK-47 ਤੱਕ ਉਹਨਾਂ ਕੋਲੋਂ ਮਿਲੀ ਹੈ। ਉਸ ਤੋਂ ਬਾਅਦ ਫਿਰ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਸ਼ਾਮ ਤੱਕ ਜਦੋਂ ਦੇਖਿਆ ਕਿ ਉਧਰੋਂ ਕੋਈ ਫਾਇਰਿੰਗ ਨਹੀਂ ਹੋ ਰਹੀ, ਇਹ ਬਾਰ-ਬਾਰ ਅਪੀਲ ਕਰ ਰਹੇ ਨੇ, ਕੋਈ ਜਵਾਬ ਨਹੀਂ ਹੋ ਰਿਹਾ, ਤੇ ਫਿਰ ਜਦੋਂ ਹੌਲੀ-ਹੌਲੀ ਅੰਦਰ ਗਏ ਨੇ ਤਾਂ ਦੇਖੇ ਕਿ ਦੋਵਾਂ ਸ਼ਾਰਪ ਸ਼ੂਟਰਸ ਦੀਆਂ ਡੈਡ ਬੋਡੀਜ਼ ਪਈਆਂ ਹੋਈਆਂ ਨੇ, ਕਿਉਂਕਿ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਗੋਲੀ ਲੱਗੀ। ਕਿਉਂਕਿ LMG ਫਿੱਟ ਕੀਤੀ ਹੋਈ ਸੀ ਉਹਨਾਂ ਨੇ, ਕੁਝ ਕਿਲੋਮੀਟਰ ਜਿਹੜਾ ਸਾਰਾ ਇਲਾਕਾ ਕਵਰ ਕੀਤਾ ਸੀਗਾ, ਉਹਦੇ ਵਿੱਚ ਇੱਕ ਦੂਰੀ ਦੇ ਉੱਤੇ LMG ਫਿੱਟ ਕੀਤੀ ਹੋਈ ਸੀ, ਜੋ ਪੂਰੀ ਰੇਂਜ ਵਿੱਚ ਸੀ ਉਸ ਪਲੇਸ ਦੀ, ਜਿਸ ਪਲੇਸ ਦੇ ਵਿੱਚ ਇਹਨਾਂ ਦੇ ਜਦੋਂ ਕਾਊਂਟਰ ਹੋਇਆ ਇਹਨਾਂ ਦੇ ਕਮਾਂਡੋਜ਼ ਦਾ ਨਾ, 3 ਵੀ ਫੱਟੜ ਹੋਏ, ਉਹਨਾਂ ਦੀ ਗੋਲੀਆਂ ਲੱਗੀਆਂ। ਔਰ ਉਹਦੇ 'ਚ ਮੱਕੀ ਦੇ ਖੇਤ ਸੀ ਜਿੱਥੇ ਲੋਕ ਵੀ ਸਕਦੇ ਆ, ਔਰ ਘਰ ਸੁੰਨਾ ਸੀਗਾ। ਔਰ ਇਹਦਾ ਇਸ ਭੇਦ ਦਾ ਨਹੀਂ ਪਤਾ ਲੱਗਾ ਵੀ ਘਰ ਅਜੇ ਤੱਕ ਉਹ ਸੁੰਨਾ ਕਿੱਦਾਂ ਪਿਆ ਸੀਗਾ। ਕੋਈ ਵੀ ਜੱਟ, ਕੋਈ ਵੀ ਆਪਣਾ ਜਿਹੜਾ ਬਾਹਰ ਖੇਤ ਜਾਂ ਕੋਈ ਖੁੱਲ੍ਹਾ ਨਹੀਂ ਛੱਡਦਾ। ਔਰ ਉਹਦੇ 'ਚ ਉਹ ਬੰਬੀ ਲੱਗੀ ਸੀ, ਬੰਬੀ ਦਾ ਇੱਕ ਉਰਲੇ ਪਾਸੇ ਕਮਰਾ ਸੀਗਾ, ਔਰ ਉਹਦੇ ਛੱਤ ਤੇ ਵੀ ਉਹ ਸੀਗੇ। ਇਹ ਪੌੜੀਆਂ 'ਚ ਜਿਹੜਾ ਹੈਗਾ ਮਨਪ੍ਰੀਤ ਮੰਨੂ ਪੌੜੀਆਂ 'ਚ ਮਾਰਿਆ ਗਿਆ, ਜਗਰੂਪ ਰੂਪਾ ਜਿਹੜਾ ਦੂਜੀ ਸਾਈਡ ਤੇ ਮਾਰਿਆ ਗਿਆ। ਔਰ ਉਹਦਾ ਜਿਹੜਾ ਮੰਨੂ ਹੈ ਇਹ ਹੈਗਾ ਮੋਗੇ ਦੇ ਨਾਲ ਹੈਗਾ, ਕੁੱਸਾ ਪਿੰਡ, ਕੁੱਸਾ ਪਿੰਡ ਦਾ ਹੈਗਾ। ਦੂਸਰਾ ਅੰਮ੍ਰਿਤਸਰ ਦੇ ਨਾਲ ਜੌੜਾ ਪਿੰਡ ਆ, ਜਿਹੜਾ ਜਗਰੂਪ ਰੂਪਾ ਵਾ ਨਾ, ਇਹਨੂੰ ਜੌੜਾ ਵੀ ਕਹਿੰਦੇ ਆ, ਜੌੜੇ ਪਿੰਡ ਦਾ ਸੀਗਾ। ਇਹਦੇ ਮਦਰ ਫਾਦਰ ਵੀ ਵਿਚਾਰੇ ਉਹ ਮਿਲੇ ਨਹੀਂ, ਕਿ ਉਹਨਾਂ ਨੇ ਬੇਦਖਲ ਕੀਤਾ ਸੀ, ਉਹਨੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਰਿਹਾ।
ਔਰ ਉਹ ਲੱਕੜ ਦਾ ਕੰਮ ਕਰਦਾ ਸੀਗਾ ਇੱਕ ਮੁੰਡਾ ਜਿਹੜਾ ਮਨੂੰ, ਔਰ ਉਹਨਾਂ ਦੇ ਪਿੰਡ 'ਚ ਉਹਨਾਂ ਨੇ ਕਿਹਾ ਕਿ ਲੱਕੜ ਦਾ ਕੰਮ ਕਰਦਾ ਸੀ, ਪਹਿਲਾਂ ਸ਼ਰੀਫ ਸੀ, ਕੁਛ ਇਦਾਂ ਦੀ ਗੱਲ ਜੀ। ਨਹੀਂ। ਇਹਦੇ ਘਰ ਕੋਈ ਆਏ, ਕਿਸੇ ਨਾਲ ਲੜਾਈ ਝਗੜਾ, ਇਹਨੇ ਉਹ ਮਾਰ ਦਿੱਤਾ ਬੰਦਾ। ਮਾਰਨ ਤੋਂ ਬਾਅਦ ਇਹਨੂੰ ਸਜ਼ਾ ਹੋਈ। ਸਜ਼ਾ ਤੋਂ ਬਾਅਦ ਇਹਦਾ ਜਿਹੜਾ ਬਹੁਤ ਚੇਂਜ ਹੋ ਗਿਆ ਦੀ ਲਾਈਫ 'ਚ। ਇਹ ਬਾਅਦ 'ਚ ਮੁੜ ਕੇ ਉੱਥੇ ਸ਼ੂਟਰ ਬਣ ਗਿਆ, ਕਈ ਕੁਝ ਹੋ ਗਿਆ, ਪਰ ਪਿੰਡ ਦੇ ਲੋਕਾਂ ਨੇ ਉਹਨੂੰ ਹਮਾਇਤ ਕੀਤੀ ਕਿ ਪਿੰਡੋਂ ਸੀ ਠੀਕ ਸੀਗਾ। ਉਦੋਂ ਕੋਈ ਛੋਟੀ ਉਮਰ ਸੀਗਾ, ਉਦੋਂ ਬਾਅਦ ਦੇਖੋ ਕਿੱਧਰ ਨੂੰ ਚਲੇ ਜਾਂਦੇ। ਉਹ ਜਿਹੜੀ ਆਪਾਂ ਪਹਿਲਾਂ ਗੱਲ ਡਿਸਕਸ ਕੀਤੀ ਹੈ ਕਿ ਹਾਲਾਤ ਕਿਦਾਂ ਦੇ ਹੋਣਗੇ ਜਿਹੜੇ ਮਜਬੂਰ ਕਰਦੇ ਨੇ ਕਿ ਤੁਸੀਂ ਗੈਂਗਸਟਰ ਬਣ ਜਾਓ। ਸੋ ਦੂਜੀ ਆਪਾਂ ਗੱਲ ਇੱਕ ਹੋਰ ਕਰਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਹਨਾਂ ਵਿੱਚੋਂ ਇੱਕ ਗੈਂਗਸਟਰ ਦੀ, ਇਹਨਾਂ ਸ਼ਾਰਪ ਸ਼ੂਟਰਸ ਦੇ ਵਿੱਚੋਂ ਇੱਕ ਸ਼ਾਰਪ ਸ਼ੂਟਰ ਦੀ ਮਾਤਾ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਇਹ ਕਹਿ ਰਹੇ ਨੇ ਕਿ ਜੇ ਮੇਰਾ ਬੇਟਾ ਇਨਵੋਲਵਡ ਆ, ਉਹਨੇ ਸਿੱਧੂ ਨੂੰ ਮਾਰਿਆ ਹੈ, ਤਾਂ ਉਹ ਮੇਰੇ ਬੇਟੇ ਨੂੰ ਵੀ ਗੋਲੀ ਮਾਰ ਦਿਓ। ਖੈਰ ਦੇਖੋ ਮਾਂ ਦਾ ਜਿਗਰਾ, ਉਹਨੇ ਕਿਹਾ, ਔਰ ਮਾਂ ਨੂੰ ਪਤਾ ਹੈ ਮੇਰਾ ਬੱਚਾ ਕੀ ਕਰਦਾ ਪਿਆ, ਗਲਤੀ ਕੀ ਕਰਦਾ ਪਿਆ। ਉਹਨੇ ਕਿਹਾ ਆਂਦੀ ਮੈਨੂੰ ਇਹ ਨਹੀਂ ਪਤਾ ਮਾਰਿਆ ਨਹੀਂ ਮਾਰਿਆ, ਪਰ ਉਹਦੇ ਨਾਂ ਲੱਗਦਾ ਵਾ, ਪਰ ਜੇ ਉਹਨੇ ਗਲਤ ਕੰਮ ਕੀਤਾ ਤੇ ਗਲਤ ਕੰਮ ਦਾ ਗਲਤ ਆਉਣਾ ਹੀ ਆ ਨਤੀਜਾ ਉਹ ਹੁੰਦਾ, ਉਹਨੂੰ ਕਰੋ। ਮੈਨੂੰ ਉਹਦਾ ਨਹੀਂ ਮਤਲਬ ਬੜੀ ਦਲੇਰੀ ਨਾਲ ਉਹਨੂੰ ਪਤਾ ਵਾ, ਕਿਉਂਕਿ ਕੁਝ ਜਿਹੜੇ ਮਾਪੇ ਆ ਨਾ ਉਹ ਇਹਨਾਂ ਤੋਂ ਵੈਸੇ ਵੀ ਤੰਗ ਸੀਗੇ, ਕਿਉਂਕਿ ਕਈ ਕੁਝ ਕਰਦੇ ਰਹੇ ਪਹਿਲੋਂ, ਕਈ ਕੁਝ ਖਾਂਦੇ ਰਹੇ ਆ, ਔਰ ਬੇਦਖਲ ਕੀਤਾ ਉਹਨਾਂ ਨੇ। ਜੋੜੇ ਵਾਲਾ ਜਿਹੜੇ ਉਹ ਦੇਖੋ ਕਿਹਾ ਵਾ, ਉਹਦੇ ਮਦਰ ਫਾਦਰ ਨੇ ਕਿਹਾ ਵੀ ਸਾਡੇ ਨਹੀਂ ਹੈਗਾ, ਉਹਦੇ ਫਾਦਰ ਬੋਲੇ ਗੱਲ ਇਹ ਹੈ ਨਾ, ਸਾਨੂੰ ਨਹੀਂ ਇਹਦਾ ਪਤਾ, ਜੋ ਕੁਝ ਕਰਦਾ ਰਿਹਾ, ਜੋ ਕਰਦਾ ਰਿਹਾ, ਉਹਨੂੰ ਸਜ਼ਾ ਮਿਲਣੀ ਚਾਹੀਦੀ। ਔਰ ਪੈਸੇ, ਲਾਈਫ ਸਟਾਈਲ, ਖਰਚੇ ਵਾਸਤੇ ਪੈਸੇ, ਜਦੋਂ ਇਹ ਸਾਰਾ ਕੁਝ ਮਿਲਦਾ ਹੈ ਔਰ ਨੌਕਰੀ ਕੋਈ ਹੈ ਨਹੀਂ ਤੇ ਕਿੱਦਾਂ ਜਿਉਣਾ ਤੇ ਜੇ ਇਹਨਾਂ ਕੰਮਾਂ 'ਚ ਮਤਲਬ ਫਿਰ ਇੱਧਰ ਨੂੰ ਤੁਰ ਪੈਂਦੇ ਨੇ ਮੁੰਡੇ। ਗੱਲ ਤਾਂ ਇਹੀ ਹੋਏ, ਇਹਨਾਂ ਨੂੰ ਬੇਰੁਜ਼ਗਾਰੀ ਦੂਰ ਕੀਤੀ ਜਾਏ, ਨਸ਼ੇ ਠੀਕ ਕੀਤੇ ਜਾਣ। ਠੀਕ ਹੈ ਕਦਮ ਜੋ ਚੁੱਕ ਰਹੇ ਨੇ, ਦੇਖੋ ਰਿਜ਼ਲਟ ਕੀ ਆਉਂਦੇ ਨੇ, ਕਿਉਂਕਿ ਸਮੱਸਿਆ ਬਹੁਤ ਗਹਿਰੀ ਹੈ, ਬਹੁਤ ਗੰਭੀਰ ਹੈ। ਰਿਜ਼ਲਟ ਕੀ ਆਉਂਦੇ ਨੇ ਇਹ ਤਾਂ ਸਮਾਂ ਦੱਸੇਗਾ। ਸੋ ਐਂਟੀ ਕਰਪਸ਼ਨ ਐਕਸ਼ਨ ਲਾਈਨ ਤੇ ਰਿਸ਼ਵਤ ਲੈਣ ਵਾਲਿਆਂ ਦੀ ਜਿਹੜੀਆਂ ਸ਼ਿਕਾਇਤਾਂ ਨੇ ਉਹ ਤਾਂ ਬੜੇ ਢੇਰ ਲੱਗ ਗਏ ਨੇ, ਜਿਹੜਾ ਇਹਨਾਂ ਨੇ ਨੰਬਰ ਜਾਰੀ ਕੀਤਾ ਸੀ। ਤੇ ਹੁਣ ਇੰਨਾ ਕੁਝ ਹੋ ਗਿਆ ਕਰਨ ਵਾਸਤੇ ਕੰਮ, ਇੰਨਾ ਸਟਾਫ ਤੇ ਹੈ ਨਹੀਂ, ਤੇ ਹੁਣ ਉਹ ਢੇਰ ਦਾ ਕੀ ਕਰਨਗੇ ਜਿਹੜੀਆਂ ਇੰਨੀਆਂ ਜ਼ਿਆਦਾ ਕਰਪਸ਼ਨ ਦੀਆਂ ਸਾਰੀਆਂ ਕੰਪਲੇਂਟਸ ਆ ਚੁੱਕੀਆਂ ਨੇ। ਜਿਸ ਤਰ੍ਹਾਂ ਇਹ ਐਕਸ਼ਨ ਲਾਈਨ ਦੇ ਵਿੱਚ ਹੈਲਪ ਲਾਈਨ ਦੇ ਨਾਲ ਜਿਹੜੀਆਂ ਵੀਡੀਓ ਵੀ ਬਣੀਆਂ, ਔਰ ਉਹਦੇ 'ਚ 4000 ਤੋਂ ਉੱਪਰ ਜਿਹੜੀਆਂ ਸ਼ਿਕਾਇਤਾਂ ਆ ਗਈਆਂ, ਔਰ ਉਸ ਸ਼ਿਕਾਇਤਾਂ ਨੂੰ ਕੁਝ ਤਾਂ ਇਹਨਾਂ ਨੇ ਨਿਪਟਾਇਆ ਵੀ ਆ, ਫੜੇ ਵੀ ਆ ਬੰਦੇ, ਔਰ ਵਿਜੀਲੈਂਸ ਦੇ ਜਿਹੜੇ ਸਿਪਾਹੀ ਨੇ ਜਾਂ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਬੜੇ ਸਤਰਕ ਹੋ ਕੇ ਇਹਨਾਂ ਕੇਸਾਂ ਨੂੰ ਨਿਪਟਾਇਆ। ਤੇ ਦੂਜੇ ਪਾਸੇ ਆਪਾਂ ਗੱਲ ਕਰ ਰਹੇ ਸੀ, ਭਗਵੰਤ ਮਾਨ ਜੀ ਮੁੱਖ ਮੰਤਰੀ ਤਾਂ ਕਹਿ ਰਹੇ ਨੇ ਕਿ ਮੈਂ ਇੱਥੋਂ ਸਫਾਇਆ ਕਰ ਦੂੰ ਹਰ ਚੀਜ਼ ਦਾ, ਪਰ ਦੇਖ ਲਓ ਜਦੋਂ ਉਹਨਾਂ ਨੇ ਹੈਲਪਲਾਈਨ ਸ਼ੁਰੂ ਕੀਤੀ ਆ, ਨੰਬਰ ਸ਼ੁਰੂ ਕੀਤਾ, ਉਦੋਂ ਬਾਅਦ ਕੇਸ ਹੋਰ ਵੱਧ ਗਏ। ਕੇਸ ਇਸ ਤਰ੍ਹਾਂ ਵੱਧ ਗਏ ਕਿ ਉਹ ਬੰਦੇ ਫੜੇ ਗਏ ਤੇ ਲੋਕਾਂ ਦੇ ਸਾਹਮਣੇ ਆ ਗਏ। ਹੁਣ ਵਿਜੀਲੈਂਸ ਇਸੇ ਕੰਮ ਤੇ ਲੱਗੀ ਪਈ ਹੈ ਕਿ ਉਹ ਫੜ ਰਹੇ ਆ, ਜਿਹਦੇ ਵਿੱਚ ਮੈਡੀਕਲ, ਸਿੱਖਿਆ, ਜਿਹੜਾ ਵਿੱਚ ਮਾਲਖਾਨਾ, ਜਿਹੜਾ ਪਟਵਾਰ ਵਿੱਚ, ਉਹ ਪਟਵਾਰੀ ਵੀ ਇਹਦੇ ਵਿੱਚ ਫੜੇ ਆ, ਕਾਨੂੰਗੋ ਵੀ ਫੜੇ ਗਏ ਆ, ਪੁਲਿਸ ਆਫੀਸਰ ਖੁਦ ਆਏ ਆ, ਤਸਕਰ ਫੜੇ ਗਏ ਆ, ਔਰ ਦੇਖੋ ਕਿੰਨੇ ਲੋਕ ਆ। ਔਰ ਉਹ ਹੁਣ ਇੱਥੋਂ ਤੱਕ ਲਿਸਟ ਪਹੁੰਚ ਗਈ ਆ ਕਿ ਜੁਡੀਸ਼ਰੀ ਵੀ ਸ਼ਾਇਦ ਨਿਪਟਾਉਣਾ ਉਹਦੇ ਲਈ ਔਖਾ ਹੋ ਜਾਊਗਾ। ਔਰ ਉਹਦੇ 'ਚ ਜਿਹੜੇ ਪੈਸੇ ਮੰਗਦੇ ਆ ਫੜੇ ਗਏ ਆ, ਉਹਦੇ 'ਚ ਕਈ ਥੋੜੇ 5-5000 'ਚ ਹੀ ਫੜੇ ਆ, ਕਈ 4-4000 'ਚ ਫੜੇ ਆ, ਕਈ 2000 'ਚ ਵੀ ਆ, ਕੋਈ 15000 'ਚ ਵੀ ਆ। ਇਹ ਹੁਣ ਦੇਖੋ ਇਹ ਕਿੰਨਾ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਲੋਕਾਂ ਦੇ ਘਰਾਂ ਨੂੰ। ਇੱਕ ਤਾਂ ਕੰਮ ਰੁਕ ਜਾਂਦਾ, ਦੂਜਾ ਮਹਿਕਮਿਆਂ ਦਾ ਜਿਹੜਾ ਨਾ ਉਹ ਕੰਮ ਖਰਾਬ ਹੋ ਜਾਂਦਾ। ਮਹਿਕਮਿਆਂ ਦੇ ਵਿੱਚ ਜਿਹੜੇ ਫੜੇ ਗਏ ਉਹ ਨੌਕਰੀਆਂ ਵੀ ਜਾਣਗੀਆਂ, ਉਹਨਾਂ ਦੇ ਘਰ ਬਰਬਾਦ ਹੋ ਜਾਣਗੇ, ਔਰ ਕੰਮ ਦੇ ਵਿੱਚ ਖੜੋਤ ਆਊਗੀ, ਕੰਮ ਨਹੀਂ ਚੱਲੂਗਾ ਅੱਗੇ। ਔਰ ਇਹ ਜੇ ਹੁਣ ਹੈਲਪਲਾਈਨ ਤਾਂ ਦਿੱਤੀ, ਹੈਲਪਲਾਈਨਾਂ ਨੇ ਕਹਿਤਾ ਵੀ ਅਸੀਂ ਆਹ ਲਓ ਜੀ ਸ਼ੁਰੂ ਕਰ ਦਿੱਤੀ ਆ, ਹੁਣ ਇੱਥੇ ਸਾਨੂੰ ਦੱਸੋ। ਲੋਕ ਵੀ ਬੜੇ ਚਲਾਕ ਆ, ਲੋਕਾਂ ਨੇ ਕਈਆਂ ਨੇ ਤੇ ਕੰਮ ਕਰਵਾਇਆ ਵੀ ਹੈ ਤੇ ਕਈਆਂ ਨੇ ਬਾਅਦ ਪੜ੍ਹ ਕੇ ਤਾਂ ਆਪਣੇ ਨੰਬਰ ਨੋਟ ਕਰਕੇ ਤੇ ਮੋਬਾਈਲ ਔਨ ਕਰਕੇ ਲੈ ਲਏ। ਇੱਥੋਂ ਤੱਕ ਹੋ ਗਿਆ ਕਈਆਂ ਨੇ ਲਿਖਤਾ ਵੀ ਮੋਬਾਈਲ ਅੰਦਰ ਲੈ ਕੇ ਜਾਣਾ ਮਨਾ ਹੈ, ਔਰ ਮੋਬਾਈਲ ਅੰਦਰ ਨਹੀਂ ਲੈ ਕੇ ਜਾਂਦੇ ਤੇ ਕਈ ਲੁਕਾ ਕੇ ਲੈ ਜਾਂਦੇ ਸੀ, ਉਹ ਲੈ ਕੇ ਉਹਨਾਂ ਨੂੰ। ਦੇਖੋ ਗੱਲ ਇਹ ਹੈ ਕਿ ਜੋ ਰਿਸਪੌਂਸ ਅਸੀਂ ਚਾਹੁੰਦੇ ਸੀ ਨਾ, ਪਤਾ ਨਹੀਂ ਉਹ ਗੱਲ ਬਣਨੀ ਹੈ ਕਿ ਨਹੀਂ ਬਣਨੀ। ਸੁਣਨ 'ਚ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਕਿ ਇੱਕ ਹੈਲਪਲਾਈਨ ਨੰਬਰ ਹੈ ਜੀ, ਉਹਦੇ ਉੱਤੇ ਕੰਪਲੇਂਟਸ ਹੋ ਜਾਂਦੀਆਂ ਨੇ ਜੀ, ਫਿਰ ਉਹ ਕੰਪਲੇਂਟ ਦੇ ਉੱਤੇ ਐਕਸ਼ਨ ਹੁੰਦਾ ਜੀ। ਇਹ ਸੁਣਨ 'ਚ ਬਹੁਤ ਵਧੀਆ ਲੱਗਦਾ, ਪਰ ਪ੍ਰੈਕਟੀਕਲੀ ਇਹ ਕਿੰਨਾ ਕਾਮਯਾਬ ਹੈ ਇਹ ਤੇ ਸਮਾਂ ਦੱਸੇਗਾ। ਪਰ ਸਭ ਜਾਣੇ ਇੱਦਾਂ ਨੋਟਿਸ 'ਚ ਆ ਰਹੇ ਨੇ। ਮੈਨੂੰ ਨਾ ਉਹ ਯਾਦ ਆ ਜਾਂਦਾ ਕਈ ਵਾਰ ਕਈ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਨਾ, ਸਭ ਫੜੇ ਜਾਣਗੇ। ਉਹ ਗਾਣਾ ਵੀ ਹੈਗਾ, ਸਭ ਫੜੇ ਤਾਂ ਜਾਣਗੇ, ਤੇ ਸਭ ਦਾ ਫੈਸਲਾ ਕਿੱਦਾਂ ਕਰਾਂਗੇ ਇਹ ਦੇਖਣ ਵਾਲੀ ਗੱਲ, ਕਿਉਂਕਿ ਕੋਰਟਾਂ 'ਚ ਅੱਗੇ ਬੜੇ ਕੇਸ ਪੈਂਡਿੰਗ ਨੇ। ਸੋ ਕਿੱਦਾਂ ਹੱਲ ਹੋਏਗਾ, ਕਿੱਦਾਂ ਨਹੀਂ ਹੋਏਗਾ, ਇਹ ਵੀ ਇੱਕ ਵਿਚਾਰਨ ਵਾਲੀ ਗੱਲ ਹੋਈ। ਆਪਾਂ ਕੀ ਗੱਲ ਕੀਤੀ ਨੇ, ਭਗਵੰਤ ਮਾਨ ਜੀ ਨੇ ਤਾਂ ਚੱਲ ਮੁੱਖ ਮੰਤਰੀ ਦੇ ਤੌਰ ਤੇ ਉਹਨੇ ਮਹਿਕਮਿਆਂ ਨੂੰ ਅਲਰਟ ਕਰ ਦਿੱਤਾ, ਉਹਨੇ ਹੈਲਪਲਾਈਨ ਸ਼ੁਰੂ ਕਰ ਦਿੱਤੀ। ਹੁਣ ਜਿਹੜਾ ਹੈਗਾ ਵੀ ਲੋਕਾਂ ਦੇ ਅੰਦਰ ਵੜ ਕੇ ਤੇ ਨਹੀਂ ਕਹਿ ਸਕਦੇ, ਹੱਥ ਤੇ ਨਹੀਂ ਜੁੜ ਸਕਦੇ ਯਾਰ ਵੀ ਤੁਸੀਂ ਡੀਸੀ ਸਾਹਿਬ ਜੇ, ਤੁਸੀਂ ਯਾਰ ਐਸਐਸਪੀ ਜੇ, ਤੁਸੀਂ ਯਾਰ ਕਿਤੇ ਹੈਡਮਾਸਟਰ ਜੇ, ਤੁਸੀਂ ਨਾ ਕਾਨੂੰਗੋ ਜੇ, ਇਹ ਕੰਮ ਨਾ ਕਰੋ ਤੇ ਨਾ ਹੋਣ ਦਿਓ।
ਉਹ ਹੁਣ ਅੱਗੇ ਜਿਹੜੇ ਮਹਿਕਮੇ ਦੇ ਅਧਿਕਾਰੀ ਉਹਨਾਂ ਨੇ ਰੋਕ ਲਾਉਣੀ ਹੈ। ਦੇਖੋ, ਉਹਨੇ ਡੀਸੀ ਵੀ ਕੀ ਕਰ ਲਓ, ਮੈਨੂੰ ਉਸੇ ਲੋਕਾਂ ਗੱਲ- ਤੱਕ ਵੀ ਇਹ ਸੋਚ ਚਾਹੀਦੀ ਹੈ, ਲੋਕ ਆਪ ਹੀ ਸੁਧਰ ਜਾਣ ਤੇ ਅੱਛੀ ਗੱਲ ਹੈ। ਮੈਨੂੰ ਇਸੇ ਗੱਲ ਤੇ ਹੀ ਮੈਂ ਹੱਸ ਪਿਆ ਨਾ, ਕਿਉਂਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਹੀ ਗਰੀਬੀ ਦੂਰ ਕਰਦੇ ਪਏ ਆ, ਉਦੋਂ ਦਾ ਹੀ ਭ੍ਰਸ਼ਟਾਚਾਰ ਦੂਰ ਕਰਦੇ ਪਏ ਆ। ਨਾ ਗਰੀਬੀ ਦੂਰ ਹੋਈ ਨਾ ਭ੍ਰਸ਼ਟਾਚਾਰ ਦੂਰ ਹੋਇਆ, ਗਰੀਬੀ ਵੀ ਵੱਧਦੀ ਜਾ ਰਹੀ ਹੈ ਤੇ ਭ੍ਰਸ਼ਟਾਚਾਰ ਵੀ ਵੱਧਦਾ ਜਾ ਰਿਹਾ। ਪੋਲਿਟਿਕਸ ਵਾਲੇ ਕਹਿੰਦੇ ਸਾਨੂੰ ਇਸ਼ੂ ਚਾਹੀਦੇ ਆ, ਇਹਨਾਂ ਇਸ਼ੂ ਨੂੰ ਜੇ ਅਸੀਂ ਕਿਉਂ ਖਤਮ ਕਰੀਏ? ਜਿੰਨੇ ਵੀ ਮੁੱਦੇ ਹੈਗੇ ਉਹਨਾਂ ਉਹਦੇ ਨਾਲ ਪ੍ਰਚਾਰ ਚੰਗਾ ਹੁੰਦਾ, ਉਹਦੇ ਨਾਲ ਸਾਡਾ ਜਿਹੜਾ ਨਾ ਲਿਖਣ ਲੱਗਾ ਭਾਸ਼ਣ ਚੰਗਾ ਹੁੰਦਾ। ਤੇ ਜੇ ਹੈ ਹੀ ਕੱਖ ਨਹੀਂ, ਜੇ ਸਾਰਾ ਸੁਧਰ ਗਏ ਤੇ ਅਸੀਂ ਕਰਨਾ ਕੀ ਹੈਗਾ? ਸਾਡਾ ਤਾਂ ਕੰਮ ਖਤਮ ਹੋ ਗਿਆ। ਦੇਖੋ ਨਾ, ਇਹ ਤਾਂ ਮਾਨ ਸਾਹਿਬ ਨੇ ਦੂਸਰੀਆਂ ਸਟੇਟਸ ਦੇ ਵਿੱਚ ਵੀ ਐਡਵਰਟਾਈਜ਼ਮੈਂਟ ਦੇ ਦਿੱਤੀ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਕਰਪਸ਼ਨ ਫ੍ਰੀ ਕਰ ਦਿੱਤਾ ਹੈ। ਮੈਂ ਕਹਿੰਦਾ ਜੀ ਆ ਕੇ ਦੇਖ ਲਓ, ਜਿਹੜੀ ਕਰਪਸ਼ਨ ਫ੍ਰੀ ਹੋ ਗਏ ਆ। ਇਲੈਕਸ਼ਨ ਸਟੰਟ ਆ ਨਾ ਉਹਨਾਂ ਇਲੈਕਸ਼ਨ ਹਿਮਾਚਲ 'ਚ ਵੀ ਕੀਤਾ ਉਹਨਾਂ ਨੇ, ਗੁਜਰਾਤ 'ਚ ਵੀ ਕੀਤਾ ਉਹਨਾਂ ਨੇ, ਕਰਨਾਟਕ 'ਚ ਵੀ ਬੋਲਾਇਆ, ਰੋਡ ਸ਼ੋਅ 'ਚ ਕਰ ਆਏ। ਬਣਦਾ ਉਹਨਾਂ ਦਾ ਕਹਿਣਾ ਬਣਦਾ ਉਹਨਾਂ ਨੇ, ਕਿਉਂਕਿ ਅੱਛਾ ਇਹ ਸਾਰੇ ਕਰਦੇ ਕਿ ਅਲੋਕਾਰ ਨਹੀਂ ਕਰਦੇ। ਇਸ ਸੰਸਦ ਵਿੱਚ ਕਪਿਲ ਸਿੱਬਲ ਜੀ ਕੀ ਕਹਿ ਰਹੇ ਨੇ? ਮੈਨੂੰ ਥੋੜੀ ਜੀ ਨਿਊਜ਼ ਜੀ ਮਿਲੀ ਸੀ ਕਿ ਵਿਰੋਧੀ ਧਿਰਾਂ ਨੂੰ ਵੀ ਬੋਲਣ ਦਾ ਇੱਕ ਦਿਨ ਪੂਰਾ ਦੇ ਹੀ ਦਿਓ, ਇਹਨਾਂ ਨੂੰ ਬੋਲਣ ਦਿਓ, ਜਿਹੜੇ ਵਿਰੋਧੀ ਧਿਰ ਬੈਠੇ ਹੋਈ ਹੈ ਇਸ ਸੰਸਦ ਦੇ ਵਿੱਚ। ਇਹ ਕੀ ਪੰਗਾ ਪੈ ਗਿਆ? ਇਹ ਕਿਉਂਕਿ ਆਪ ਤਾਂ ਵਕੀਲ ਰਹੇ ਨੇ ਔਰ ਸੀਨੀਅਰ ਨੇਤਾ ਨੇ ਕਪਿਲ ਸਿੱਬਲ ਜੀ, ਔਰ ਇਹਨਾਂ ਨੇ ਕਈ ਇਸ਼ੂ ਇਹਨਾਂ ਕੋ ਰੱਖੇ ਹੋਣਗੇ। ਪੀ ਚਿਦੰਬਰਮ ਵੀ ਕਾਂਗਰਸ ਦੇ ਰਹੇ ਨੇਤਾ, ਫਾਈਨਾਂਸ ਮਿਨਿਸਟਰ ਹੈ, ਔਰ ਇਹਨਾਂ ਨੇ ਇਹ ਸੋਚਿਆ ਕਿ ਬੋਲਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਇਸ਼ੂ ਉੱਥੇ ਰੱਖੀਏ। ਜਦੋਂ ਹੁਣ ਪਤਝੜ ਮੌਸਮ ਸੀ ਸੰਸਦ ਦਾ, ਪਾਰਲੀਮੈਂਟ ਦਾ, ਉਹਦੇ ਵਿੱਚ ਰੌਲਾ ਪੈ ਗਿਆ, ਫਿਰ ਉਹ ਕਾਂਗਰਸ ਸਦਾਕਤ ਕਰਨਾ ਪਿਆ, ਉਹਨਾਂ ਨੂੰ ਰੋਕਣਾ ਪਿਆ ਤੇ ਇਹ ਮਾਮਲੇ ਇਹਨਾਂ ਦੇ ਵਿੱਚ ਹੀ ਰਹਿ ਗਏ। ਤਾਂ ਇਹਨਾਂ ਨੇ ਕਪਿਲ ਸਿੱਬਲ ਨੇ ਦੁਬਾਰਾ ਕਿਹਾ ਕਿ ਸਾਡੇ ਮਾਮਲਿਆਂ ਨੂੰ ਸੁਣਨ ਲਈ, ਉਹਨਾਂ ਨੇ ਆਪਣੇ ਬਾਰੇ ਨਹੀਂ ਕਿਹਾ, ਉਹਨੇ ਕਿਹਾ ਕਿ ਜਿਹੜੀ ਵਿਰੋਧੀ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਦੇ ਇਕੱਠੇ ਜਿਹੜੇ ਇਸ਼ੂ ਨੇ, ਜੇ ਉਹਨਾਂ ਦੇ ਮੁੱਦੇ ਨੇ, ਜਿਹੜੇ ਪੱਖ ਦੇ ਮਸਲੇ ਨੇ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਾਨੂੰ ਟਾਈਮ ਦਿੱਤਾ ਜਾਵੇ ਤੇ ਉਦੋਂ ਪਾਰਲੀਮੈਂਟ 'ਚ ਇੱਕ ਦਿਨ ਸਾਨੂੰ ਪੂਰਾ ਦਿੱਤਾ ਜਾਵੇ ਤੇ ਜਿਹੜੀ ਰੂਲਿੰਗ ਪਾਰਟੀ ਆ ਉਹ ਚੁੱਪ ਕਰਕੇ ਨੁਕਰੇ ਲੱਗੀ ਜਾਵੇ। ਸਪੀਕਰ ਸਾਹਿਬ ਸਾਨੂੰ ਅਨਾਉਂਸ ਕਰਨਗੇ ਕਿ ਤੁਸੀਂ ਬੋਲੋ, ਅਸੀਂ ਉਸ ਤਰ੍ਹਾਂ ਬੋਲਾਂਗੇ, ਸਾਰਾ ਕੰਮ ਕਰਾਂਗੇ। ਤੇ ਇਹ ਹੁਣ ਲੋਕਾਂ ਦੇ ਵਿੱਚ ਤਾਂ ਇਹ ਹੈਗੀ ਹੈ ਕਿ ਜਿਹੜੇ ਲੋਕ ਵਿਰੋਧੀ ਪਾਰਟੀਆਂ ਦੀ ਗੱਲ ਸੁਣਨਾ ਚਾਹੁੰਦੇ ਨੇ ਜਾਂ ਲੋਕਾਂ ਦੇ ਇਸ਼ੂ ਸੁਣਨਾ ਚਾਹੁੰਦੇ, ਉਹ ਚਾਹੁੰਦੇ ਕਿ ਇਹਨਾਂ ਨੂੰ ਟਾਈਮ ਮਿਲੇ। ਜੀ। ਪਰ ਰਹੀ ਗੱਲ ਰੂਲਿੰਗ ਪਾਰਟੀ ਕੀ ਕਰਦੀ? ਕਿਉਂਕਿ ਇਹਨਾਂ ਨੇ ਅੱਗੇ ਵੀ ਇੱਕ ਮਸਲਾ ਚੁੱਕਿਆ ਸੀਗਾ, ਉਹਦੇ 'ਚ ਇਹਨਾਂ ਨੇ ਕਿਹਾ ਹੈ ਅਮਿਤ ਸ਼ਾਹ ਜੀ ਨੂੰ, ਕਿ ਗ੍ਰਹਿ ਮੰਤਰੀ ਨੂੰ, ਕਿ ਜਿਹੜੇ ਜ਼ਮਾਨਤ ਦਾ ਜਿਹੜਾ ਕਾਨੂੰਨ, ਇਹਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿਹੜਾ ਹੈਗਾ ਕਾਨੂੰਨ ਹੈ, ਇਹਨੂੰ ਥੋੜ੍ਹਾ ਜਿਹਾ ਪੱਧਰੀ ਰਾਹ 'ਤੇ ਲਿਆਂਦਾ ਜਾਵੇ, ਇਹ 'ਚ ਅਮੈਂਡਮੈਂਟ ਕੀਤੀ ਜਾਵੇ। ਕਿਉਂਕਿ ਜ਼ਮਾਨਤ ਜਿਹੜੀ ਹੈ ਨਾ, ਕੁਝ ਲੋਕਾਂ ਦੀ ਬੜੇ ਪਾਵਰਫੁਲ ਆ, ਉਹਨਾਂ ਦੀ ਬੜੀ ਜਲਦੀ ਹੋ ਜਾਂਦੀ ਹੈ। ਕਈ ਬੰਦਿਆਂ ਦੀ ਜ਼ਮਾਨਤ ਨਹੀਂ ਹੋਈ, ਉਹਨਾਂ ਦੀ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਹੈ, ਔਰ ਜਿਹੜੀ ਜਦੋਂ ਤੱਕ ਉੱਥੇ ਰਹੇ ਆ ਸਜ਼ਾ ਦੇ ਨਾਲ, ਉਦੋਂ ਤੱਕ ਉਹ ਭੁਗਤ ਰਹੇ ਸਾਰਾ ਕੁਝ, ਪਰ ਉਹਦੇ ਵਿੱਚ ਕੁਝ ਨਹੀਂ ਹੋਇਆ। ਉਹਨਾਂ ਨੇ ਕਿਹਾ ਕਾਨੂੰਨ ਅਮੈਂਡ ਹੋਣਾ ਚਾਹੀਦਾ, ਗੱਲ ਤਾਂ ਅੱਛੀ ਉਹਨਾਂ ਦੀ। ਤੇ ਜਿਹੜੇ ਜ਼ੋਰ ਵਾਲੇ ਆ, ਜਿਹਨਾਂ ਕੋਲ ਪੈਸਾ ਹੈਗਾ, ਉਹ ਕਈ ਕੁਝ ਆਪਣੀਆਂ ਰਾਹਤ ਲੈ ਜਾਂਦੇ ਆ, ਜਾਚਕਾ ਖਾਰਜ ਕਰਵਾ ਦਿੰਦੇ ਆ, ਹੈ ਨਾ, ਆਪਣੇ ਵਾਰੰਟ ਕੈਂਸਲ ਕਰਵਾ ਦਿੰਦੇ ਆ, ਉਹ ਤਾਂ ਉਹਨਾਂ ਦਾ ਮਾਮਲਾ ਆਪਣਾ। ਦੇਖੋ, ਕਈ ਵਾਰ ਨਾ ਅਸੀਂ ਇਹ ਵੀ ਦੇਖਦੇ ਕਿ ਪੁਰਾਣੇ ਨੇਤਾ ਨੇ ਕਾਂਗਰਸ ਦੇ, ਤਾਂ ਕਾਂਗਰਸ ਪਾਰਟੀ ਵਿੱਚੋਂ ਵੀ ਬਾਗੀ ਸੁਰ ਸੁਣਨ ਨੂੰ ਮਿਲੇ ਸੀ। ਉਹ ਕਪਿਲ ਸਿੱਬਲ ਸਾਹਿਬ ਨੇ ਚੁੱਕੇ ਸੀ, ਜਿਵੇਂ ਅਯਾਲੀ ਸਾਹਿਬ ਹੁਣ ਇਸ ਵਕਤ ਅਕਾਲੀ ਪੋਲਿਟਿਕਸ ਦੇ ਵਿੱਚ ਬਾਗੀ ਸੁਰ ਹੋਏ ਨੇ ਪ੍ਰੈਜ਼ੀਡੈਂਟਸ ਦੀ ਇਲੈਕਸ਼ਨਸ ਨੂੰ ਲੈ ਕੇ, ਉਸੇ ਤਰ੍ਹਾਂ ਲੀਡਰਸ਼ਿਪ ਨੂੰ ਲੈ ਕੇ ਕਪਿਲ ਸਿੱਬਲ ਦੇ ਵੀ ਬਾਗੀ ਸੁਰ ਹੋਏ ਸੀ। ਔਰ ਅਸੀਂ ਐਕਸਪੈਕਟ ਨਹੀਂ ਕਰਦਾ ਸੀ, ਕੋਈ ਵੀ ਉਮੀਦ ਨਹੀਂ ਕਰਦਾ ਸੀਗਾ ਕਿ ਇੱਕ ਪੁਰਾਣਾ ਬੰਦਾ ਕਾਂਗਰਸ ਦਾ ਇਸ ਤਰ੍ਹਾਂ ਦੇ ਸੁਰ ਦੇ ਪੁਰਾਣਾ ਲੀਡਰ, ਬਹੁਤ ਸੀਨੀਅਰ ਨੇਤਾ, ਬਹੁਤ ਸੀਨੀਅਰ ਨੇ, ਪੜ੍ਹੇ ਲਿਖੇ। ਖੈਰ, ਚੰਗਾ ਸੁਝਾਅ ਹੈ ਕਿ ਵਿਰੋਧੀ ਧਿਰਾਂ ਨੂੰ ਵੀ ਇੱਕ ਦਿਨ ਦਿੱਤਾ ਜਾਏ ਬੋਲਣ ਦਾ। ਕਾਨੂੰਨ ਨੂੰ ਜਾਣਦੇ ਆ ਨਾ, ਇਸ ਕਰਕੇ ਗੱਲ ਉਦਾਂ ਦੀ ਕਰ ਦਿੰਦੇ ਆ ਜਿਹੜੀ ਝਠਲਾਉਣੀ ਔਖੀ ਵੀ ਹੁੰਦੀ। ਤੇ ਇਹ ਬਿਲਕੁਲ ਸਹੀ ਗੱਲ ਹੈ ਕਿ ਵਿਰੋਧੀ ਧਿਰਾਂ ਨੂੰ ਵੀ ਬੋਲਣ ਦਿੱਤਾ ਜਾਵੇ ਨਾ। ਸਾਰੀ ਅਸੀਂ ਆਪਣੀ ਗੱਲਾਂ ਕਰੀ ਜਾਂਦੇ ਆ ਤੇ ਉਹਨਾਂ ਨੂੰ ਵੀ ਥੋੜਾ ਮੌਕਾ ਮਿਲਣਾ ਚਾਹੀਦਾ। ਵਿਰੋਧੀ ਤਰ੍ਹਾਂ ਦੀ ਜਿਹੜੀ ਬੋਲਬਾਣੀ ਹੈ ਨਾ, ਉਹੀ ਹੁੰਦੀ ਹੈ ਕਿ ਉਹ ਲੋਕਾਂ ਦੀ ਗੱਲ ਨੂੰ ਅੱਗੇ ਲੈ ਕੇ ਆਉਂਦੇ ਆ। ਲੋਕ ਕਿਹੜੇ ਨੇ, ਉਹ ਨੁਮਾਇੰਦੇ ਉਹਨਾਂ ਦੇ ਲੋਕਾਂ ਦੇ। ਜਿਹੜੀ ਵਿਰੋਧੀ ਪਾਰਟੀ ਉਹਨਾਂ ਦਾ ਕਹਿਣਾ ਹੀ ਆਹ ਕਰਤਾ, ਉਹ ਕਰਤਾ, ਆਹ ਹੋ ਗਿਆ। ਲੋਕਤੰਤਰ ਦੇ ਵਿੱਚ ਜਿਹੜਾ ਵਿਪਕਸ਼ ਆ, ਜਿਹੜੀ ਵਿਰੋਧੀ ਧਿਰ ਹੈ, ਜੇ ਉਹ ਸਟਰੋਂਗ ਨਹੀਂ ਹੋਏਗੀ ਤਾਂ ਫਿਰ ਕਾਮਯਾਬ ਨਹੀਂ ਹੋ ਸਕਦਾ ਡੈਮੋਕ੍ਰੇਸੀ ਦੇ ਵਿੱਚ, ਕਿਉਂਕਿ ਰੂਲਿੰਗ ਪਾਰਟੀ ਫਿਰ ਕੁਝ ਵੀ ਕਰੇਗੀ। ਇੱਕ ਤਰ੍ਹਾਂ ਨਾਲ ਜਿਹੜੀ ਵਿਰੋਧੀ ਧਿਰ ਹੈ, ਇਹ ਬਰਾਂਡਾ ਤੇ ਦੋ ਬੁਰਜੀਆਂ ਨੇ, ਇੱਕ ਤਾਂ ਰੂਲਿੰਗ ਪਾਰਟੀ, ਇੱਕ ਵਿਰੋਧੀ ਹੈਗੀ ਹੈ ਨਾ, ਤੇ ਤੀਜੀ ਜਿਹੜੀ ਹੈਗੀ ਆ ਨਾਲ ਸਾਡਾ ਮੀਡੀਆ ਵੀ ਲੋਕਤੰਤਰ 'ਚ ਤੀਜਾ ਥੰਮ ਗਿਣਿਆ ਜਾਂਦਾ। ਸਾਡੇ ਉੱਤੇ ਛੱਤ ਰੁਕਦੀ ਹੈ, ਛੱਤ ਕੀ ਫੈਡਰਲ ਕਨਸਟੀਟਿਊਸ਼ਨ, ਸਾਡਾ ਸਾਰਾ ਲੋਕਤੰਤਰ ਉਹਦੇ ਤੇ। ਬਿਲਕੁਲ ਸਹੀ ਗੱਲ ਹੈ। ਸੋ ਹੁਣ ਆਪਾਂ ਅੱਗੇ ਵਧੀਏ। ਜੀ। ਤੇ ਮਮਤਾ ਬੈਨਰਜੀ, ਜਿਨ੍ਹਾਂ ਨੂੰ ਬੜੀ ਪੀਐਮ ਸਾਹਿਬ ਕਹਿੰਦੇ ਸੀ ਦੀਦੀ, ਉਹ ਦੀਦੀ ਜਦੋਂ ਗਏ ਸੀ ਉੱਥੇ ਆਪਣੀ ਪਾਰਟੀ ਦੀ ਸਾਰੀ ਕਰਨ ਵਾਸਤੇ ਕੈਂਪੇਨ ਇਲੈਕਸ਼ਨਸ ਦੀ, ਉਦੋਂ ਬੜਾ ਉਹਨਾਂ ਨੇ ਮਮਤਾ ਬੈਨਰਜੀ ਬਾਰੇ ਗੱਲ ਕੀਤੀ ਸੀ। ਤੋ ਮਮਤਾ ਬੈਨਰਜੀ ਵੀ ਅੱਗੋਂ ਆਪਣੀ ਬੰਗਾਲੀ ਭਾਸ਼ਾ 'ਚ ਅਭੀ ਖੇਲਾ ਦਿਖਾਏ, तो खेला दिखाया
ਔਰ ਭਾਜਪਾ ਨੂੰ ਹਾਰ ਹੋਈ ਤੇ ਮਮਤਾ ਬੈਨਰਜੀ ਜਿੱਤ ਗਏ ਨੇ। ਹਾਂ। ਹੁਣ ਉਹਨਾਂ ਦੀ ਨਵੀਂ ਸਟੇਟਮੈਂਟ ਆਈ ਹੈ ਕਿ 2024 ਦੇ ਵਿੱਚ ਜਿਹੜੀਆਂ ਸੈਂਟਰ ਦੀਆਂ ਇਲੈਕਸ਼ਨਸ ਹੋਣੀਆਂ ਨੇ ਉਹਦੇ ਵਿੱਚ ਬੀਜੇਪੀ ਦਾ ਬਿਸਤਰਾ ਗੋਲ ਕਰ ਦੇਣਾ ਪਬਲਿਕ ਨੇ। ਕੋਈ ਹੋਰ ਪਾਰਟੀ, ਕੋਈ ਹੋਰ ਨੇਤਾ ਆਏਗਾ ਕਿਸੇ ਹੋਰ ਪਾਰਟੀ ਦਾ ਔਰ ਉਹ ਬਣੇਗਾ ਪ੍ਰਾਈਮ ਮਿਨਿਸਟਰ। ਤੁਹਾਨੂੰ ਕਿੰਨਾ ਕੁ ਵਜ਼ਨੀ ਲੱਗਦਾ ਉਹਨਾਂ ਦਾ ਇਹ ਕਹਿਣਾ? ਪਹਿਲੀ ਗੱਲ ਤੇ ਮਮਤਾ ਬੈਨਰਜੀ ਔਰਤਾਂ ਦੇ ਵਿੱਚੋਂ ਬੜੇ ਅੱਛਾ ਨੇਤਾ ਨੇ ਔਰ ਇਹਨਾਂ ਨੇ ਬੜੀ ਸਿੰਪਲ ਜ਼ਿੰਦਗੀ ਕੱਟੀ ਹੈ। ਆਇਆ ਇਹਨਾਂ ਦਾ ਇਹ ਬੜਾ ਇਹਨਾਂ ਦਾ ਪਹਿਰਾਵਾ ਦੇਖੋ ਬੜਾ ਸਿੰਪਲ ਹੈ, ਚੱਪਲ ਪਾ ਕੇ ਉਸੇ ਤਰ੍ਹਾਂ ਸਿੰਪਲ ਚੱਲਦੇ ਆ ਔਰ ਸੋਚਵਾਨ ਉਹਨਾਂ ਨੇ ਆਪਣੇ ਇਲਾਕੇ 'ਚ, ਆਪਣੇ ਪ੍ਰਦੇਸ਼ 'ਚ, ਪੱਛਮੀ ਬੰਗਾਲ 'ਚ ਬੜੇ ਕੰਮ ਕੀਤੇ ਆ, ਚੰਗੇ ਕੰਮ ਕੀਤੇ ਆ ਔਰ ਦੁਨੀਆ ਇਹਨਾਂ ਨੂੰ ਉਹ ਇਲਾਕੇ ਦੀ ਬਹੁਤ ਮੰਨਦੀ ਹੈ। ਔਰ ਦੂਜੀ ਗੱਲ ਹੈ ਕਿ ਆਪੋਜੀਸ਼ਨ ਜਾਂ ਰੂਲਿੰਗ ਪਾਰਟੀ ਦੇ ਨਾਲ ਇਹਨਾਂ ਦੀ ਬਹੁਤ ਦਾਲ ਗਲੀ ਨਹੀਂ। ਇਸ ਕਰਕੇ ਨਹੀਂ ਗਲੀ ਕਿ ਇਹਨਾਂ ਦੀ ਸੋਚ ਥੋੜੀ ਜਿਹੀ ਆਪਣੇ ਤਰੀਕੇ ਦੀ ਹੈ ਔਰ ਜਿਹੜੀ ਰੂਲਿੰਗ ਪਾਰਟੀ ਉਹ ਆਪਣੇ ਤਰੀਕੇ ਦੀ ਸੋਚ ਰੱਖਦੀ ਹੈ। ਇਹਨਾਂ ਨੇ ਤਾਂ ਸੋਚਣਾ ਸੀਗਾ ਕਿ ਪੱਛਮੀ ਬੰਗਾਲ ਦੇ ਆਲੇ ਦੁਆਲੇ ਲੋਕਾਂ ਦੇ ਜਿਹੜੀ ਝੁਕਾ ਕੀ ਹੈ, ਲੋਕ ਕੀ ਚਾਹੁੰਦੇ ਆ, ਹਿੰਦੁਸਤਾਨ ਦੇ ਲੋਕ ਕੀ ਚਾਹੁੰਦੇ ਆ। ਔਰ ਇਹ TMC ਦੇ ਹੈੱਡ ਨੇ ਨਾ ਜਿਹੜੀ ਤਰਨਾਮੂਲ ਕਾਂਗਰਸ ਆ ਉਹਦੇ ਪਾਰਟੀ ਦੇ, ਔਰ ਪਾਰਟੀ ਬੜੀ ਚੰਗੀ ਕਾਰਗੁਜ਼ਾਰੀ 'ਚ ਹੋ ਨਿਬੜਦੀ ਆ, ਬੜਾ ਕੁਝ ਕੰਮ ਕੀਤਾ। ਔਰ ਇਹਨਾਂ ਨੇ ਇਹ ਹੁਣ ਚੰਗਾ ਫਤਵਾ ਦਿੱਤਾ, ਚੰਗਾ ਬਿਆਨ ਦਿੱਤਾ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਇਲੈਕਸ਼ਨ 2024 ਦੇ ਵਿੱਚ ਇਹਨਾਂ ਦਾ ਪੂਰੇ ਦਾ ਪੂਰਾ ਖਾਤਮਾ ਹੋ ਜਾਊਗਾ। ਉਹਦੇ 'ਚ ਆਪੋਜੀਸ਼ਨ ਸਾਡੀਆਂ ਸਰਕਾਰਾਂ ਆਉਣਗੀਆਂ ਕਿਉਂਕਿ ਅਸੀਂ ਵੀ ਉਸ ਦੇਸ਼ ਦੇ ਰਹਿਣ ਵਾਲੇ ਹਾਂ, ਲੋਕਤੰਤਰ ਦੇ ਰਹਿਣ ਵਾਲੇ ਹਾਂ। ਲੋਕ ਸਾਨੂੰ ਜਾਣਦੇ ਆ, ਲੋਕ ਸਾਨੂੰ ਵੋਟਾਂ ਪਾਉਣਗੇ ਔਰ ਅਸੀਂ ਲੋਕਾਂ ਲਈ ਲੜਾਂਗੇ ਵੀ ਉਹਨਾਂ ਦੇ ਸਾਥ। ਸਹੀ ਗੱਲ ਹੈ, ਸੰਘਰਸ਼ ਨੂੰ ਅੱਗੇ ਔਰ ਲਿਆਵਾਂਗੇ। ਇੱਕ ਚੀਜ਼ ਦੇਖੇ ਨਾ, ਇਹ ਮਮਤਾ ਬੈਨਰਜੀ ਕਾਫੀ ਪਪੂਲਰ ਨੇ ਆਪਣੇ ਏਰੀਆ ਦੇ ਵਿੱਚ। ਹਾਂ। ਔਰ ਪਿੱਛੇ ਜੇ ਇੱਕ ਬੜੀ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਸੀ, ਗੋਲ ਗੱਪੇ ਬਣਾ ਰਹੇ ਨੇ ਇੱਕ ਥਾਂ ਤੇ ਖੜੇ ਹੋ ਕੇ ਰੇੜੀ ਦੇ ਉੱਤੇ। ਹਾਂ। ਸੋ ਅਸੀਂ ਕਈ ਵਾਰ ਦੇਖਦੇ ਹਾਂ ਮਿਲਣ ਦੇ ਵਿੱਚ ਕੋਈ ਇਦਾਂ ਦੀ ਕੋਈ ਦਿੱਕਤ ਨਹੀਂ, ਗਲੀਆਂ ਦੇ ਵਿੱਚ ਮਿਲਦੇ ਆ। ਇਹਦੀ ਵੀ ਉੱਥੇ ਜਾ ਕੇ ਵਿਧਾਨ ਸਭਾ 'ਚ ਮਿਲਣਾ, ਜਿੱਦਾਂ ਹੁਣ ਭਗਵੰਤ ਮਾਨ ਜੀ ਆਪਣੇ ਉੱਥੇ ਬੈਠੇ, ਅੰਦਰ ਬੈਠੇ ਤਾਂ ਉਹਦਾ ਸੈਸ਼ਨ ਚੱਲਦਾ, ਜਾਂ ਆਉਣਾ ਜਾਣਾ ਉੱਥੇ ਮਿਲਣਾ ਲੋਕਾਂ ਲਈ। ਸੈਕਟਰੀਏਟ ਜਾ ਕੇ ਤੁਹਾਡੇ 3 ਤਰ੍ਹਾਂ ਦੇ ਪਾਸ ਬਣਦੇ ਆ, ਫੋਟੋ ਲੱਗੂਗੀ, ਫਿਰ ਅੰਦਰ ਜਾਓਗੇ, ਪੁਲਿਸ ਵੇਖੂਗੀ। ਉੱਥੇ ਨਹੀਂ ਹੈਗਾ, ਉੱਥੇ ਸਿੱਧਾ ਹੀ ਬਾਜ਼ਾਰ 'ਚ ਵੀ ਆ ਜਾਂਦੇ, ਸਿੱਧਾ ਮਿਲਦੇ ਆ ਕੇ। ਕਈ ਤਰ੍ਹਾਂ ਦੇ ਇਹਨਾਂ ਦੇ ਹੈਗਾ, ਤਦ ਉੱਥੇ ਹਰ ਵਾਰੀ ਜਿੱਤੇ, ਬੜੇ ਤਰੀਕੇ ਨਾਲ ਜਿੱਤੇ। ਔਰ ਇਹਨਾਂ ਦਾ ਵੇਖੋ ਚੈਲੰਜ ਵੀ ਵੇਖੋ, ਜਿਹੜਾ ਰੂਲਿੰਗ ਪਾਰਟੀ ਨੂੰ ਸਿੱਧਾ ਹੀ ਉੱਥੇ NDA ਨੂੰ ਹੈਗਾ ਕਿ ਇੱਕ ਜਿਹੜੀ ਰੀਜਨਲ ਪਾਰਟੀ ਹੋਵੇ, ਜਿਹੜੀ ਖੇਤਰੀ ਪਾਰਟੀ ਹੋਵੇ, ਏਡਾ ਵੱਡਾ ਚੁਣੌਤੀ ਦੇਣੀ ਬੜੀ ਮਾਇਨੇ ਰੱਖਦੀ ਹੈ ਔਰ ਬੜੇ ਜਿਗਰੇ ਵਾਲੇ ਮਮਤਾ ਬੈਨਰਜੀ। ਔਰ ਉਹਨਾਂ ਦੀ ਬਾਣੀ ਤੋਂ ਹੀ ਲੱਗਦਾ ਹੈ ਕਿ ਜੇ ਕੋਈ ਵਿਰੋਧੀ ਧਿਰ ਹੋ ਸਕਦਾ ਹੈ, ਬੀਜੇਪੀ ਦੇ ਖੇਮੇ ਨੂੰ ਕੋਈ ਟੱਕਰ ਦੇ ਸਕਦਾ ਹੈ, ਤਾਂ ਉਹ ਮਮਤਾ ਬੈਨਰਜੀ ਹੋ ਸਕਦੇ ਨੇ। ਕਿਉਂਕਿ ਆਪਾਂ ਨੂੰ ਦਿਖਦਾ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਜਦੋਂ ਇੱਕ ਲੀਡਰ ਦੇ ਵਜੋਂ ਦੇਸ਼ ਦੇ ਸਾਹਮਣੇ ਆਉਂਦੇ ਨੇ, ਬੀਜੇਪੀ ਦੇ ਇੱਕ ਲੀਡਰ ਵਜੋਂ, ਤਾਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਕੋਈ ਹੋਰ ਲੀਡਰ ਵਿਖਾਈ ਨਹੀਂ ਦਿੰਦਾ। ਮਮਤਾ ਬੈਨਰਜੀ ਇੱਕ ਹੈਵੀ ਵੇਟ ਲੀਡਰ ਦੇ ਰੂਪ ਦੇ ਵਿੱਚ ਵਿਖਾਈ ਦਿੰਦੇ ਨੇ ਕਿ ਇਹ ਮੁਕਾਬਲਾ ਕਰ ਸਕਦੇ ਨੇ, ਸਾਹਮਣਾ ਕਰ ਸਕਦੇ ਨੇ। ਸੋ ਔਰ ਗੱਜਦੇ ਵੀ ਬਹੁਤ ਜ਼ਬਰਦਸਤ ਕਾਂਗਰਸ ਹੈ। ਜੇ ਨੈਸ਼ਨਲ ਕਾਂਗਰਸ ਹੈ, ਰਾਹੁਲ ਗਾਂਧੀ ਜੀ ਤਾਂ ਸੋਨੀਆ ਗਾਂਧੀ ਜੀ ਹੈ ਨਾ, ਉਹ ਦਿੱਲੀ ਬੈਠੇ, ਤੇ ਦੂਸਰੀ ਇਹ ਤ੍ਰਿਣਮੂਲ ਕਾਂਗਰਸ ਹੈ। ਇਹਦੇ ਵਿੱਚ ਜੇ ਇਹਨਾਂ ਦੀ ਯੂਨਾਈਟ ਹੋ ਜਾਂਦੇ ਆ, ਇਕੱਠੇ ਹੋ ਜਾਂਦੇ ਆ, ਜਿਹਦੇ 'ਚ ਬਾਕੀ ਪਾਰਟੀਆਂ ਜਿਹੜੀਆਂ ਨੇ ਖੇਤਰੀ ਪਾਰਟੀਆਂ ਉਹ ਵੀ ਇਕੱਠੀਆਂ ਹੋ ਜਾਂਦੀਆਂ, ਫਿਰ ਯੂਨਾਈਟ ਹੋ ਕੇ ਸਾਰਾ ਕੁਝ ਹੋ ਜਾਂਦਾ। ਹੁਣ ਜੇ ਇੱਕ ਗੱਲ ਲਈਏ, ਜੇ ਹੁਣ ਐਤਕੀ ਦੇਖੋ ਰਾਸ਼ਟਰਪਤੀ ਦੇ ਵਿੱਚ ਜੇ NDA ਦੇ ਰੂਲਿੰਗ ਪਾਰਟੀ ਦਾ ਕੈਂਡੀਡੇਟ ਜਿੱਤ ਕੇ ਰਾਸ਼ਟਰਪਤੀ ਬਣ ਜਾਂਦਾ ਔਰ ਬਾਈ ਵੋਟਾਂ ਨਾਲ, ਕੋਈ ਨੋਮੀਨੇਟ ਨਹੀਂ ਕੀਤਾ ਉਹਨਾਂ ਨੇ, ਸਿਰਫ ਤੇ ਕੀਤਾ ਸੀ ਉਹਨਾਂ ਨੇ ਨੋਮੀਨੇਸ਼ਨ ਦਿੱਤੀ ਸੀ ਵੀ ਆਹ ਸਾਡਾ ਕੈਂਡੀਡੇਟ ਆ। ਦੂਜੇ ਪਾਸੇ ਰਹੀ ਗੱਲ ਜਿਹੜੀ ਆਪੋਜੀਸ਼ਨ ਯੂਨਾਈਟ ਹੋ ਕੇ ਪਾਰਟੀਆਂ ਨੇ ਜਸਵੰਤ ਸਿਨਹਾ ਜੀ ਨੂੰ ਦਿੱਤਾ, ਉਹ ਪਛੜ ਗਏ, ਪਿੱਛੇ ਰਹਿ ਗਏ। ਇੱਥੇ ਵੀ ਇੱਕ ਗੱਲ ਆ ਕੇ ਟੁਕਦੀ ਹੈ ਕਿ ਅਗਲੀਆਂ ਵੀ ਜਿਹੜੀਆਂ ਇਲੈਕਸ਼ਨ ਆਉਣਗੀਆਂ, ਇਲੈਕਸ਼ਨ ਦੇ ਵਿੱਚ ਫਿਰ ਲੋਕਾਂ ਦੀਆਂ ਵੋਟਾਂ ਆਉਣਗੀਆਂ। ਹੁਣ ਲੋਕਾਂ ਨੇ ਕੀ ਵੇਖਣਾ? ਚੰਗੇ ਕੰਮ ਵੇਖਣੇ, ਸਾਰਾ ਕੁਝ ਵੇਖਣੇ, ਪਰ ਲੋਕਾਂ ਦੀਆਂ ਵੀ, ਜਨਤਾ ਦੀਆਂ ਵੀ, ਵੋਟਰਸ ਦੀਆਂ ਵੀ ਲੌਬੀਆਂ ਬਣ ਗਈਆਂ, ਬੜਾ ਕੁਝ ਹੋ ਜਾਂਦਾ। ਇਹਦੇ ਵਿੱਚ ਹੁਣ ਕਲੀਅਰ ਤੌਰ ਤੇ ਨਹੀਂ ਕਿਹਾ ਜਾ ਸਕਦਾ, ਪਰ ਤੁਸੀਂ ਕਲੀਅਰ ਤੌਰ ਤੇ ਉਦੋਂ ਵਧਾਈ ਦੇ ਦਿੱਤੀ ਸੀ ਕਿ ਇਹ ਸਾਰਾ ਕੁਝ ਹੋ ਰਿਹਾ ਵਾ। ਸਿਨਹਾ ਜੀ ਤਾਂ ਸ਼ਾਇਦ ਰਹਿ ਜਾਣਗੇ ਤੇ ਦ੍ਰੋਪਦੀ ਮੁਰਮੂ ਜੀ ਦੇਸ਼ ਤੇ ਜਿਹੜੇ ਰਾਸ਼ਟਰਪਤੀ ਬਣ ਜਾਣਗੇ। ਕਈ ਵਾਰੀ ਕਈ ਕਿਆਸ ਰਹੀਆਂ ਜਾਂ ਬਣਦੀਆਂ ਨਿਕਲੀਆਂ ਗੱਲਾਂ ਸੱਚ ਵੀ ਹੋ ਜਾਂਦੀਆਂ। ਬਿਲਕੁਲ, ਮਤਲਬ ਜੇ ਮੈਂ ਹੁਣ ਭਵਿੱਖਬਾਣੀ ਕੀਤੀ ਉਹ ਸੱਚ ਹੋ ਗਈ ਹੈ ਤੇ ਮੈਨੂੰ ਕੋਈ ਟ੍ਰੀਟ ਮਿਲਣੀ ਚਾਹੀਦੀ ਹੈ, ਪਾਰਟੀ ਸ਼ਾਰਟੀ ਮੈਨੂੰ ਮਿਲਣੀ ਚਾਹੀਦੀ। 2024 ਦੀਆਂ ਇਲੈਕਸ਼ਨ 'ਚ ਕੁਝ ਕਹਿ ਦੋਗਾ, ਜੇ ਟਾਈਮ ਤਾਂ ਬਹੁਤ ਆ। ਹੁਣ ਮਮਤਾ ਬੈਨਰਜੀ ਨੇ ਤੇ ਗੱਲ ਕਹਿ ਦਿੱਤੀ, ਉਹਨਾਂ ਨੇ ਕਹਿਤਾ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਇਹਨਾਂ ਦੀ ਸਰਕਾਰ ਨਹੀਂ ਬਣੂਗੀ, ਪ੍ਰਧਾਨ ਮੰਤਰੀ ਦੇਸ਼ ਦਾ ਨਹੀਂ, ਇਹਨਾਂ ਦੀ NDA ਦਾ ਨਹੀਂ ਹੋਊਗਾ, ਕਿਉਂਕਿ ਉਹ ਵੀ ਇੱਕ ਪਾਰਟੀ ਹੈ, ਪੋਲੀਟੀਕਲ ਪਾਰਟੀ। ਉਹਨਾਂ ਦਾ ਕਹਿਣਾ ਬਣਦਾ ਆਪੋਜੀਸ਼ਨ ਆ, ਉਹਨਾਂ ਦਾ ਲੋਕਾਂ ਨੂੰ ਜਗਾਉਣਾ, ਲੋਕਾਂ ਨੂੰ ਆਪਦੇ ਸੰਘਰਸ਼ 'ਚ ਵਿੱਢਣਾ, ਲੋਕਾਂ ਦੇ ਲਈ ਕਹਿਣਾ। ਸਹੀ ਗੱਲ ਹੈ। ਉਹਨੇ ਧਰਤੀ ਬਣਾਉਣੀ ਇਹਨਾਂ ਨੂੰ ਗਰਾਊਂਡ ਆਪਣੇ ਜਿੱਤਣ ਲਈ। ਖੈਰ, ਔਰ ਉਹਦੇ 'ਚ ਸਾਡਾ ਅਕਾਲੀ ਦਲ ਵੀ ਇੱਥੇ ਹੈਗਾ, ਸਾਡੇ ਇੱਥੇ ਕਾਂਗਰਸ ਵੀ ਬੈਠੀ, ਸਾਰੇ ਬੈਠੇ ਨੇ। ਇਹਦੇ 'ਚ ਕਈ ਪਾਰਟੀਆਂ ਬੈਠੀਆਂ ਨੇ ਜਿਹੜੀਆਂ ਇਸ ਦੇ ਸੋਚ ਨਾਲ ਬੈਠੀਆਂ ਨੇ ਕਿ ਅਗਲੀਆਂ ਚੋਣਾਂ ਵਿੱਚ
ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਊਗਾ, ਕਿਉਂਕਿ ਉਹ ਵੀ ਐਨਾਲਿਸਿਸ ਹੈ, ਸਾਰੇ ਐਨਾਲਿਸਿਸ ਆ। ਅਜੇ time ਕਿਉਂਕਿ ਤਾਂ ਹੈ। ਮੈਂ ਤਾਂ ਲਾਈਟਰ ਮੂਡ ਲੈ ਰਿਹਾ ਕਿ ਮੈਨੂੰ ਪਾਰਟੀ ਸ਼ਾਰਟੀ ਮਿਲਣੀ ਚਾਹੀਦੀ ਹੈ। ਪਾਰਟੀ ਸ਼ਾਰਟੀ ਅਸੀਂ ਕੀ ਕਰਨੀ ਹੈ, ਅਸੀਂ ਤਾਂ ਸਿੱਧੇ ਤੌਰ ਤੇ ਜੋ ਫੈਕਟ ਸਾਹਮਣੇ ਆਉਂਦੇ ਨੇ ਉਹਨੂੰ ਜੇ ਐਨਾਲਾਈਜ਼ ਕਰਕੇ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ ਤਾਂ ਅਸੀਂ ਉਹ ਗੱਲ ਬਿਲਕੁਲ ਉਜਾਗਰ ਕਰ ਦਿੰਦੇ ਹਾਂ ਕਿ ਸਾਨੂੰ ਆਹ ਲੱਗਦਾ, ਆਪਣੇ ਇਸ ਪਲੇਟਫਾਰਮ ਤੋਂ ਅਸੀਂ ਦੱਸ ਦਿੰਦੇ ਹਾਂ ਕਿ ਸਾਨੂੰ ਆਹ ਲੱਗਦਾ, ਆਹ ਹੋ ਸਕਦਾ। ਸੋ ਹੋ ਗਿਆ, ਬਹੁਤ ਵਧੀਆ। ਵੈਸੇ ਇੱਕ ਗਰਵ ਵਾਲੀ ਗੱਲ ਵੀ ਹੈ ਕਿ ਲੇਡੀਜ਼ ਅੱਗੇ ਆ ਰਹੀਆਂ ਨੇ, ਜੋ ਕਿਸੇ ਵਕਤ ਸਾਡੇ ਸਮਾਜ ਦੇ ਵਿੱਚ ਪਿੱਛੇ ਤੱਕ ਦਿੱਤੀਆਂ ਜਾਂਦੀਆਂ ਸੀ, ਅੱਜ ਨੰਬਰ 1 ਦੇ ਉੱਤੇ ਨੇ, ਫਰਸਟ ਲੇਡੀ ਆਫ ਇੰਡੀਆ। ਪਰ ਇਹ ਵੀ ਹੈ, ਜੇ ਪੋਲਿਟਿਕਸ 'ਚ ਹੈ, ਤੁਸੀਂ ਦੇਖੋ ਪਹਿਲਾਂ ਆਰਮੀ 'ਚ ਨਹੀਂ ਸੀ ਕੁੜੀਆਂ ਜਾਂਦੀਆਂ, ਹੁਣ ਆਰਮੀ 'ਚ ਵੀ ਹੈ, ਪੰਜਾਬ ਪੁਲਿਸ ਵੀ ਹੈ, ਸੀਆਰਪੀ 'ਚ ਵੀ ਹੈ, ਬੀਐਸਐਫ 'ਚ ਵੀ ਹੈ, ਹਰ ਜਗ੍ਹਾ ਫਾਈਟਰ ਪਲੇਨ ਉਡਾਉਂਦੀਆਂ ਨੇ, 에ਅਰ ਫੋਰਸ ਦੇ ਵਿੱਚ, ਔਰ ਕੁੜੀਆਂ ਅੱਛੇ ਤਰੀਕੇ ਨਾਲ ਕੰਮ ਕਰ ਸਕਦੀਆਂ। ਕਿਉਂਕਿ ਇਹਨਾਂ ਦੇ ਵਿੱਚ ਜੋਸ਼ ਵੀ ਹੈਗਾ, ਜੋਸ਼ ਹੈ, ਸਿਆਣਪ ਜ਼ਿਆਦਾ ਹੈਗੀ ਆ, ਔਰ ਕਨਸੈਂਟਰੇਸ਼ਨ ਕੰਮ ਤੇ ਬਹੁਤ ਜ਼ਿਆਦਾ ਬਿਲਕੁਲ ਮੌਕਾ ਕਿ ਉਹ ਦੇਖ ਲਓ, ਐਜੂਕੇਸ਼ਨ ਬੋਰਡ ਦਾ ਜਿਹੜਾ ਪੰਜਾਬ ਐਜੂਕੇਸ਼ਨ ਬੋਰਡ 'ਚ ਕੁੜੀਆਂ ਹੀ ਰਹੀਆਂ, ਅਵਲ ਕੁੜੀਆਂ ਅੱਗੇ ਗਈਆਂ, ਫਿਰ ਜਿਹੜੀਆਂ ICSE ਜਿਹੜਾ ਆਇਆ ਰਿਜ਼ਲਟ ਉਹਦੇ 'ਚ ਵੀ ਕੁੜੀਆਂ ਅੱਗੇ ਆਈਆਂ, ਮੌਕਾ ਮਿਲਣਾ ਚਾਹੀਦਾ। CBSE 'ਚ ਕੁੜੀਆਂ ਅੱਗੇ, ਔਰ ਅੱਛੀ ਗੱਲ ਹੈ ਕਿ ਕੁੜੀਆਂ ਜਿਹੜੀਆਂ ਸੂਝਵਾਨ ਨੇ, ਪੜ੍ਹਨ ਲਿਖਣ 'ਚ ਵੀ ਅੱਗੇ ਆ, ਔਰ ਅੱਛੇ ਨੰਬਰ ਲੈਂਦੀਆਂ, ਔਰ ਮੇਰਾ ਖਿਆਲ ਹੈ ਕਿ ਬਹੁਤ ਵਾਰੀ ਇਹਨਾਂ ਨੇ ਮੁੰਡਿਆਂ ਨੂੰ ਪਛਾੜਿਆ, ਅੱਗੇ ਗਈਆਂ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਮੌਕਾ ਮਿਲਣਾ ਚਾਹੀਦਾ। ਮੈਂ ਬਾਰ-ਬਾਰ ਇੱਕੋ ਹੀ ਗੱਲ ਕਰ ਰਿਹਾ, ਮੌਕਾ ਮਿਲੇ ਤਾਂ ਹਰ ਇਨਸਾਨ ਆਪਣੇ ਆਪ ਨੂੰ ਪ੍ਰੂਵ ਕਰ ਸਕਦਾ। ਹਾਂ, ਤੁਸੀਂ ਇੱਕ ਅੱਧਾ ਸਵਾਲ ਹੋਰ ਕਰੋ, 5-4 ਮਿੰਟ ਆਪਾਂ ਹੋਰ ਬੋਲ ਸਕਦੇ ਕਿਉਂ ਨਹੀਂ ਬੋਲ ਸਕਦੇ ਹਾਂ। ਆਪਾਂ ਕਹਾਂਗੇ ਕਿ ਰਿਸ਼ੀ ਸੁਨਕ ਜੀ ਹੁਣ ਫਾਈਨਲ ਸਟੇਜ ਵੱਲ ਵਧਦੇ ਪਏ ਨੇ, ਬਿਲਕੁਲ, ਕਿ ਪ੍ਰਾਈਮ ਮਿਨਿਸਟਰ ਬਣ ਸਕਦੇ ਨੇ ਗ੍ਰੇਟ ਬ੍ਰਿਟੇਨ ਦੇ। ਸੋ ਸਾਡੇ ਵਾਸਤੇ ਬੜੀ ਖੁਸ਼ੀ ਦੀ, ਬੜੀ ਮਾਣ ਦੀ ਗੱਲ ਆ ਕਿ ਸਾਡਾ ਇੱਕ ਬੰਦਾ ਔਰ ਉੱਥੇ ਜਾ ਕੇ ਰਾਜ ਕਰਦਾ ਪਿਆ, ਜਿਸ ਦੇਸ਼ ਨੇ ਸਾਡੇ ਉੱਤੇ ਰਾਜ ਕੀਤਾ। ਸੋ ਅਸੀਂ ਇਸ ਚੀਜ਼ ਨੂੰ ਇਦਾਂ ਵੀ ਲੈ ਰਹੇ ਹਾਂ। ਖੈਰ ਇਹ ਵੀ ਗੱਲਾਂ ਉੱਥੇ ਹੋ ਰਹੀਆਂ ਨੇ ਕਿ ਇਹਨਾਂ ਨੂੰ ਸਪੋਰਟ ਨਾ ਮਿਲੇ, ਕਿਉਂਕਿ ਕਿਤੇ ਨਾ ਕਿਤੇ ਰੇਸਿਜ਼ਮ ਦੀ ਗੱਲ ਆ ਜਾਂਦੀ ਆ, ਕਿਤੇ ਨਾ ਕਿਤੇ ਉਹ ਚੀਜ਼ ਆ ਜਾਂਦੀ ਹੈ ਨਾ ਕਿ ਅਸੀਂ ਰਾਜ ਕੀਤਾ ਤੇ ਉਹਨਾਂ ਦਾ ਬੰਦਾ ਸਾਡੇ ਉੱਤੇ ਕਿਵੇਂ ਰਾਜ ਕਰ ਸਕਦਾ। ਇਹ ਚੀਜ਼ਾਂ ਆ ਜਾਂਦੀਆਂ ਨੇ, ਬਟ ਮੈਜੋਰਿਟੀ ਆਫ ਲੋਕ ਇਹੀ ਸੋਚਦੇ ਨੇ ਕਿ ਉਹ ਇੱਕ ਚੰਗੇ ਪ੍ਰਾਈਮ ਮਿਨਿਸਟਰ ਸਾਬਿਤ ਹੋ ਸਕਦੇ ਨੇ ਕਾਬਲੀਅਤ ਦੇ ਬੇਸ ਦੇ ਉੱਤੇ। ਹਾਂ, ਰਿਸ਼ੀ ਸੁਨਕ ਜੀ ਦੀ ਆਵਾਜ਼ ਤਾਂ ਇਸ ਵੇਲੇ ਬੁਲੰਦ ਆ ਉੱਥੇ, ਕਿਉਂਕਿ ਥੋੜ੍ਹੇ ਜਿਹਾ ਜਿੱਦਾਂ ਤੁਸੀਂ ਦੱਸਿਆ ਰੇਸ਼ੀਅਲ ਸਿਸਟਮ ਤੇ ਪ੍ਰੋਬਲਮ ਤਾਂ ਆਉਂਦੀ ਆ, ਗੋਰੇ ਤੇ ਕਾਲੇ ਦਾ ਜਿਹੜਾ ਰਿਹਾ ਹੈ ਇਹ ਭੇਦਭਾਵ ਰਿਹਾ ਵਾ, ਪਰ ਉਹਨਾਂ ਦਾ ਕੰਮ ਉੱਥੇ ਬੋਲਦਾ ਵਾ। ਕੰਜ਼ਰਵੇਟਿਵ ਪਾਰਟੀ 'ਚ ਉਹਨਾਂ ਨੇ ਉਹਦਾ ਜਿਹੜੇ ਨੇਤਾ ਦੇ ਤੌਰ ਤੇ ਕੰਮ ਕੀਤਾ, ਔਰ ਇਸ ਵੇਲੇ ਜਿਹੜੀ ਬਹੁਮਤ ਉਹਨਾਂ ਕੋਲ, ਸਾਰੇ ਜਿੰਨੇ ਵੀ ਸਾਂਸਦ ਨੇ ਉਹਨਾਂ ਦੇ ਨਾਲ ਜੁੜ ਕੇ ਚੱਲ ਰਹੇ ਆ, ਔਰ ਉਹਦੇ 'ਚ ਸਾਡੇ ਜਿਹੜੇ ਏਸ਼ੀਅਨ ਕੰਟਰੀ ਦੇ ਲੋਕ ਬੈਠੇ ਨੇ, ਪੰਜਾਬ ਦੇ ਲੋਕ ਤਾਂ ਨਾਲ ਹੋਣਗੇ, ਪੰਜਾਬੀ ਬਹੁਤ ਬੈਠੇ ਆ ਸਾਡੇ ਉਹਦੇ ਵਿੱਚ ਇੰਗਲੈਂਡ 'ਚ, ਔਰ ਸਾਰੇ ਲੋਕ ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਬਣਾਈਏ, ਔਰ ਜੇ ਬਣ ਜਾਂਦੇ ਆ ਤਾਂ ਵੇਖੋ ਹਿੰਦੁਸਤਾਨ ਦੀ ਪੂਰੇ ਦੀ ਵਾਹ ਹੋਏਗੀ, ਜੈਕਾਰ ਹੋ ਜਾਏਗੀ। ਕਿਉਂਕਿ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਜੇ ਉਹਨਾਂ ਨੇ ਸਾਡੇ ਤੇ ਹੁਕਮ ਕੀਤਾ ਤਾਂ ਅਸੀਂ ਵੀ, ਸਾਡੇ ਹੁਣ ਨੇਤਾ ਉੱਥੇ ਹੁਕਮ ਕਰਨਗੇ। ਜਿਹੜੀ ਹੈ ਨਾ ਰਿਪੀਟ ਕਰਦੀ ਹੈ, ਹਿਸਟਰੀ ਰਿਪੀਟ ਕਰਦੀ ਵਾਕਈ, ਚਾਹੇ ਉੱਥੇ ਕਦੋਂ ਤੋਂ ਬੈਠੇ ਆ, ਅੱਜ ਬੈਠੇ ਨਹੀਂ, ਕੱਲ੍ਹ ਨਹੀਂ ਬੈਠੇ, ਪੁਰਾਣੇ ਲੋਕ ਬੈਠੇ ਨੇ, ਔਰ ਉਹਨਾਂ ਦਾ ਉੱਥੇ ਕੰਮ ਬੋਲਦਾ, ਉਹਨਾਂ ਦਾ ਸਾਰਾ ਕੁਝ ਕੁਆਲਿਟੀ ਉਹਨਾਂ 'ਚ ਕੰਮ ਕਰਦੀ, ਉਹਨਾਂ 'ਚ ਸਾਰਾ ਕੁਝ ਕੰਮ ਕਰਨ ਦੀ ਭਰੋਸਾ ਕਾਬਲੀਅਤ ਹੈ। ਲੰਡਨ ਸਕੂਲ ਆਫ ਕਾਮਰਸ ਤੋਂ ਪੜ੍ਹੇ ਹੋਏ ਚਾਹੁੰਦੇ ਨੇ ਕਿ ਮੈਂ ਬਣਾ, ਪਰ ਲੋਕ ਵੀ ਚਾਹੁੰਦੇ ਨੇ ਉਹਨਾਂ ਨੂੰ ਬਣਾਉਣਾ। ਬਿਲਕੁਲ ਸਹੀ ਗੱਲ ਆ। ਹੁਣ ਸ਼੍ਰੀਲੰਕਾ ਦੇ ਉੱਤੇ ਝਾਤ ਮਾਰੀਏ, ਕਿਉਂਕਿ ਸਾਡਾ ਗੁਆਂਢੀ ਮੁਲਕ ਆ, ਤੇ ਉੱਥੇ ਵਿਕਰਮਸਿੰਘੇ, ਰੋਨਲ ਵਿਕਰਮਸਿੰਘੇ ਹੁਣ ਪ੍ਰੈਜ਼ੀਡੈਂਟ ਬਣ ਚੁੱਕੇ ਨੇ। ਕਾਰਜਕਾਰੀ ਜਿਹੜੀ ਪ੍ਰਣਾਲੀ ਪਹਿਲਾਂ ਚੱਲ ਰਹੀ ਸੀ ਉਹਦਾ ਸਮਾਪਨ ਹੋ ਗਿਆ, ਉਹ ਖਤਮ ਹੋ ਗਈ। ਹੁਣ ਵਾਕਈ ਜੋ ਇੱਕ ਐਕਟਿਵ ਪ੍ਰੋਸੈਸ ਹੈ ਉਹ ਸ਼ੁਰੂ ਹੋ ਚੁੱਕਾ। ਹੁਣ ਦੇਖੋ ਦੇਸ਼ ਦੇ ਜੋ ਹਾਲਾਤ ਨੇ ਉਸ ਦੇ ਮੁਤਾਬਿਕ ਇਹ ਕਿੱਦਾਂ ਦੇਸ਼ ਨੂੰ, ਦੇਸ਼ ਦੀ ਅਰਥ ਵਿਵਸਥਾ ਨੂੰ ਇਸ ਘੁੰਮਣ ਘੇਰੀ ਚੋਂ ਬਾਹਰ ਕੱਢ ਸਕਦੇ ਨੇ, ਇੱਕ ਚੰਗੇ ਨੇਤਾ ਪ੍ਰੂਵ ਹੋ ਸਕਦੇ ਨੇ, ਕੀ ਸਵਾਰ ਸਕਦੇ ਨੇ ਸ਼੍ਰੀਲੰਕਾ ਦਾ ਤੇ ਸ਼੍ਰੀਲੰਕਾ ਦੇ ਲੋਕਾਂ ਦਾ, ਇਹ ਤਾਂ ਸਮਾਂ ਹੀ ਦੱਸੇਗਾ। ਇਹ ਪਹਿਲਾਂ ਦੇਖੋ ਜਿਹੜੀ ਹੈ ਰਾਜਨੀਤੀ 'ਚ ਕਿੰਨੀ ਹਲਚਲ ਹੁੰਦੀ ਹੈ। ਪਹਿਲਾਂ ਤਾਂ ਗੁਆਂਢੀ ਦੇਸ਼ਾਂ ਦੀ ਗੱਲ ਕਰ ਲਓ, ਪਾਕਿਸਤਾਨ 'ਚ ਵੀ ਇਹ ਹਾਲ ਹੋ ਗਿਆ ਹੈ ਨਾ, ਪਾਕਿਸਤਾਨ 'ਚ ਵੀ ਰੌਲਾ ਪਾ ਕੇ ਸਾਰਾ ਕੁਝ ਸਰਕਾਰਾਂ ਬਦਲ ਗਈਆਂ। ਉਦੋਂ ਬਾਅਦ ਸ਼੍ਰੀਲੰਕਾ 'ਚ ਫਿਰ ਰੌਲਾ ਪਿਆ, ਰਾਸ਼ਟਰਪਤੀ ਦਾ ਜਾ ਕੇ ਉਸ ਪਾਰਲੀਮੈਂਟ 'ਚ ਘੇਰ ਲਈ, ਦੁਨੀਆ ਉੱਥੇ ਹਗਾਮਾ ਕੀਤਾ, ਬੜਾ ਕੁਝ ਹੋਇਆ, ਔਰ ਉਹ ਭੱਜ ਗਏ, ਦੌੜ ਗਏ ਉੱਥੋਂ, ਕਿਉਂਕਿ ਉਹਨਾਂ ਅੱਜ ਤੋਂ ਨਾ ਬੜੀ ਦੇਰ ਤੋਂ ਰਾਜ ਕੀਤਾ ਉੱਥੇ, ਲੋਕ ਉਹਨਾਂ ਤੋਂ ਅਕਤਾ ਚੁੱਕੇ ਸੀ ਉਹਨਾਂ ਨੇ, ਹਾਂ ਕਿ ਇਹਨੇ ਸਾਡੇ ਲਈ ਜੋ ਕੁਝ ਕਰਦੇ ਆ ਸਾਡੇ ਬਿਹਤਰੀ ਲਈ ਨਹੀਂ ਹੋ ਰਿਹਾ। ਮਹਿੰਗਾਈ ਇੰਨੀ ਜ਼ਿਆਦਾ ਉੱਥੇ ਹੋ ਗਈ, ਭੁੱਖਮਰੀ ਉੱਥੇ ਹੋ ਗਈ, ਪਤਾ ਨਹੀਂ ਹੁਣ ਉਹ ਸਿਸਟਮ ਤੋਂ ਜਿਹੜਾ ਬਾਹਰ ਨਿਕਲਣਾ ਚਾਹੁੰਦੇ ਸੀ, ਔਰ ਉਹਨਾਂ ਨੇ ਜਦੋਂ ਇਹ ਬਗਾਵਤ ਕੀਤੀ, ਰੌਲਾ ਪਾਤਾ, ਉਹ ਦੌੜ ਗਏ। ਦੌੜਨ ਤੋਂ ਬਾਅਦ ਉਹਨਾਂ ਨੇ ਕਾਰਜਕਾਰੀ ਕਹਿਤਾ ਕਿ ਉਹਨੂੰ ਬਣਾ ਦਿਓ, ਸਪੀਕਰ ਨੂੰ ਮੈਸੇਜ ਆ ਗਿਆ, ਫਾਰ ਟਾਈਮ ਉੱਥੇ ਥੋੜ੍ਹੀ ਦੇਰ ਲਈ ਹੋ ਗਿਆ, ਫਿਰ ਹੁਣ ਨਵੇਂ ਰਾਸ਼ਟਰਪਤੀ ਚੁਣ ਲਿਆ ਗਿਆ ਉਹਨਾਂ ਨੂੰ।
ਹਾਂ ਬਿਲਕੁਲ ਸਹੀ ਗੱਲ ਹੈ ਔਰ ਅਸੀਂ ਇਹੀ ਚਾਹੁੰਦੇ ਹਾਂ ਕਿ ਹੁਣ ਉੱਥੇ ਸਭ ਕੁਝ ਹਾਲਾਤ ਨਾਰਮਲ ਹੋਣ ਔਰ ਭਾਰਤ ਜੋ ਆਪਣੀ ਸਹਾਇਤਾ ਦਿੰਦਾ ਹੈ ਉਹ ਸਹਾਇਤਾ ਦੇਣੀ ਜਾਰੀ ਰੱਖੇਗਾ। ਉਹਨਾਂ ਨੇ ਕਹਿਤਾ ਇਹਨਾਂ ਨੇ ਕਿਹਾ ਡਿਕਲੇਅਰ ਕੀਤਾ ਸਾਡੀ ਹਮਾਇਤ ਉਸੇ ਤਰ੍ਹਾਂ ਰਹੂਗੀ, ਇਸੇ ਤਰ੍ਹਾਂ ਹੀ ਇਹਨਾਂ ਨੂੰ ਸਾਂਭਦੇ ਰਵਾਂਗੇ। ਉਹਨਾਂ ਨੇ ਵੀ ਡਿਮਾਂਡ ਕੀਤੀ ਹੈ, ਉਹਨਾਂ ਨੇ ਵੀ ਡਿਮਾਂਡ ਕੀਤੀ ਹੈ ਕਿ ਸਾਨੂੰ ਇਸੇ ਤਰ੍ਹਾਂ ਮਦਦ ਦਿੰਦੇ ਰਹੋ ਔਰ ਸਾਨੂੰ ਇਸ ਆਰਥਿਕ ਸੰਕਟ ਚੋਂ ਕੱਢਣ ਵਿੱਚ ਸਾਡੀ ਮਦਦ ਕਰੋ। ਖੈਰ ਇੱਕ ਚੰਗੇ ਗੁਆਂਢੀ ਹੋਣ ਦੇ ਨਾਤੇ ਸਾਨੂੰ ਆਪਣੇ ਫਰਜ਼ ਜਿੰਨੇ ਵੀ ਅਸੀਂ ਅਦਾ ਕਰ ਸਕੀਏ ਪਾ ਲਾ ਕੇ ਸ਼ਾਂਤੀ ਆਊਗੀ ਉੱਥੇ, ਕਿਉਂਕਿ ਉੱਥੇ ਰੌਲਾ ਬਹੁਤ ਪੈ ਗਿਆ ਕਿ ਬਿਲਕੁਲ ਸਹੀ ਗੱਲ ਹੈ, ਪ੍ਰਧਾਨ ਮੰਤਰੀ ਦੇ ਘਰ ਨੂੰ ਘੇਰ ਲਿਆ, ਰਾਸ਼ਟਰਪਤੀ ਅੱਗ ਲਾ ਦਿੱਤੀ ਹੈ, ਲਾਤੀ, ਬੜਾ ਨੁਕਸਾਨ ਹੋ ਗਿਆ ਸੀਗਾ। ਜਦੋਂ ਬਗਾਵਤ ਹੁੰਦੀ ਹੈ ਨਾ ਇਸ ਤਰ੍ਹਾਂ ਹੀ ਰੌਲਾ ਰੱਪਾ ਪੈਂਦਾ, ਸੜਕਾਂ ਤੇ ਲੋਕ ਨਿਕਲ ਆਉਂਦੇ ਆ, ਜਿਹੜਾ ਵੀ ਆ ਲੋਕ ਰੌਲਾ ਪਾ ਕੇ ਮਾਰਦੇ ਕੁੱਟਦੇ ਇੱਕ ਦੂਜੇ ਨੂੰ, ਬੜਾ ਕੁਝ ਹੁੰਦਾ। ਪਰ ਉਹ ਤੋਂ ਬਾਅਦ ਹੁਣ ਸਥਿਰ ਹੋ ਗਿਆ, ਹਾਲਾਤ ਬੜੇ ਸਥਿਰ ਨੇ ਔਰ ਚੰਗੀ ਗੱਲ ਹੈ। ਲੋਕੀ ਵੀ ਸਮਝਦਾਰ ਨੇ, ਦੇਸ਼ ਵੀ ਛੋਟਾ ਜਿਹਾ ਡਿਵੈਲਪਿੰਗ ਕੰਟਰੀ ਆ, ਉਹਦੇ ਵਿੱਚ ਇੰਨਾ ਕੁਝ ਬਿਲਕੁਲ ਇੰਨਾ ਪੈਸਾ ਧੇਲਾ ਹੈ, ਬਿਲਕੁਲ ਸਹੀ ਗੱਲ ਹੈ। ਲੋਕ ਵੀ ਸਮਝਦਾਰ ਨੇ ਔਰ ਸਮਝਦੇ ਨੇ ਕਿ ਜੋ ਅਸੀਂ ਪਲਟਾਉਣਾ ਚਾਹੁੰਦੇ ਸੀ ਰਾਜ ਦਾ ਤਖਤਾ, ਉਹ ਪਲਟਾ ਦਿੱਤਾ। ਹੁਣ ਜਿਹੜੇ ਨਵੇਂ ਬੰਦੇ ਵਿਚਾਰੇ ਤੇ ਚਾਹੇ ਨੇ, ਇਹਨਾਂ ਨੂੰ ਕੰਮ ਕਰਨ ਦਾ ਮੌਕਾ ਦਈਏ। ਬਿਲਕੁਲ। ਸੋ ਹੁਣ ਜਾਂਦੇ ਜਾਂਦੇ ਆਪਾਂ ਜੋ ਬਾਈਡਨ ਸਾਹਿਬ ਦੀ ਸਿਹਤ ਵਾਸਤੇ ਵੀ ਗੁੱਡ ਲੱਕ ਕਹੀਏ, ਗੈਟ ਵੈਲ ਸੂਨ ਕਹੀਏ, ਕਿਉਂਕਿ ਉਹਨਾਂ ਨੂੰ ਕਰੋਨਾ ਹੋ ਗਿਆ। ਹੁਣ ਸਾਰੀਆਂ ਮੀਟਿੰਗਸ ਕਰ ਦਿੱਤਾ ਉਹਨਾਂ ਨੂੰ, ਬਾਹਰ ਆਉਣ, ਵਾਈਟ ਹਾਊਸ ਤੋਂ ਨਹੀਂ ਆਉਂਦੇ। ਹਾਂ ਨਹੀਂ ਵਾਈਟ ਹਾਊਸ ਦੇ ਵਿੱਚ ਹੀ ਇਕਾਂਤਵਾਸ ਵਿੱਚ ਜਾਣਗੇ, ਉੱਥੇ ਹੀ ਰਹਿਣਗੇ, ਉੱਥੇ ਮੇਲ ਮੂਲ ਨਹੀਂ ਹੋਗਾ ਨਾ, ਮੇਲ ਨਹੀਂ ਹੋਏਗਾ ਲੋਕਾਂ ਦਾ ਔਰ ਸਾਰੀਆਂ ਮੀਟਿੰਗਸ ਵਰਚੁਅਲ ਹੋਣਗੀਆਂ ਔਰ ਸਾਰੀਆਂ ਮੀਟਿੰਗਸ ਦਾ ਸਕੇਜੂਲ ਸੇਮ ਰਹੇਗਾ, ਉਹਦੇ ਵਿੱਚ ਕੋਈ ਚੇਂਜ ਨਹੀਂ ਹੈ ਔਰ ਉਹ ਸਾਰੀਆਂ ਕਾਨਫਰੰਸ ਹੋਏਗੀ, ਵੀਡੀਓ ਕਾਨਫਰੰਸ ਦੇ ਜ਼ਰੀਏ ਆਪਣੇ ਸਾਰੇ ਕੰਮ ਪੂਰੇ ਕਰਨਗੇ। ਅਮਰੀਕਾ 'ਚ ਫੈਲਦਾ ਬਹੁਤ ਕਰੋਨਾ ਦਾ, ਇਹ ਚਾਈਨਾ ਤੋਂ ਬਾਅਦ ਅਮਰੀਕਾ 'ਚ ਫੈਲਿਆ। ਅਮਰੀਕਾ 'ਚ ਇੰਨੇ ਲੋਕ ਮਰੇ, ਬਹੁਤ ਜ਼ਿਆਦਾ ਹੋਏ। ਪਰ ਦੇਖੋ ਇਹਨਾਂ ਦੇ ਵਿੱਚ ਜਿਹੜੇ ਵੱਡੇ ਲੋਕ ਨੇ, ਇਹਨਾਂ ਦਾ ਮੇਲ-ਜੋਲ ਤਾਂ ਹੁੰਦਾ ਲੋਕਾਂ ਨਾਲ, ਮੇਲ-ਜੋਲ ਹੁੰਦਾ ਹੈ। ਹਾਲਾਂਕਿ ਉਹਨਾਂ ਨੇ ਪੂਰੇ ਇੰਜੈਕਸ਼ਨਸ ਲਗਵਾਏ ਹੋਏ ਨੇ, ਵੈਕਸੀਨੇਸ਼ਨ ਕਰਵਾਈ ਹੋਈ ਹੈ, ਪਰ ਫਿਰ ਵੀ ਕੁਝ ਏਜ ਦਾ ਵੀ ਹੋ ਜਾਂਦਾ। ਹਾਂ ਏਜ ਵੀ ਆ, ਉਹਦੇ ਮੁਤਾਬਿਕ ਵੀ ਵਾਪਸ 70 ਹੈ, 70 ਦੇ ਕਰੀਬ। ਹਾਂਜੀ ਖੈਰ ਅਸੀਂ ਉਹਨਾਂ ਦੀ ਸਿਹਤ ਅਫਜ਼ਾਈ ਅਰਦਾਸ ਕਰਾਂਗੇ, ਖੁਸ਼ ਰਹਿਣ, ਸਿਹਤ ਠੀਕ ਹੋਵੇ, ਗੈਟ ਵੈਲ ਸੂਨ। ਅਸੀਂ ਉਹਨਾਂ ਦੇ ਵਾਸਤੇ ਇਹ ਬੈਸਟ ਵਿਸ਼ੇਸ ਦਿੰਦੇ ਆ। ਸੋ ਇਸ ਦੇ ਨਾਲ ਹੀ ਫਿਰ ਚੱਲਿਆ ਜਾਏ। ਹਾਂਜੀ ਬਿਲਕੁਲ ਜੀ, ਇਜਾਜ਼ਤ ਲਓ ਤੇ ਔਰ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਕਿ ਤੁਹਾਨੂੰ ਸਾਡਾ ਇਹ ਸ਼ੋਅ ਕਿੱਦਾਂ ਦਾ ਲੱਗਦਾ ਹੈ, ਇਹਦੇ ਵਿੱਚ ਹੋਰ ਤੁਸੀਂ ਕੀ ਚਾਹੁੰਦੇ ਹੋ। ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਤੇ ਹਮੇਸ਼ਾ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।